ਅਸ਼ਵਨੀ ਚਿੱਠੀ ਦੀਵਾਨਪੁਰ। ਸੁੰਦਰੀ ਜੀ, ਅੱਜ ਮੈਂ ਤੁਹਾਨੂੰ ਜਿਸ ਦੁਖਦਾਈ ਘਟਨਾ ਦਾ ਹਾਲ ਲਿਖਣ ਲੱਗਾ ਹਾਂ, ਇਸ ਨੂੰ ਪੜ੍ਹ ਕੇ ਦਿਲ ਦੀ ਸੱਟ ਨੂੰ ਤੁਸੀਂ ਕਿਸ ਤਰ੍ਹਾਂ ਸਹਾਰੋਗੇ, ਇਹ ਸੋਚ ਕੇ ਮੇਰਾ ਦਿਲ ਗੋਤਿਆਂ ਵਿੱਚ ਪੈ ਜਾਂਦਾ ਹੈ। ਲਿਖਦਿਆਂ ਹੱਥ ਕੰਬ ਰਿਹਾ ਹੈ। ਚੰਗਾ ਹੁੰਦਾ ਜੋ ਇਹ ਭੈੜੀ ਖਬਰ ਤੁਹਾਨੂੰ ਕੋਈ ਹੋਰ ਹੀ ਸੁਣਾਉਂਦਾ, ਪਰ ਖੋਟੇ ਭਾਗਾਂ ਨੂੰ ਇਹ ਕੰਮ ਮੇਰੇ ਹੀ ਸੁਪੁਰਦ ਹੈ। ਮੈਂ ਕੀ ਲਿਖਾਂ ਸੁੰਦਰੀ ਜੀ, ਤੁਹਾਡਾ ਬਾਬਾ ਹਰ ਵੇਲੇ ਤੁਹਾਡੇ ਨਾਂ ਦੀ ਮਾਲਾ ਜਪਣ ਵਾਲਾ ਤੁਹਾਡਾ ਧਰਮ ਪਿਤਾ ਤੁਹਾਨੂੰ ਅੰਤਮ ਪਿਆਰ ਭੇਜ ਕੇ ਤੁਹਾਨੂੰ ਵੇਖਣ ਦੀ ਸਿੱਕ ਦਿਲ ਵਿੱਚ ਹੀ ਲੈ ਕੇ ਸਦਾ ਲਈ ਇਸ ਸੰਸਾਰ ਤੋਂ ਚਲਾ ਗਿਆ। ਇਸ ਤੋਂ ਵੀ ਵੱਧ ਦਿਲ ਨੂੰ ਨਪੀੜਨ ਵਾਲੀ ਗੱਲ ਇਹ ਹੈ ਕਿ ਵਿਚਾਰੇ ਦੀ ਮੌਤ ਕਿੰਨੀ ਭਿਆਨਕ ਹੋਈ। ਸੁੰਦਰੀ ਜੀ, ਮੈਂ ਤੁਹਾਨੂੰ ਕੀ ਦੱਸਾਂ, ਕਈ ਦਿਨਾਂ ਤੋਂ ਉਸਦਾ ਸਰੀਰ ਇਤਨਾ ਨਿਰਬਲ ਹੋ ਰਿਹਾ ਸੀ ਕਿ ਕੁੱਲੀ ਤੋਂ ਘੱਟ ਹੀ ਬਾਹਰ ਨਿਕਲਦਾ ਸੀ। ਸਦਾ ਵਾਂਗ ਜਦ ਪਰਸੋਂ ਸੰਧਿਆ ਨੂੰ ਰੋਟੀ ਦੇਣ ਗਿਆ ਤਾਂ ਉਹ ਰੋ ਰਿਹਾ ਸੀ। ਮੇਰੇ ਪੁੱਛਣ ਤੇ ਉਸਨੇ ਦੱਸਿਆ, ਸੁੰਦਰੀ ਨੂੰ ਮਿਲਣ ਲਈ ਦਿਲ ਡਾਢਾ ਭਟਕ ਰਿਹਾ ਹੈ। ਨਾ ਜਾਣੀਏ ਕੋਈ ਦਿਨ ਹਾਂ ਕਿ ਨਹੀਂ। ਇੱਕ ਵਾਰੀ ਕੁੜੀ ਨੂੰ ਵੇਖ ਲੈਂਦਾ ਤਾਂ ਚੰਗਾ ਹੁੰਦਾ। ਮੈਂ ਆਖਿਆ, ਬਾਬਾ ਜੀ, ਇਹ ਕਿਹੜੀ ਔਖੀ ਗੱਲ ਹੈ, ਮੈਂ ਸਵੇਰੇ ਹੀ ਜਾ ਕੇ ਸੁੰਦਰੀ ਨੂੰ ਲੈ ਆਉਂਦਾ ਹਾਂ। ਪਰ ਉਸਨੇ ਅਜਿਹਾ ਕਰਨੋਂ ਮੈਨੂੰ ਰੋਕਦਿਆਂ ਹੋਇਆ ਕਿਹਾ, ਉਸਦੀ ਪੜ੍ਹਾਈ ਦਾ ਹਰਜ ਹੋਵੇਗਾ, ਨਾਲੇ ਉਸਨੂੰ ਇੱਥੇ ਲਿਆਉਣਾ ਖਤਰੇ ਤੋਂ ਖਾਲੀ ਨਹੀਂ। ਪਿੰਡ ਦਾ ਬਦਮਾਸ਼ ਪਾਲਾ ਸਿੰਘ ਹੱਥ ਧੋ ਕੇ ਮੇਰੇ ਮਗਰ ਪਿਆ ਹੋਇਆ ਹੈ ਕਿ ਮੈਂ ਸੁੰਦਰੀ ਨਾਲ ਉਸ ਦਾ ਵਿਆਹ ਕਰਵਾ ਦਿਆਂ। ਪਹਿਲਾਂ ਤਾਂ ਉਸ ਮੈਨੂੰ ਲਾਲਚ ਦਿੱਤੇ, ਪਰ ਜਦ ਮੈਂ ਨਾ ਮੰਨਿਆ ਤਾਂ ਫਿਰ ਤਰ੍ਹਾਂ ਦੀਆਂ ਧਮਕੀਆਂ ਦੇਣ ਲੱਗਾ। ਇੱਥੋਂ ਤੱਕ ਕਹਿ ਗਿਆ ਕਿ ਜੇ ਤੂੰ ਸਿੱਧੀ ਤਰ੍ਹਾਂ ਮੇਰੀ ਗੱਲ ਨਹੀਂ ਮੰਨੇਗਾ ਤਾਂ ਮੈਂ ਆਪਣੇ ਆਦਮੀਆਂ ਪਾਸੋਂ ਤੈਨੂੰ ਮਰਵਾ ਸੁੱਟਾਂਗਾ ਤੇ ਸੁੰਦਰੀ ਜਦ ਤੇਰੇ ਮਰਨ ਦੀ ਖਬਰ ਸੁਣ ਕੇ ਆਵੇਗੀ ਤਾਂ ਮੈਂ ਉਸਨੂੰ ਬਦੋ-ਬਦੀ ਚੁੱਕ ਕੇ ਲੈ ਜਾਵਾਂ। ਸੁੰਦਰੀ ਜੀ, ਜਿਸ ਵੇਲੇ ਬਾਬਾ ਇਹ ਗੱਲਾਂ ਕਰ ਰਿਹਾ ਸੀ ਉਸ ਵੇਲੇ ਉਸਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਮੇਰਾ ਵੀ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ। ਮੈਂ ਉਸਨੂੰ ਹੌਸਲਾ ਦਿੰਦਿਆਂ ਹੋਇਆਂ ਕਿਹਾ, ਬਾਬਾ ਜੀ, ਮੇਰੇ ਬੈਠਿਆਂ ਕਿਸ ਦੀ ਮਜਾਲ ਹੈ ਸੁੰਦਰੀ ਵੱਲ ਜਾਂ ਤੁਹਾਡੇ ਵੱਲ ਤੱਕ ਜਾਵੇ। ਇਸ ਤੋਂ ਬਾਅਦ ਮੈਂ ਉਸਨੂੰ ਆਪਣੇ ਘਰ ਲੈ ਚੱਲਣ ਲਈ ਬੜਾ ਯਤਨ ਕੀਤਾ, ਪਰ ਉਹ ਨਾ ਮੰਨਿਆ ਤੇ ਆਖਣ ਲੱਗਾ, ਸਰਦਾਰ ਜੀ, ਮੇਰਾ ਕੀ ਏ, ਮੈਂ ਤਾਂ ਅੱਗੇ ਹੀ ਕੰਧੀ ਤੇ ਰੁਖੜਾ ਹਾਂ। ਅੱਜ ਮੋਇਆ ਕੱਲ ਦੂਜਾ ਦਿਹਾੜਾ। ਮੈਂ ਰੱਬ ਅੱਗੇ ਹੱਥ ਜੋੜਦਾ ਹਾਂ ਕਿ ਮੈਨੂੰ ਤੁਰਦਿਆਂ ਫਿਰਦਿਆਂ ਹੀ ਸਾਂਭ ਲਵੇ। ਸਰੀਰ ਹੁਣ ਉੱਕਾ ਹੀ ਰਹਿ ਚੁੱਕਾ ਹੈ। ਬਹੁਤਾ ਫਿਕਰ ਸੁੰਦਰੀ ਦਾ ਸੀ ਜੋ ਤੁਹਾਡੀ ਦਇਆ ਨਾਲ ਦੂਰ ਹੋ ਗਿਆ ਹੈ। ਫਿਰ ਮੈਂ ਉਸਨੂੰ ਕਿਹਾ, ਬਾਬਾ ਜੀ, ਮੇਰੇ ਨਾਲ ਲਾਹੌਰ ਚਲੋ ਚਲੇ ਤੇ ਸੁੰਦਰੀ ਨੂੰ ਮਿਲ ਕੇ ਆਓ। ਇਸ ਤੇ ਉਹ ਰਾਜੀ ਹੋ ਪਿਆ ਤੇ ਦੂਜੇ ਦਿਨ ਮੇਰੇ ਨਾਲ ਚੱਲਣ ਦੀ ਸਲਾਹ ਪੱਕੀ ਹੋਈ। ਉਸੇ ਰਾਤ ਅੱਧੀ ਕੁ ਰਾਤ ਰੋਲੇ ਦੀ ਆਵਾਜ਼ ਨਾਲ ਮੇਰੀ ਜਾਗ ਖੁੱਲ ਗਈ। ਅੱਗ ਲੱਗ ਗਈ ਦੀ ਦੁਹਾਈ ਸੁਣ ਕੇ ਮੈਂ ਆਪੜ ਪਾਹੇ ਉੱਠ ਘਰੋਂ ਨਿਕਲਿਆ। ਗਲੀ ਵਿੱਚ ਜਾ ਕੇ ਸੁਣਿਆ ਬਾਬੇ ਰੋਡੂ ਦੀ ਕੁੱਲੀ ਨੂੰ ਅੱਗ ਲੱਗ ਗਈ ਹੈ। ਮੈਂ ਵਾਹੋ ਦਾ ਹੀ ਭੱਜ ਗਿਆ। ਜਾ ਕੇ ਵੇਖਿਆ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਲੋਕਾਂ ਨੇ ਬਾਬੇ ਦੀ ਝੁਲਸੀ ਹੋਈ ਦੇਹ ਕੱਢ ਕੇ ਇੱਕ ਪਾਸੇ ਰੱਖੀ ਹੋਈ ਸੀ। ਕੁੱਲੀ ਸੁਆਹ ਦਾ ਢੇਰ ਹੋ ਚੁੱਕੀ ਸੀ। ਉੱਤੇ ਪਾਣੀ ਪੈਣ ਕਰਕੇ ਉਸ ਦੀਆਂ ਅੱਧ ਸੜੀਆਂ ਲੱਕੜਾਂ ਧੁਖ ਰਹੀਆਂ ਸਨ। ਮੈਂ ਭੀੜ ਚੀਰਦਾ ਹੋਇਆ ਪਾਸ ਪਹੁੰਚਿਆ। ਸੁੰਦਰੀ ਜੀ, ਉਸ ਵੇਲੇ ਤਾਂ ਹੋਲੀਆ ਦੱਸ ਕੇ ਮੈਂ ਤੁਹਾਡੇ ਦੁੱਖਾਂ ਦੀ ਬਲਦੀ ਅੱਗ ਉੱਤੇ ਤੇਲ ਨਹੀਂ ਪਾਉਣਾ ਚਾਹੁੰਦਾ। ਮੇਰੇ ਵਿੱਚ ਵੇਖਣ ਦੀ ਤਾਕਤ ਨਹੀਂ ਸੀ। ਮੈਂ ਦਿਲ ਕਰੜਾ ਕਰਕੇ ਉਸੇ ਸਰੀਰ ਨੂੰ ਟੋਇਆ। ਥਾਣੇਦਾਰ ਤੇ 2-3 ਸਿਪਾਹੀ ਮੌਜੂਦ ਸਨ। ਪਹਿਲਾਂ ਕਿੰਨਾ ਚਿਰ ਤਾਂ ਸਭ ਨੇ ਇਹੋ ਸਮਝਿਆ ਕਿ ਉਹ ਮਰ ਚੁੱਕਾ ਹੈ, ਪਰ ਕੁਝ ਚਿਰ ਬਾਅਦ ਉਸਦੇ ਸਰੀਰ ਵਿੱਚ ਹਿਲਜੁਲ ਹੋਈ। ਮੈਂ ਉਸਨੂੰ ਕਈ ਆਵਾਜ਼ਾਂ ਦਿੱਤੀਆਂ। ਉਸਨੇ ਨਜ਼ਰ ਭਰ ਕੇ ਮੇਰੇ ਵੱਲ ਤੱਕਿਆ ਤੇ ਹੌਲੀ ਜਿਹੀ ਕਿਹਾ, ਸਰਦਾਰ ਜੀ। ਮੈਂ ਹਾਂ ਜੀ ਕਹਿ ਕੇ ਉਸਨੂੰ ਹੋਰ ਪੁੱਛਣ ਲੱਗਾ ਸਾਂ ਕਿ ਥਾਣੇਦਾਰ ਇਸ ਮੌਕੇ ਨੂੰ ਗਨੀਮਤ ਸਮਝ ਕੇ ਬਿਆਨ ਲੈਣ ਲਈ ਉਸ ਉੱਤੇ ਸਵਾਲ ਕਰਨ ਲੱਗਾ। ਬਾਬਾ ਰਤੀ ਮਾਸਾ ਹੋਸ਼ ਵਿੱਚ ਮਾਲੂਮ ਹੁੰਦਾ ਸੀ। ਥਾਣੇਦਾਰ ਨੇ ਪੁੱਛਿਆ, ਬਾਬਾ? ਉਸਨੇ ਸਿਰ ਹਿਲਾਇਆ। ਥਾਣੇਦਾਰ ਨੇ ਪੁੱਛਿਆ, ਅੱਗ ਕਿਹਨੇ ਲਾਈ ਸੀ? ਬਾਬੇ ਨੇ ਇਸ ਦੇ ਉੱਤਰ ਵਿੱਚ ਸਿਰਫ ਇੱਕ ਵਾਰੀ ਅਸਮਾਨ ਵੱਲ ਤੱਕਿਆ, ਜਿਸ ਤੋਂ ਜਾਪਦਾ ਸੀ, ਪਵਿੱਤਰ ਆਤਮਾ ਬਾਬਾ ਆਪਣੇ ਖੂਨੀ ਨੂੰ ਨਸ਼ਰ ਨਹੀਂ ਸੀ ਕਰਨਾ ਚਾਹੁੰਦਾ ਤੇ ਇਸ ਘਟਨਾ ਨੂੰ ਰੱਬ ਦਾ ਭਾਣਾ ਸਮਝ ਕੇ ਸੰਤੋਖ ਪ੍ਰਗਟ ਕਰ ਰਿਹਾ ਸੀ। ਇਸ ਤੋਂ ਬਾਅਦ ਥਾਣੇਦਾਰ ਦੀ ਕਿਸੇ ਗੱਲ ਦਾ ਉਸਨੇ ਕੋਈ ਉੱਤਰ ਨਾ ਦਿੱਤਾ। ਉਸ ਵਿੱਚ ਹੁਣ ਇਸ਼ਾਰਾ ਕਰਨ ਦੀ ਵੀ ਤਾਕਤ ਨਹੀਂ ਸੀ। ਉਸ ਆਸ-ਪਾਸ ਲੱਗੀ ਭੀੜ ਵੱਲ ਇੱਕ ਨਜ਼ਰ ਭਰ ਕੇ ਤੱਕਿਆ ਤੇ ਮੇਰੇ ਉੱਤੇ ਆ ਕੇ ਉਸਦੀ ਨਜ਼ਰ ਠਹਿਰ ਗਈ। ਮੈਂ ਅਗਾਂਹ ਸਿਰ ਝੁਕਾ ਕੇ ਕਿਹਾ, ਕਿਉਂ ਬਾਬਾ ਜੀ, ਕੁਝ ਕਹਿਣਾ ਜੇ? ਉਹ ਕੁਝ ਨਾ ਬੋਲ ਸਕਿਆ।
ਤੇ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ। ਫਿਰ ਮਾਲੂਮ ਹੋਇਆ ਜੀਕਣ ਕੁਝ ਬੋਲਣਾ ਚਾਹੁੰਦਾ ਹੈ, ਪਰ ਬੋਲ ਨਹੀਂ ਸਕਦਾ। ਕਈ ਵਾਰ ਉਸ ਦੇ ਬੁੱਲ੍ਹ ਫਰਕੇ, ਪਰ ਮੈਂ ਉਸ ਦਾ ਕੁਝ ਵੀ ਮਤਲਬ ਨਾ ਸਮਝ ਸਕਿਆ। ਫਿਰ ਉਸ ਦੇ ਨੇੜੇ ਹੋਣ ਦਾ ਇਸ਼ਾਰਾ ਕੀਤਾ। ਮੈਂ ਜਦ ਕੰਨ ਬਿਲਕੁਲ ਉਸ ਦੇ ਬੁੱਲ੍ਹਾਂ ਨਾਲ ਜੋੜ ਦਿੱਤਾ ਤਾਂ ਮੈਨੂੰ ਬੜਾ ਯਤਨ ਕਰਨ ਤੇ ਇਹੋ ਸਮਝ ਪਈ, ਸ ਸ ਸੁੰਦਰੀ। ਮੈਂ ਪੁੱਛਿਆ, ਬਾਬਾ ਜੀ ਸੁੰਦਰੀ ਨੂੰ ਮਿਲਣਾ ਜੇ? ਉਸ ਨੇ ਹੱਥ ਨੂੰ ਹੌਲੀ-ਹੌਲੀ ਇਸ ਤਰ੍ਹਾਂ ਘੁਮਾਇਆ ਜੀਕਣ ਕੋਈ ਡੋਰੂ ਵਜਾਉਣ ਵਾਲਾ ਘੁਮਾਉਂਦਾ ਹੈ। ਮੈਂ ਇਸ ਦਾ ਮਤਲਬ ਸਮਝ ਗਿਆ। ਉਹ ਕਹਿ ਰਿਹਾ ਸੀ, ਹੁਣ ਖੇਡ ਖਤਮ ਹੋ ਗਈ, ਸੁੰਦਰੀ ਨੂੰ ਮੈਂ ਨਹੀਂ ਮਿਲ ਸਕਦਾ। ਫਿਰ ਮੈਂ ਪੁੱਛਿਆ, ਸੁੰਦਰੀ ਨੂੰ ਕੁਝ ਕਹਿਣਾ ਜੇ? ਉਸ ਨੇ ਕੋਈ ਉੱਤਰ ਨਾ ਦਿੱਤਾ, ਪਰ ਢਲਕਦੀਆਂ ਅੱਖਾਂ ਉਸ ਦੀਆਂ ਮੇਰੇ ਚਿਹਰੇ ਨੂੰ ਇੱਕ ਟਿਕ ਵੇਖ ਰਹੀਆਂ ਸਨ, ਜਿਵੇਂ ਮੈਥੋਂ ਕਿਸੇ ਗੱਲ ਦਾ ਉੱਤਰ ਮੰਗਣਾ ਚਾਹੁੰਦਾ ਸੀ। ਮੈਂ ਉਸ ਦਾ ਭਾਵ ਸਮਝ ਕੇ ਬੋਲਿਆ, ਬਾਬਾ ਜੀ ਸੁੰਦਰੀ ਦਾ ਫਿਕਰ ਨਾ ਕਰੋ, ਮੈਂ ਉਸ ਨਾਲ ਵਿਆਹ ਕਰਾਵਾਂਗਾ। ਇਹ ਗੱਲ ਮੇਰੇ ਕਹਿਣ ਦੀ ਢਿੱਲ ਸੀ ਕਿ ਉਸ ਦੀਆਂ ਅੱਖਾਂ ਵਿੱਚ ਚਮਕ ਪੈਦਾ ਹੋਈ ਤੇ ਬੁੱਲ੍ਹਾਂ ਤੇ ਨਿੰਮੀ ਜਿਹੀ ਮੁਸਕਰਾਹਟ। ਫਿਰ ਉਸਨੇ ਸ਼ਾਇਦ ਮੇਰਾ ਧੰਨਵਾਦ ਕਰਨ ਲਈ ਦੋਹਾਂ ਹੱਥਾਂ ਨੂੰ ਇਸ ਤਰ੍ਹਾਂ ਹਿਲਾਇਆ ਜਿਵੇਂ ਜੋੜਨਾ ਚਾਹੁੰਦਾ ਸੀ। ਹੌਲੀ-ਹੌਲੀ ਉਹ ਆਪਣੇ ਹੱਥਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਜਾਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਅਜੇ ਕੋਈ ਚੱਪੇ ਕੁ ਦੀ ਵਿੱਥ ਸੀ ਜਦ ਉਸ ਦੀਆਂ ਦੋਵੇਂ ਬਾਹਾਂ ਨਿਸੱਤੀਆਂ ਹੋ ਕੇ ਉਸ ਦੀ ਛਾਤੀ ਤੇ ਡਿੱਗ ਪਈਆਂ ਤੇ ਉਸ ਦੀ ਗਿੱਚੀ ਮੋਢੇ ਵੱਲ ਨੂੰ ਲੁੜਕ ਗਈ। ਜਾਣੀਦਾ ਮੇਰੇ ਮੂੰਹੋਂ ਇਹੋ ਗੱਲ ਸੁਣਨ ਲਈ ਉਸਦੇ ਪ੍ਰਾਣ ਅਟਕੇ ਹੋਏ ਸਨ। ਆਹ ਸੁੰਦਰੀ ਜੀ, ਉਹ ਸਦਾ ਦੀ ਨੀਂਦਰ ਸੌਂ ਗਿਆ। ਪੁਲਿਸ ਨੇ ਸ਼ੱਕ ਵਿੱਚ ਪਾਲਾ ਸਿੰਘ ਤੇ ਉਸਦੇ 4 ਸਾਥੀਆਂ ਸਵਾਇਆ ਸਿੰਘ ਤੇ ਵੀਰ ਸਿੰਘ ਨੂੰ ਉਹਨਾਂ ਦੇ ਘਰੋਂ ਜਾ ਕੇ ਗ੍ਰਿਫਤਾਰ ਕਰ ਲਿਆ। ਉਫ਼, ਕਿਤਨੀ ਡਰਾਉਣੀ ਘਟਨਾ ਸੀ। ਅਜੇ ਤੱਕ ਉਸਦੀ ਸ਼ਕਲ ਮੇਰੀਆਂ ਅੱਖਾਂ ਅੱਗੇ ਹੈ। ਮੇਰੀ ਮਾਂ ਜੀ ਨੇ ਜਦ ਦੀ ਇਹ ਗੱਲ ਸੁਣੀ ਹੈ, ਉਹਨਾਂ ਦੇ ਅੱਥਰੂ ਨਹੀਂ ਸੁੱਕੇ। ਮਾਲੂਮ ਹੁੰਦਾ ਹੈ ਉਹਨਾਂ ਦੇ ਦਿਲ ਨੇ ਬੜਾ ਪਲਟਾ ਖਾਧਾ ਹੈ। ਸੁੰਦਰੀ ਜੀ ਭਾਣਾ ਮਿੱਟ ਹੈ। ਸਾਨੂੰ ਕਿਸੇ ਪਾਸੋਂ ਬਦਲਾ ਲੈਣ ਦਾ ਖਿਆਲ ਕਦੇ ਦਿਲ ਵਿੱਚ ਨਹੀਂ ਲਿਆਉਣਾ ਚਾਹੀਦਾ। ਬਦਲਾ ਦੇਣਾ ਕਰਤਾ ਦੇ ਹੱਥ ਹੈ। ਸੰਸਾਰ ਦੀ ਕੋਈ ਤਾਕਤ ਸਾਨੂੰ ਆਪਣੇ ਅਸੂਲਾਂ ਤੋਂ ਡੇਗ ਨਾ ਸਕੇ। ਸਾਡੀ ਬਹਾਦਰੀ ਇਸੇ ਵਿੱਚ ਹੈ। ਅੱਜ ਦੀ ਚਿੱਠੀ ਪੜ੍ਹ ਕੇ ਤੁਹਾਡੇ ਦਿਲ ਦੀ ਹਾਲਤ ਕੀ ਹੋਵੇਗੀ ਇਸ ਨੂੰ ਮੈਂ ਸਮਝ ਰਿਹਾ ਹਾਂ। ਇਸੇ ਕਰਕੇ ਹੋਰ ਕੁਝ ਨਹੀਂ ਲਿਖਦਾ। ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਦਿਲ ਨੂੰ ਬਹੁਤਾ ਦੁਖੀ ਨਾ ਕਰਨਾ, ਸਗੋਂ ਹੌਸਲੇ ਦੇ ਸਾਬਤ ਕਦਮੀ ਨਾਲ ਇਸ ਘਟਨਾ ਦਾ ਟਾਕਰਾ ਕਰਨਾ। ਹੁਣੇ ਹੀ ਚਿੱਠੀ ਲਿਖਦਿਆਂ ਖਬਰ ਮਿਲੀ ਹੈ ਕਿ ਪਾਲਾ ਸਿੰਘ ਤੇ ਉਸਦੇ ਸਾਥੀਆਂ ਨੂੰ ਪੁਲਿਸ ਨੇ ਮਾਲੂਮੀ ਜ਼ਮਾਨਤਾਂ ਲੈ ਕੇ ਛੱਡ ਦਿੱਤਾ ਹੈ। ਇਸ ਦਾ ਕਾਰਨ ਇੱਕ ਤਾਂ ਮਾਇਆ ਦਾ ਚਮਤਕਾਰ ਤੇ ਦੂਜਾ ਪਿੰਡ ਦੇ ਲੋਕਾਂ ਦੀ ਉਦਾਰਤਾ ਦੱਸੀ ਜਾਂਦੀ ਹੈ, ਜਿਹੜੇ ਉਹਨਾਂ ਨੂੰ ਬਚਾਉਣ ਲਈ ਸਿਰੋਂ ਪਰੇ ਕੋਸ਼ਿਸ਼ ਕਰ ਰਹੇ ਸਨ। ਮੈਨੂੰ ਅੱਗੇ ਦੀ ਇਹੋ ਉਮੀਦ ਸੀ। ਤੁਹਾਡਾ ਬਚਨ ਸਿੰਘ। 9ਵੀਂ ਚਿੱਠੀ। ਕੰਨਿਆ ਆਸ਼ਰਮ, ਲਾਹੌਰ। ਪ੍ਰਾਨਨਾਥ। ਚਿੱਠੀ ਪਹੁੰਚੀ। ਬਾਬੇ ਦੀ ਮੌਤ ਦੀ ਖਬਰ ਨੇ ਮੇਰੇ ਦਿਲ ਵਿੱਚ ਜੋ ਹਲਚਲ ਮਚਾਈ ਹੈ, ਇਸ ਦਾ ਮੈਂ ਕੀ ਵਰਣਨ ਕਰਾਂ। ਸਭ ਨਾਲੋਂ ਵੱਡਾ ਅਰਮਾਨ ਇਹ ਹੈ ਕਿ ਉਸ ਨਾਲ ਅੰਤਮ ਮੁਲਾਕਾਤ ਵੀ ਨਾ ਹੋ ਸਕੀ। ਉਹ ਪਿਆਰ ਭਰਿਆ ਹੱਥ ਮੇਰੀ ਪਿੱਠ ਤੇ ਫੇਰਦਾ ਤੇ ਮੈਂ ਆਪਣੇ ਪਿਤਰੀ ਪੰਘੂੜੇ ਨਾਲ ਇੱਕ ਅਖੀਰੀ ਝੂਟਾ ਲੈ ਲੈਂਦੀ, ਪਰ ਭਾਗਾਂ ਵਿੱਚ ਨਹੀਂ ਸੀ ਲਿਖਿਆ। ਦਿਲ ਰੋ ਰਿਹਾ ਹੈ। 1000 ਯਤਨ ਕਰਕੇ ਵੀ ਦਿਲ ਨੂੰ ਖਲੋਤ ਨਹੀਂ ਹੁੰਦੀ। ਘੜੀ ਮੁੜੀ ਅੰਦਰੋਂ ਕੋਈ ਉਬਾਲ ਉੱਠਦਾ ਹੈ ਤੇ ਦਿਲ ਨੂੰ ਚੀਰਦਾ ਹੋਇਆ ਅੰਦਰੇ ਗੁੰਮ ਹੋ ਜਾਂਦਾ ਹੈ। ਪਰ ਜਦ ਤੁਹਾਡਾ ਖਿਆਲ ਆਉਂਦਾ ਹੈ ਤਾਂ ਮੈਨੂੰ ਡਿੱਗਦੀ ਨੂੰ ਠੁੰਮਣੇ ਦਾ ਸਹਾਰਾ ਮਿਲ ਜਾਂਦਾ ਹੈ। ਇੱਕ ਮੋਏ ਮਾਰੇ ਗਰੀਬ ਨੂੰ, ਜਿਸ ਦਾ ਕਿਸੇ ਨਾਲ ਵੰਡ ਵਿਹਾਰ ਨਹੀਂ ਸੀ, ਜਿਹੜਾ ਗਲੀਆਂ ਦੇ ਕੱਖਾਂ ਨੂੰ ਵੀ ਦੁਖਾਨੋਂ ਡਰਦਾ ਸੀ, ਜ਼ਾਲਮਾਂ ਨੇ ਜੀਣ ਨਾ ਦਿੱਤਾ। ਉਸ ਨੂੰ ਮਾਰਨ ਵਾਲੇ ਖੂਨੀਆਂ ਨੂੰ ਡੰਨ ਦੀਵਾਨ ਦੀ ਥਾਂ ਸਗੋਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਲੋਕੀ ਉਹਨਾਂ ਨੂੰ ਇਸ ਕਰਕੇ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਉਹਨਾਂ ਦੇ ਸਮਾਜ ਵਿੱਚ ਜ਼ਾਲਮਾਂ ਤੇ ਖੂਨੀਆਂ ਦੀ ਥੁੜ ਨਾ ਹੋ ਜਾਵੇ। ਮੇਰੇ ਮਾਲਕਾ, ਤੁਸੀਂ ਇਸ ਭਾਈਚਾਰੇ ਦੇ ਸੁਧਾਰ ਲਈ ਤਰਲੋ ਮੱਛੀ ਹੋ ਰਹੇ ਹੋ ਤੇ ਇਸ ਨੂੰ ਸੁਧਾਰਨ ਦੀਆਂ ਉਮੀਦਾਂ ਬੰਨੀ ਬੈਠੇ ਹੋ। ਕੀ ਤੁਸੀਂ ਇਤਨਾ ਕੁਝ ਦੇਖ ਚੁੱਕਣ ਤੋਂ ਬਾਅਦ ਵੀ ਇਹ ਸਿੱਟਾ ਨਹੀਂ ਕੱਢ ਸਕੇ ਕਿ ਜਿਨ੍ਹਾਂ ਦੇ ਦਿਲ ਗੁਨਾਹ ਨਾਲ ਝੁਲਸੇ ਪਏ ਨੇ, ਉਹਨਾਂ ਦਾ ਕੋਈ ਇਲਾਜ ਨਹੀਂ? ਕੀ ਤੁਸੀਂ ਉਹਨਾਂ ਲੋਕਾਂ ਨੂੰ ਸੁਧਾਰਨ ਦੀਆਂ ਖਾਬਾਂ ਲੈ ਰਹੇ ਹੋ ਜਿਨ੍ਹਾਂ ਦੇ ਦਿਲ ਕੀਨੇ ਦੀ ਅੱਗ ਨਾਲ ਸੜੇ ਪਏ ਹਨ, ਜਿਨ੍ਹਾਂ ਦੇ ਦਿਮਾਗ ਹੰਕਾਰ ਨਾਲ ਝੁਲਸੇ ਪਏ ਹਨ ਤੇ ਜਿਨ੍ਹਾਂ ਦੇ ਡੋਲੇ ਚਿੱਟੇ ਲਹੂ ਨਾਲ ਮੁਰਦਾ ਹੋਏ ਪਏ ਹਨ? ਕੀ ਤੁਸੀਂ ਉਸ ਪਥਰੀਲੀ ਧਰਤੀ ਵਿੱਚ ਸੁਧਾਰ ਦਾ ਬੀਅ ਬੋਜਣ ਤੇ ਫਿਰ ਉਸ ਦੇ ਉੱਗਣ ਦੀ ਆਸ ਰੱਖਦੇ ਹੋ? ਨਹੀਂ, ਮੇਰੇ ਸਿਰ ਦੇ ਸਾਈਂ, ਇਸ ਖਿਆਲ ਨੂੰ ਦਿਲੋਂ ਕੱਢ ਛੱਡੋ।
ਜਿਸ ਪਹਾੜ ਨੂੰ ਤੁਸੀਂ ਆਪਣੇ ਮੱਥੇ ਦੀਆਂ ਟੱਕਰਾਂ ਨਾਲ ਜੋੜਨਾ ਚਾਹੁੰਦੇ ਹੋ, ਉਹ ਇਸ ਤਰ੍ਹਾਂ ਕਦੇ ਨਹੀਂ ਟੁੱਟੇਗਾ, ਸਗੋਂ ਉਲਟਾ ਤੁਸੀਂ ਹੀ ਆਪਣਾ ਆਪ ਗਵਾਓਗੇ। ਇਸ ਪਹਾੜ ਨੂੰ ਤੋੜਨ ਦਾ ਇਲਾਜ ਇਹੋ ਹੈ ਕਿ ਇਸ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਜਾਣ ਅਥਵਾ ਉਹਨਾਂ ਲੋਕਾਂ ਦੇ ਸਰੀਰ ਵਿੱਚੋਂ ਚਿੱਟੇ ਲਹੂ ਨੂੰ ਕੱਢ ਕੇ ਜਦ ਤੱਕ ਧਰਤੀ ਤੇ ਨਾ ਡੋਲ ਦਿੱਤਾ ਜਾਵੇਗਾ ਤੇ ਜਦ ਤੱਕ ਅਜਿਹੇ ਚਿੱਟੇ ਲਹੂ ਦੀ ਇੱਕ ਬੂੰਦ ਵੀ ਬਾਕੀ ਰਹਿਣ ਦਿੱਤੀ ਜਾਵੇਗੀ, ਤਦ ਤੱਕ ਆਉਣ ਵਾਲੀਆਂ ਨਸਲਾਂ ਉੱਤੇ ਇਸ ਦਾ ਅਸਰ ਹੋਣੋਂ ਨਹੀਂ ਰੁਕੇਗਾ। ਮੈਂ ਗੁੱਸੇ ਵਿੱਚ ਅਰਲ-ਬਰਲ ਲਿਖੀ ਜਾ ਰਹੀ ਹਾਂ। ਪ੍ਰੀਤਮ, ਮੇਰੀ ਭੁੱਲ ਖਿਮਾ ਕਰਨੀ। ਇਸ ਵੇਲੇ ਮੇਰਾ ਦਿਮਾਗ ਟਿਕਾਣੇ ਨਹੀਂ। ਭਾਵੇਂ ਇਸ ਵਿੱਚ ਮੇਰੇ ਦਿਲੀ ਭਾਵਾਂ ਦਾ ਰੰਗ ਤੁਹਾਨੂੰ ਭਾਸੇਗਾ, ਪਰ ਇਹ ਮੇਰੀ ਥੋੜ੍ਹੀ ਅਕਲ ਦੇ ਕਾਰਨ ਹੈ। ਇਸ ਕਰਕੇ ਮੈਂ ਆਪਣੇ ਇਹਨਾਂ ਬਥੇਵੇਂ ਖਿਆਲਾਂ ਨੂੰ ਹਰ ਵੇਲੇ ਦਿਲੋਂ ਕੱਢਣ ਦਾ ਯਤਨ ਕਰਦੀ ਰਹਿੰਦੀ ਹਾਂ। ਸ਼ਾਇਦ ਨਾ ਹੀ ਕਰਦੀ ਤੇ ਕਿਸੇ ਹੱਦ ਤੱਕ ਇਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਵੀ ਯਤਨ ਕਰਦੀ। ਪਰ ਤੁਸੀਂ ਹੋ ਜਿਨ੍ਹਾਂ ਦੇ ਸਾਹਮਣੇ ਮੈਨੂੰ ਹਰ ਇੱਕ ਵਖੇਵੇਂ ਵਾਲਾ ਖਿਆਲ ਆਪਣੇ ਦਿਲ ਚੋਂ ਕੱਢ ਛੱਡਣ ਦਾ ਅਥਵਾ ਨੱਪ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਮੇਰੀ ਦਿਲੋਂ ਖੁਆਇਸ਼ ਹੈ ਕਿ ਵਾਹਿਗੁਰੂ ਤੁਹਾਡੇ ਹੀ ਖਿਆਲਾਂ ਨੂੰ ਸਫਲ ਕਰੇ ਤੇ ਮੈਨੂੰ ਵੀ ਅਜਿਹਾ ਹੀ ਬਲ ਦੇਵੇ ਕਿ ਮੇਰੇ ਦਿਲ ਵਿੱਚ ਜੇ ਕੋਈ ਅਜਿਹਾ ਹਿੰਸਕ ਖਿਆਲ ਹੈ ਵੀ ਤਾਂ ਮੈਂ ਸੱਪ ਵਾਂਗ ਉਸ ਦੀ ਸਿਰੀ ਮਿੱਧ ਕੇ ਆਪਣੇ ਆਪ ਉਸ ਤੋਂ ਛੁਡਾਉਂਦੀ ਹੋਈ ਤੁਹਾਡੇ ਹੀ ਅਸੂਲਾਂ ਤੇ ਚੱਲਣ ਦਾ ਯਤਨ ਕਰਾਂ। ਮੇਰੇ ਸਿਰਤਾਜ, ਮੈਨੂੰ ਆਪਣੇ ਇਸ ਚੰਚਲ ਮਨ ਉੱਤੇ ਭਰੋਸਾ ਨਹੀਂ ਰਿਹਾ। ਇਹ ਮੈਨੂੰ ਗੁੰਮਰਾਹੀ ਵੱਲ ਲੈ ਜਾਣ ਦਾ ਯਤਨ ਕਰਦਾ ਹੈ ਤੇ ਬਦਲੇ ਦੀ ਅੱਗ ਕਿਸੇ ਵੇਲੇ ਮੇਰੇ ਦਿਲ ਵਿੱਚ ਇਤਨੀ ਭੜਕ ਉੱਠਦੀ ਹੈ ਕਿ ਮੈਂ ਆਪਣੇ ਆਪ ਤੋਂ ਬਾਹਰ ਹੋ ਜਾਂਦੀ ਹਾਂ। ਸੋ ਹੁਣ ਮੇਰੀ ਤੁਹਾਡੇ ਪਾਸ ਇਹੋ ਬੇਨਤੀ ਹੈ ਕਿ ਮੈਨੂੰ ਆਪਣੇ ਹੁਕਮ ਵਿੱਚ ਚਲਾਓ ਤੇ ਆਪਣੇ ਹੀ ਸਾਏ ਹੇਠ ਰੱਖੋ। ਅੱਜ ਦਿਲ ਬਹੁਤ ਖਰਾਬ ਹੈ, ਹੋਰ ਕੁਝ ਨਹੀਂ ਲਿਖਦੀ। ਜੋ ਕੁਝ ਲਿਖਿਆ ਹੈ ਇਹ ਵੀ ਭੇਜਣਾ ਨਹੀਂ ਸਾਂ ਚਾਹੁੰਦੀ, ਪਰ ਭੇਜ ਰਹੀ ਹਾਂ। ਮੈਨੂੰ ਪਤਾ ਹੈ ਕਿ ਤੁਹਾਡਾ ਦਿਲ ਕਿੱਡਾ ਚੌੜਾ ਹੈ, ਗੰਭੀਰਤਾ ਕਿਤਨੀ ਤੁਹਾਡੇ ਵਿੱਚ ਘੁੱਟ-ਘੁੱਟ ਕੇ ਭਰੀ ਹੋਈ ਹੈ। ਤੁਸੀਂ ਮੇਰੀ ਹਰ ਇੱਕ ਭੁੱਲ ਨੂੰ ਖਿਮਾ ਕਰ ਸਕਦੇ ਹੋ। ਮੈਨੂੰ ਆ ਕੇ ਲੈ ਜਾਓ। ਮੈਂ ਆਪਣੇ ਧਰਮ ਪਿਤਾ ਦੀ ਸੜੀ ਹੋਈ ਕੁੱਲੀ ਵੇਖਣ ਲਈ ਵਿਆਕੁਲ ਹਾਂ। ਨਾਲੇ ਮੇਰੀ ਪੜ੍ਹਾਈ ਵੀ ਲਗਭਗ ਖਤਮ ਹੋ ਚੁੱਕੀ ਹੈ। ਤੁਹਾਡੀ ਸੁੰਦਰੀ। 10ਵੀਂ ਚਿੱਠੀ। ਦੀਵਾਨਪੁਰ। ਸੁੰਦਰੀ ਜੀ, ਇਤਨੀ ਬੇਕਰਾਰੀ, ਇਤਨਾ ਗੁੱਸਾ, ਪਰ ਫਿਰ ਵੀ ਤੁਹਾਡੀ ਲਿਖਤ ਕਿਤਨੀ ਯੁਕਤੀਪੂਰਨ ਹੈ। ਇਸ ਦੇ ਸਾਹਮਣੇ ਮੈਂ ਸਭ ਕੁਝ ਭੁੱਲ ਜਾਂਦਾ ਹਾਂ। ਪਰ ਮੇਰੀ ਭੋਲੀ ਸੁੰਦਰੀ ਜੀ, ਜਿਹੜੀ ਮਿਸਾਲ ਤੁਸੀਂ ਪਹਾੜ ਦੀ ਦਿੱਤੀ ਹੈ, ਇਹ ਪੜ੍ਹ ਕੇ ਮੈਨੂੰ ਹਾਸਾ ਆ ਰਿਹਾ ਹੈ। ਇਸ ਵਿੱਚ ਤੁਸੀਂ ਆਪ ਹੀ ਫਸ ਗਏ ਹੋ। ਜਦ ਤੁਸੀਂ ਲਿਖਦੇ ਹੋ ਕਿ ਇਹ ਮੱਥਾ ਮਾਰਨ ਨਾਲ ਨਹੀਂ ਟੁੱਟੇਗਾ, ਜੜ੍ਹਾਂ ਕੱਟਣ ਨਾਲ ਨਹੀਂ ਟੁੱਟੇਗਾ, ਤੇ ਇਸ ਸੰਬੰਧੀ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਹੀ ਤਾਂ ਠੀਕ ਮੱਥਾ ਮਾਰਨ ਵਾਲੀ ਗੱਲ ਹੈ। ਅਰਥਾਤ ਸਮਾਜ ਪਾਸੋਂ ਖੂਨ ਦਾ ਬਦਲਾ ਖੂਨ ਨਾਲ ਲੈ ਕੇ ਹੀ ਉਸ ਦੇ ਸੁਧਾਰ ਦੀ ਆਸ ਰੱਖਣੀ। ਇਹ ਤਾਂ ਸੱਚਮੁੱਚ ਪਹਾੜ ਨੂੰ ਟੱਕਰਾਂ ਮਾਰਨ ਦੇ ਹੀ ਤੁੱਲ ਹੈ। ਇਸ ਤੋਂ ਉਲਟ ਅਮਲੀ ਪ੍ਰਚਾਰ ਤੇ ਉੱਚੇ ਵਿਚਾਰਾਂ ਦੁਆਰਾ ਉਸ ਉੱਤੇ ਪ੍ਰਭਾਵ ਪਾਉਣਾ, ਇਹ ਹੈ ਉਸ ਪਹਾੜ ਦੀਆਂ ਜੜ੍ਹਾਂ ਨੂੰ ਖੋਖਲਾ ਕਰਨਾ। ਪਰ ਇਸ ਦੇ ਨਾਲ ਹੀ ਤੁਹਾਡੀ ਉਦਾਰਤਾ ਦਾ ਮੈਂ ਰਿਣੀ ਹਾਂ। ਤੁਸੀਂ ਆਪਣੇ ਖਿਆਲਾਂ ਦੀ ਪੁਸ਼ਟੀ ਕਰਦੇ ਹੋਏ ਵੀ ਮੇਰੇ ਮਗਰ ਲੱਗਣ ਦਾ ਵਿਚਾਰ ਰੱਖਦੇ ਹੋ। ਮੈਨੂੰ ਆਸ ਹੈ ਕਿ ਜਦ ਤੁਸੀਂ ਮੇਰੇ ਇਸ ਪਦ ਤੋਂ ਪੰਧਾਊ ਬਣੋਗੇ ਤਾਂ ਤੁਹਾਨੂੰ ਆਪਣੇ ਇਹ ਅੱਜ ਵਾਲੇ ਖਿਆਲ ਇਤਨੇ ਹੀ ਗਲਤ ਮਾਲੂਮ ਹੋਣਗੇ ਜਿੰਨੇ ਕਿ ਦਿਨ ਨੂੰ ਰਾਤ ਕਹਿਣਾ। ਇਹ ਮੈਂ ਵੇਖ ਰਿਹਾ ਹਾਂ ਕਿ ਸਾਡੇ ਸਮਾਜ ਦਾ ਲਹੂ ਸੱਚਮੁੱਚ ਦਿਨੋਂ ਦਿਨੀ ਚਿੱਟਾ ਹੁੰਦਾ ਜਾ ਰਿਹਾ ਹੈ। ਪਰ ਇਸ ਦਾ ਸੁਧਾਰ ਕਰਨ ਲਈ ਜਿਹੜਾ ਇਲਾਜ ਤੁਸੀਂ ਵਰਤਣਾ ਚਾਹੁੰਦੇ ਹੋ ਉਹ ਉਤਨਾ ਹੀ ਭਿਆਨਕ ਹੈ ਜਿੰਨਾ ਕਿ ਹਲਕਾਈ ਕੁੱਤੇ ਦੇ ਵੱਢੇ ਹੋਏ ਨੂੰ ਕੋਈ ਨਹਾ ਕੇ ਰਾਜੀ ਕਰਨਾ ਚਾਹੇ। ਸੁੰਦਰੀ ਜੀ, ਸਾਨੂੰ ਪ੍ਰਚਾਰ ਦੇ ਟੀਕੇ ਨਾਲ ਅਜਿਹੇ ਚਿੱਟੇ ਲਹੂ ਵਾਲੇ ਰੋਗੀਆਂ ਦੇ ਅੰਦਰ ਉਹ ਦਵਾਈ ਭਰਨੀ ਹੋਵੇਗੀ ਜਿਸ ਨਾਲ ਲੋਕਾਂ ਦੇ ਲਹੂ ਵਿੱਚੋਂ ਚਿੱਟੇ ਪਰਮਾਣੂ ਖਾਰਜ ਹੁੰਦੇ ਜਾਣ ਤੇ ਉਸ ਦੀ ਥਾਂ ਲਾਲ ਪਰਮਾਣੂ ਪੈਦਾ ਹੋਣ। ਇਸ ਕੰਮ ਲਈ ਮੈਂ ਹਰ ਤਰ੍ਹਾਂ ਨਾਲ ਕਮਰ ਕੱਸੇ ਕਰ ਲਏ ਹਨ ਤੇ ਅਸੀਂ ਹੁਣ ਇਸ ਕੰਮ ਵਿੱਚ ਇੱਕ ਤੇ 2 ਯਾਰਾਂ ਹੋਵਾਂਗੇ। ਮੈਂ 4-5 ਦਿਨਾਂ ਤੱਕ ਤੁਹਾਨੂੰ ਲੈਣ ਆਵਾਂਗਾ। ਮਾਂ ਜੀ ਨੂੰ ਮੈਂ ਰਾਜੀ ਕਰ ਲਿਆ ਹੈ। ਉਹ ਮੇਰੇ ਕੰਮ ਵਿੱਚ ਕੋਈ ਰੋਕ ਨਹੀਂ ਪਾਉਣਗੇ, ਨਾ ਹੀ ਤੁਹਾਡੇ ਨਾਲ ਕੰਮ ਕਰਨ ਤੇ ਉਹਨਾਂ ਨੂੰ ਕੋਈ ਇਤਰਾਜ਼ ਹੋਵੇਗਾ। ਪਰ ਇਸ ਦੇ ਬਦਲੇ ਉਹਨਾਂ ਦੀ ਇੱਕ ਸ਼ਰਤ ਮੈਂ ਅਵੱਸ਼ ਮੰਨਣੀ ਪਈ ਹੈ ਕਿ ਜਦ ਤੱਕ ਉਹ ਜਿਉਂਦੀ ਹੈ ਤਦ ਤੱਕ ਮੈਂ ਕਿਤੇ ਦੂਰ ਦਰਾਡੇ ਨਹੀਂ ਜਾ ਸਕਦਾ। ਸੋ ਮੈਨੂੰ ਆਸ ਹੈ ਤੁਸੀਂ ਵੀ ਆਪਣੇ ਆਪ ਨੂੰ ਹੁਣ ਤੋਂ ਹੀ ਤਿਆਰ ਕਰ ਲਵੋਗੇ। ਤੁਹਾਡਾ ਇਸ ਸੰਬੰਧੀ ਨਿਸ਼ਾਨਾ ਕੀ ਹੋਵੇਗਾ, ਇਹ ਤਾਂ ਦੋਵੇਂ ਇਕੱਠੇ ਹੋ ਕੇ ਫੈਸਲਾ ਕਰਾਂਗੇ। ਪਰ ਹਾਲੇ ਸਾਨੂੰ ਘਰ ਵਿੱਚ ਹੀ ਇੱਕ ਛੋਟਾ ਜਿਹਾ ਕੰਮ ਮਿਲ ਗਿਆ ਹੈ।
ਜਿਸ ਤੋਂ ਅਸੀਂ ਆਪਣੇ ਨਵੇਂ ਜੀਵਨ ਦਾ ਸ਼੍ਰੀ ਗ੍ਰਹਿਣ ਕਰਾਂਗੇ। ਥੋੜੇ ਦਿਨਾਂ ਨੂੰ ਸਾਡੇ ਪਿੰਡ ਦੇ ਸ਼ਾਹੂਕਾਰ ਲਾਲਾ ਰਲਾ ਰਾਮ ਦੀ ਲੜਕੀ ਦਾ ਵਿਆਹ ਹੈ। ਮੈਂ ਸੁਣਿਆ ਹੈ ਇਸ ਵਿਆਹ ਉੱਤੇ ਕੰਜਰੀਆਂ ਦਾ ਨਾਚ ਮੁਜਰਾ, ਭੰਡਾਂ ਦੀਆਂ ਖੇਡਾਂ, ਸ਼ਰਾਬ ਦੇ ਦੌਰ ਤੇ ਹੋਰ ਅਨੇਕਾਂ ਫਜ਼ੂਲ ਖਰਚੀਆਂ ਰਾਹੀਂ ਹਜ਼ਾਰਾਂ ਰੁਪਏ ਪਾਣੀ ਵਾਂਗ ਵਹਾਏ ਜਾਣਗੇ। ਸੁੰਦਰੀ ਜੀ, ਕਿੱਡੀ ਸ਼ਰਮ ਵਾਲੀ ਗੱਲ ਹੋਵੇਗੀ ਜਦ ਸਾਡੇ ਵੱਡੇ ਵਡੇਰੇ ਘੇਰਾ ਪਾ ਕੇ ਵੇਸਵਾ ਦਾ ਮੁਜਰਾ ਸੁਣ ਰਹੇ ਹੋਣਗੇ ਤੇ ਉਹਨਾਂ ਦੀਆਂ ਧੀਆਂ ਭੈਣਾਂ ਉੱਪਰੋਂ ਬਾਰੀਆਂ ਵਿੱਚ ਬੈਠ ਕੇ ਇਹ ਨਜ਼ਾਰਾ ਵੇਖ ਰਹੀਆਂ ਹੋਣਗੀਆਂ। ਕੀ ਉਹ ਚੱਪਣੀ ਵਿੱਚ ਨੱਕ ਡੋਬ ਕੇ ਮਰ ਨਹੀਂ ਜਾਣਗੇ? ਮੇਰਾ ਖਿਆਲ ਹੈ ਸ਼ਾਇਦ ਸਮਝਣ ਬੁਝਾਉਣ ਨਾਲ ਉਹ ਇਸ ਗੰਦੇ ਕੰਮ ਤੋਂ ਬਾਜ਼ ਆ ਜਾਣ। ਬਸ ਹੋਰ ਬਹੁਤਾ ਕੀ ਲਿਖਾਂ। ਅੱਜ ਤੋਂ 5ਵੇਂ ਦਿਨ ਤੁਹਾਡੇ ਕੋਲ ਹੀ ਹੋਵਾਂਗਾ। ਤੁਹਾਡਾ ਬਚਨ ਸਿੰਘ। ਇੱਕ ਗੱਲ ਹੋਰ, ਚਿੱਠੀ ਖਤਮ ਕਰ ਬੈਠਾ ਸਾਂ ਕਿ ਤੁਹਾਨੂੰ ਮੁਬਾਰਕਬਾਦ ਦੇਣ ਦਾ ਚੇਤਾ ਆਇਆ। ਤੁਹਾਡੇ ਨਾਂ ਹੇਠ ਪੰਜਾਬੀ ਰਸਾਲਿਆਂ ਵਿੱਚ ਅੱਜ ਕੱਲ੍ਹ ਉੱਪਰੋਂ ਥੱਲੀ ਕਹਾਣੀਆਂ ਛਪ ਰਹੀਆਂ ਹਨ। ਉਸ ਦਿਨ ਸ਼ਹਿਰ ਗਿਆ ਤਾਂ ਵੇਖ ਕੇ ਮੈਂ ਦੰਗ ਰਹਿ ਗਿਆ। ਇਹ ਤਾਂ ਤੁਸਾਂ ਕਮਾਲ ਕਰ ਦਿੱਤੀ। ਆਪਣੇ ਸਮਾਜ ਦੀ ਕਠੋਰਤਾ ਬਿਆਨ ਕਰਨ ਵਿੱਚ ਤੁਸਾਂ ਉੜਕ ਕਰ ਦਿੱਤੀ ਹੈ। ਮੇਰਾ ਦਿਲ ਕਹਿ ਰਿਹਾ ਹੈ ਕਿ ਕਿਸੇ ਦਿਨ ਮੇਰੀ ਸੁੰਦਰੀ ਬਹੁਤ ਉੱਚੇ ਦਰਜੇ ਦੀ ਕਲਾਕਾਰ ਹੋਵੇਗੀ। ਪਰ ਸੁੰਦਰੀ ਜੀ, ਜਿੱਥੇ ਤੁਹਾਡੀ ਲੇਖਣ ਸਫਲਤਾ ਲਈ ਡੂੰਘੇ ਦਿਲੋਂ ਵਧਾਈ ਦਿੰਦਾ ਹਾਂ, ਉੱਥੇ ਇੰਨੀ ਕੁ ਸਲਾਹ ਦੇਣ ਦੀ ਖੁੱਲ੍ਹ ਲੈਂਦਾ ਹਾਂ ਕਿ ਤੁਹਾਡੀ ਲਿਖਤ ਵਿੱਚ ਕੋਮਲਤਾ ਤੇ ਸਹਿਣਸ਼ੀਲਤਾ ਦੀ ਵਧੇਰੇ ਲੋੜ ਹੈ। ਮੰਨਿਆ ਕਿ ਸਮਾਜ ਦੇ ਹੱਥੋਂ ਸਤਾਈ ਹੋਈ ਇੱਕ ਦੁਖੀ ਆਤਮਾ ਦੀ ਕਲਮ 'ਚੋਂ ਇਹੋ ਕੁਝ ਨਿਕਲ ਸਕਦਾ ਹੈ, ਪਰ ਮੈਨੂੰ ਤੁਹਾਡੇ ਪਾਸੋਂ ਅਜਿਹੀ ਲਿਖਤ ਦੀ ਆਸ ਹੈ ਜਿਸ ਵਿੱਚ ਹਿੰਸਾ ਤੇ ਕਠੋਰਤਾ ਲਈ ਕੋਈ ਥਾਂ ਨਾ ਹੋਵੇ। ਲਹੂ ਨਾਲ ਲਹੂ ਨਹੀਂ ਧੋਤਾ ਜਾਂਦਾ। ਕਿ ਅੱਗੇ ਲਈ ਆਪਣੀ ਲਿਖਤ ਵਿੱਚ ਇੰਨੀ ਕੁ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੋਗੇ? ਧੰਨਵਾਦ। ਅੰਗ 13। ਸੁੰਦਰੀ ਨੇ ਦੀਵਾਨਪੁਰ ਆ ਕੇ ਸਭ ਤੋਂ ਪਹਿਲਾਂ ਆਪਣੇ ਧਰਮ ਪਿਤਾ ਦੀ ਸੜੀ ਹੋਈ ਯਾਦਗਾਰ ਨੂੰ ਨਮਸਕਾਰ ਕੀਤੀ ਤੇ ਉਸ ਥਾਂ ਦੀ ਧੂੜ ਮੱਥੇ ਨੂੰ ਲਾਈ। ਬੁਝੀਆਂ ਹੋਈਆਂ ਲੱਕੜਾਂ ਦੇ ਚੋਅ ਤੇ ਕੁਝ ਸੁਆਹ ਅਜੇ ਤੱਕ ਉੱਥੇ ਮੌਜੂਦ ਸੀ। ਸੁੰਦਰੀ ਦੇ ਭਾਣੇ ਇਹ ਸਧਾਰਨ ਸੁਆਹ ਨਹੀਂ ਸੀ। ਉਸਦੇ ਬੀਤ ਚੁੱਕੇ ਜੀਵਨ ਦੀ ਤਸਵੀਰ ਸੀ। ਹੋਸ਼ ਸੰਭਾਲਣ ਤੋਂ ਲੈ ਕੇ ਲਾਹੌਰ ਦੇ ਦਿਨ ਤੱਕ ਦੇ ਇੱਕ ਲੰਮੇ ਸਮੇਂ ਦਾ ਦ੍ਰਿਸ਼ ਉਸਦੇ ਸਾਹਮਣੇ ਸੀ। ਰੋਡੂ ਦੇ ਪਿਤਰੀ ਮੋਹ ਦੀ ਇੱਕ ਘੜੀ ਉਸਨੂੰ ਚੇਤੇ ਆਉਂਦੀ ਸੀ ਤੇ ਉਸਦੇ ਦਿਲ ਨੂੰ ਪਾਸ਼-ਪਾਸ਼ ਕਰ ਦਿੰਦੀ। ਉਹ ਕਿੰਨਾ ਹੀ ਚਿਰ ਉੱਥੇ ਬੁੱਤ ਬਣ ਕੇ ਬੈਠੀ ਹੰਝੂ ਕੇਰਦੀ ਰਹੀ ਤੇ ਫਿਰ ਬਚਨ ਸਿੰਘ ਦੀ ਘੜੀ ਮੁੜੀ ਕਹਿਣ ਤੇ ਉੱਥੋਂ ਉੱਠੀ। ਸੁੰਦਰੀ ਦੇ ਰਹਿਣ ਦਾ ਪ੍ਰਬੰਧ ਬਚਨ ਸਿੰਘ ਨੇ ਪਹਿਲਾਂ ਤੋਂ ਹੀ ਕਰ ਛੱਡਿਆ ਹੋਇਆ ਸੀ। ਉਸਨੂੰ ਆਪਣੇ ਘਰ ਲੈ ਜਾ ਕੇ ਉਹ ਮਾਂ ਦਾ ਦਿਲ ਦੁਖੀ ਨਹੀਂ ਸੀ ਕਰਨਾ ਚਾਹੁੰਦਾ। ਰਵਾਨੀ ਪਿੰਡ ਦੇ ਵਸਨੀਕਾਂ ਨੇ ਥੋੜੇ ਚਿਰ ਤੋਂ ਆਪਣੇ ਪਿੰਡ ਇੱਕ ਕੰਨਿਆ ਪਾਠਸ਼ਾਲਾ ਚਲਾਈ ਹੋਈ ਸੀ। ਉੱਥੋਂ ਦੇ ਕੁਝ ਬੰਦੇ ਬਚਨ ਸਿੰਘ ਦਾ ਚੰਗਾ ਆਦਰ ਕਰਦੇ ਸਨ। ਇਨ੍ਹਾਂ 5-4 ਆਦਮੀਆਂ ਦੀ ਹਿੰਮਤ ਨਾਲ ਚੰਗੀ ਜਾਗਰਤ ਪੈਦਾ ਹੋ ਗਈ ਸੀ, ਜਿਸ ਕਰਕੇ ਬਚਨ ਸਿੰਘ ਦੀ ਇੱਥੇ ਬੜੀ ਇੱਜ਼ਤ ਸੀ। ਆਪਣੇ ਪ੍ਰਚਾਰ ਦਾ ਕੇਂਦਰ ਬਣਾਉਣ ਲਈ ਬਚਨ ਸਿੰਘ ਨੇ ਇਸ ਥਾਂ ਨੂੰ ਪਸੰਦ ਕੀਤਾ ਸੀ। ਸੁੰਦਰੀ ਨੂੰ ਇਸ ਪਾਠਸ਼ਾਲਾ ਵਿੱਚ ਅਧਿਆਪਕਾ ਮੁਕਰਰ ਕੀਤਾ ਗਿਆ। ਉਹਨੂੰ ਇਸ ਮਨ ਭਾਉਂਦੇ ਟਿਕਾਣੇ ਪਹੁੰਚਾ ਕੇ ਬਚਨ ਸਿੰਘ ਦੀ ਬਹੁਤ ਸਾਰੀ ਚਿੰਤਾ ਦੂਰ ਹੋ ਗਈ। ਨਾਲੇ ਦੀਵਾਨਪੁਰੋਂ ਰਵਾਨੀ ਪਿੰਡ ਕੋਈ ਬਹੁਤਾ ਦੂਰ ਨਹੀਂ ਸੀ, ਕੇਵਲ ਪੌਣੇ ਕੁ ਮੀਲ ਦਾ ਪੰਧ ਸੀ। ਲਾਲਾ ਰਾਮ ਲਾਲ ਦੇ ਘਰ ਜੰਝ ਆਉਣ ਵਾਲੀ ਸੀ। ਉਸ ਸਮੇਂ ਮੱਚਣ ਵਾਲੇ ਉਪਦਰਵ ਨੂੰ ਰੋਕਣ ਲਈ ਬਚਨ ਸਿੰਘ ਕਿੰਨੇ ਹੀ ਦਿਨਾਂ ਤੋਂ ਦੌੜ ਭੱਜ ਕਰ ਰਿਹਾ ਸੀ, ਪਰ ਅਜੇ ਤੱਕ ਉਸਨੂੰ ਸਫਲਤਾ ਨਹੀਂ ਸੀ ਹੋਈ। ਸਾਰਾ ਪਿੰਡ ਇੱਕ ਤਾਂ ਉਂਝ ਹੀ ਬਚਨ ਸਿੰਘ ਦਾ ਵਿਰੋਧੀ ਸੀ, ਦੂਜੇ ਉਹ ਲੋਕ ਬੜੀ ਕਾਹਲੀ ਨਾਲ ਉਡੀਕ ਰਹੇ ਸਨ ਕਿ ਕਿਹੜਾ ਵੇਲਾ ਹੋਵੇ ਕਿ 2 ਘੜੀਆਂ ਆਨੰਦ ਮੇਲਾ ਕਰੀਏ। ਇਸ ਪਰ ਲਾਲਾ ਰਾਮ ਲਾਲ ਨੇ ਸਾਰੇ ਪਿੰਡ ਨੂੰ ਦਾਵਤ ਦਿੱਤੀ ਹੋਈ ਸੀ। ਪਿੰਡ ਦੇ ਲੋਕ ਜਿਉਂ-ਜਿਉਂ ਸੁਣਦੇ ਸਨ ਕਿ ਦਿੱਲੀ ਦੀ ਇੱਕ ਪ੍ਰਸਿੱਧ ਵੇਸ਼ਵਾ ਆਉਣ ਵਾਲੀ ਹੈ, ਉਹਨਾਂ ਨੂੰ ਲਾਲੀਆਂ ਚੜ੍ਹਦੀਆਂ ਜਾਂਦੀਆਂ ਸਨ ਤੇ ਘੜੀਆਂ ਪਲ ਗਿਣ ਕੇ ਸਮਾਂ ਬਿਤਾ ਰਹੇ ਸਨ। ਇੱਧਰ ਜਿਸ ਵੇਲੇ ਸੁੰਦਰੀ ਰਵਾਨੀ ਪਹੁੰਚ ਕੇ ਆਪਣੇ ਰਹਿਣ ਵਾਲੇ ਮਕਾਨ ਅੰਦਰਲੀਆਂ ਚੀਜ਼ਾਂ ਥਾਉ-ਥਾਈਂ ਰੱਖ ਰਹੀ ਸੀ, ਇਸ ਵੇਲੇ ਬਚਨ ਸਿੰਘ ਸਾਰੀ ਦਿਹਾੜੀ ਦੀ ਦੌੜ ਭੱਜ ਕਰਨ ਤੋਂ ਬਾਅਦ ਉਸਦੇ ਮਕਾਨ ਤੇ ਆਇਆ ਤੇ ਉਸਨੇ ਬਾਹਰੋਂ ਆਵਾਜ਼ ਦਿੱਤੀ। ਸੁੰਦਰੀ ਹੱਥ ਵਾਲਾ ਕੰਮ ਉੱਥੇ ਹੀ ਛੱਡ ਕੇ ਉਸਦੇ ਪਾਸ ਆ ਕੇ ਬੋਲੀ, ਸਵੇਰ ਦੇ ਜਿਉਂ-ਜਿਉਂ ਗਏ ਹੋ, ਮੁੜ ਕੇ ਮੂੰਹ ਹੀ ਨਹੀਂ ਸੀ ਵਿਖਾਣਾ। ਪਿਆਰ ਭਰੀ ਮੁਸਕਰਾਹਟ ਵਿੱਚ ਬਚਨ ਸਿੰਘ ਬੋਲਿਆ, ਕੀ ਦੱਸਾਂ ਸੁੰਦਰੀ ਜੀ, ਮੈਂ ਤਾਂ ਹੈਰਾਨ ਹੋ ਗਿਆ ਹਾਂ ਟੱਕਰਾਂ ਮਾਰ-ਮਾਰ ਕੇ। ਇਹ ਕਹਿੰਦਾ ਹੋਇਆ ਉਹ ਅੰਦਰ ਜਾ ਕੇ ਇੱਕ ਮੰਜੇ ਤੇ ਬੈਠ ਗਿਆ। ਸੁੰਦਰੀ ਨੇ ਉਸਨੂੰ ਬੜੀ ਘਬਰਾਹਟ ਨਾਲ ਪੁੱਛਿਆ, ਕਿਉਂ?
ਉਸਨੇ ਕਮੀਜ਼ ਦਾ ਬਟਨ ਖੋਲ ਕੇ ਰੁਮਾਲ ਨਾਲ ਮੁੜਕਾ ਪੂੰਝਦਿਆਂ ਹੋਇਆਂ ਕਿਹਾ, ਤੁਹਾਨੂੰ ਦੱਸਿਆ ਸੀ ਨਾ ਜੋ ਸ਼ੁੱਕਰਵਾਰ ਰਲਾ ਰਾਮ ਦੇ ਘਰ ਜੰਝ ਆਉਣੀ ਏ। ਜੀ ਦੱਸਿਆ ਸੀ, ਤੇ ਅੱਜ ਵੀਰਵਾਰ ਏ, ਫੇਰ ਭਲਕੇ ਜੰਝ ਆ ਜਾਏਗੀ ਤਾਂ ਫਿਰ ਇਹੋ ਕੀ ਸਾਨੂੰ ਕੰਮ ਦਾ ਫਿਕਰ ਕਰਨਾ ਚਾਹੀਦਾ ਹੈ। ਸੁੰਦਰੀ ਪਿਆਰ ਨਾਲ ਉਸਦੇ ਚਿਹਰੇ ਵੱਲ ਤੱਕਦੀ ਹੋਈ ਬੋਲੀ, ਤੇ ਫਿਰ ਢਿੱਲ ਕਿਉਂ ਕਰਦੇ ਹੋ? ਮੈਂ ਸੋਚ ਰਿਹਾ ਹਾਂ ਸ਼ਾਇਦ ਮੈਨੂੰ ਇਸ ਵਿੱਚ ਸਫਲਤਾ ਨਹੀਂ ਹੋਵੇਗੀ। ਕਿਉਂ? ਜੇ ਇਕੱਲੇ ਰਲਾ ਰਾਮ ਨੂੰ ਰਜਾਮੰਦ ਕਰਨਾ ਹੁੰਦਾ ਤਾਂ ਗੱਲ ਔਖੀ ਨਹੀਂ ਸੀ, ਪਰ ਇੱਥੇ ਤਾਂ ਮੁੱਦਾ ਹੀ ਸੁਸਤ ਤੇ ਗਵਾਹ ਚੁਸਤ ਵਾਲੀ ਗੱਲ ਏ। ਸਾਰਾ ਪਿੰਡ ਹੀ ਆਉਣ ਵਾਲੀ ਕੰਜਰੀ ਲਈ ਔਸੀਆਂ ਪਾ ਰਿਹਾ ਹੈ, ਤਾਂ ਕਿ ਸਾਡੇ ਇਸ ਨਵੇਂ ਵਪਾਰ ਦਾ ਮਾਹੌਲ ਸੌਦਾ ਹੀ ਘਾਟੇਵੰਦਾ ਰਹੇਗਾ। ਘਾਟੇਵੰਦਾ ਹੀ ਨਹੀਂ, ਸਾਰੀ ਦੀ ਸਾਰੀ ਰਕਮ ਹੀ ਬਰਬਾਦ। ਫਿਰ ਤੁਸਾਂ ਕੀ ਸੋਚਿਆ ਏ? ਇਹੋ ਕਿ ਇੱਕ ਵਾਰੀ ਫੇਰ ਰਲਾ ਰਾਮ ਵੱਲ ਚਲਾ ਜਾਵਾਂ, ਮਤਾ ਤੀਰ ਤੁੱਕਾ ਲੱਗ ਹੀ ਜਾਏ। ਤੇ ਹੁਣ ਕਿੱਧਰੋਂ ਆ ਰਹੇ ਹੋ? ਇੱਕ ਥਾਂ ਗਿਆ ਹੋਵਾਂ ਤਾਂ ਦੱਸਾਂ, ਕਈ ਥਾਈਂ ਧੱਕੇ ਖਾ ਕੇ ਆ ਰਿਹਾ ਹਾਂ। ਫੇਰ ਕੀ ਜਵਾਬ ਮਿਲਿਆ? ਬਸ ਆਲੇ ਟਾਲੇ। ਤੇ ਰਲਾ ਰਾਮ ਵੱਲ ਹੁੰਦੇ ਹੀ ਕਿਉਂ ਨਾ ਆਏ? ਹੁਣ ਫੇਰ ਮੀਲ ਪੈਂਡਾ ਮਾਰੋਗੇ। ਆਉਣ ਦਾ ਕਾਰਨ ਸਿਰਫ ਤੁਹਾਨੂੰ ਹੀ ਮਿਲਣਾ ਨਹੀਂ ਸੀ, ਇੱਥੋਂ ਦੇ ਇੱਕ ਦੋ ਮੁਹੱਤਵਰ ਆਦਮੀਆਂ ਨੂੰ ਨਾਲ ਲੈ ਕੇ ਜਾਣ ਦਾ ਮੇਰਾ ਖਿਆਲ ਹੈ। ਥੋੜਾ ਚਿਰ ਗੱਲਾਂ ਕਥਾਂ ਕਰਨ ਤੋਂ ਬਾਅਦ ਬਚਨ ਸਿੰਘ ਚਲਾ ਗਿਆ ਤੇ ਸੁੰਦਰੀ ਇਕੱਲੀ ਬੈਠੀ ਕਿਸੇ ਡੂੰਘੀ ਚਿੰਤਾ ਵਿੱਚ ਗੁੰਮ ਹੋ ਗਈ। ਕੁਝ ਚਿਰ ਬਾਅਦ ਬਚਨ ਸਿੰਘ ਦੀਵਾਨਪੁਰ ਆ ਕੇ ਰਲਾ ਰਾਮ ਦੀ ਬੈਠਕ ਤੇ ਜਾ ਪੁੱਜਾ। ਰਵਾਨੀ ਦਾ ਹੋਰ ਕੋਈ ਆਦਮੀ ਉਸ ਦੇ ਨਾਲ ਨਾ ਤੁਰਿਆ। ਵਿਆਹ ਦੀਆਂ ਤਿਆਰੀਆਂ ਬੜੀਆਂ ਸਰਗਰਮੀ ਨਾਲ ਹੋ ਰਹੀਆਂ ਸਨ। ਇੱਕ ਪਾਸੇ ਦਰਜੀ ਬੈਠੇ ਦਾਜ ਸਿਉਂ ਰਹੇ ਸਨ, ਦੂਜੇ ਪਾਸੇ ਪਿੰਡ ਦੇ ਸਿਰ ਕੱਢਵੇਂ ਪੈਂਚ ਹੁਕਮ ਦੀ ਉਡੀਕ ਵਿੱਚ ਖੜੇ ਸਨ। ਸ਼ਾਹ ਦਾ ਪੁੱਤਰ ਦੀਨਾਨਾਥ ਉਹਨਾਂ ਦੇ ਜਿੰਮੇ ਡਿਊਟੀਆਂ ਵੰਡ ਰਿਹਾ ਸੀ। ਅੰਦਰੋਂ ਮਿਠਾਈਆਂ ਪਕਵਾਨਾਂ ਦੇ ਤਲਣ ਦੀ ਵਾਸ਼ਨਾ ਆ ਰਹੀ ਸੀ, ਤੇ ਕੁੜੀਆਂ ਨੇ ਢੋਲਕੀ ਨਾਲ ਉੱਧੜ ਧੁੰਮੀ ਮਚਾਈ ਹੋਈ ਸੀ। ਪਿੰਡਾਂ ਦੇ ਪੈਂਚਾਂ ਵਿੱਚ ਪਾਲਾ ਸਿੰਘ ਵੀ ਬੈਠਾ ਸੀ ਤੇ ਉਸਦੇ ਸਾਥੀ ਵੀ। ਉਹਨਾਂ ਵੱਲ ਵੇਖ ਕੇ ਬਚਨ ਸਿੰਘ ਦਾ ਲਹੂ ਇੱਕ ਵਾਰੀ ਫੇਰ ਖੋਲ ਉੱਠਿਆ। ਪਰ ਫਿਰ ਵੀ ਉਸਨੇ ਆਪਣੀ ਇਸ ਹਾਲਤ ਨੂੰ ਲੁਕਾਉਣ ਦਾ ਯਤਨ ਕੀਤਾ। ਉਸਨੂੰ ਅੰਦਰ ਆਉਂਦਿਆਂ ਵੇਖ ਕੇ ਉਹ ਇਸ਼ਾਰੇ ਕਰਨ ਲੱਗ ਪਏ। ਉਸਨੇ ਸਾਰਿਆਂ ਨੂੰ ਫਤਿਹ ਬੁਲਾਈ ਤੇ ਫਿਰ ਇੱਕ ਪਾਸੇ ਹੋ ਕੇ ਬੈਠ ਗਿਆ। ਕਿਸੇ ਨੂੰ ਸਿਰ ਖੁਰਕਣ ਦੀ ਵੇਲ ਨਹੀਂ ਸੀ, ਸਭ ਆਪੋ ਆਪਣੇ ਧੰਦੇ ਲੱਗੇ ਹੋਏ ਸਨ। ਬਚਨ ਸਿੰਘ ਦੇ ਦਿਲ ਵਿੱਚ ਚੁੰਡੀਆਂ ਵੱਡੀਆਂ ਰਹੀਆਂ ਸਨ। ਉਹ ਜਿਸ ਕੰਮ ਲਈ ਆਇਆ ਸੀ, ਉਹ ਕੰਮ ਹੋਣਾ ਤਾਂ ਦੂਰ ਰਿਹਾ, ਇੱਥੇ ਤਾਂ ਉਸਦਾ ਜ਼ਿਕਰ ਛੇੜਨ ਦਾ ਉਹ ਮੌਕਾ ਨਹੀਂ ਸੀ ਲੱਭ ਸਕਦਾ। ਚੋਖਾ ਚਿਰ ਉਹ ਦਲੀਲਾਂ ਦੌੜਾਉਂਦਾ ਰਿਹਾ। ਇੰਨੇ ਨੂੰ ਉਸਨੇ ਡਿੱਠਾ ਕਿ ਖੜਾਵਾਂ ਖੜਕਾਉਂਦੇ ਹੋਏ ਭਾਈ ਹੋਰੀਂ ਵੀ ਅੰਦਰ ਆਏ। ਬਚਨ ਸਿੰਘ ਭਾਵੇਂ ਭਾਈ ਜੀ ਦੀਆਂ ਕਰਨੀਆਂ ਤੇ ਰਹਿਣੀ ਬਹਿਣੀ ਤੋਂ ਅਣਜਾਣ ਨਹੀਂ ਸੀ, ਫਿਰ ਵੀ ਉਸਨੂੰ ਹੌਸਲਾ ਹੋਇਆ ਕਿ ਇਹ ਮੇਰੀ ਗੱਲ ਦੀ ਪੁਸ਼ਟੀ ਜ਼ਰੂਰ ਕਰਨਗੇ। ਜਿੰਨੇ ਆਦਮੀ ਬੈਠੇ ਸਨ, ਸਾਰਿਆਂ ਨੇ ਬੜੇ ਸਤਿਕਾਰ ਤੇ ਪ੍ਰੇਮ ਨਾਲ ਭਾਈ ਜੀ ਨੂੰ ਫਤਿਹ ਬੁਲਾਈ ਤੇ ਇੱਥੇ ਬੈਠੋ ਦਾ ਰੌਲਾ ਮਚ ਗਿਆ। ਰਲਾ ਰਾਮ ਨੂੰ ਇਸ ਵੇਲੇ ਰਤਾ ਕੁ ਵੇਹਲ ਸੀ। ਉਹ ਆ ਕੇ ਭਾਈ ਹੋਰਾਂ ਨਾਲ ਗੱਲ ਕਰਨ ਲੱਗ ਪਿਆ। ਬਚਨ ਸਿੰਘ ਨੇ ਵੀ ਮੌਕਾ ਪਾ ਕੇ ਦਿਲ ਨੂੰ ਪੱਕਾ ਕੀਤਾ ਤੇ ਬੋਲਿਆ, ਸ਼ਾਹ ਜੀ। ਸ਼ਾਹ ਨੇ ਬੇਪਰਵਾਹੀ ਨਾਲ ਸਗੋਂ ਖਿਜਵਾਂ ਜਿਹਾ ਮੂੰਹ ਬਣਾ ਕੇ ਉਸ ਵੱਲ ਤੱਕਿਆ ਤੇ ਬੋਲਿਆ, ਹਾਂ ਜੀ, ਕੀ ਗੱਲ ਏ ਬਚਨ ਸਿਉਂ ਜੀ? ਉਹ ਬਚਨ ਸਿੰਘ ਬਾਬਤ ਪਾਲਾ ਸਿੰਘ ਪਾਸੋਂ ਸ਼ਾਇਦ ਬਹੁਤ ਕੁਝ ਸੁਣ ਚੁੱਕਾ ਸੀ। ਉਸਦੀ ਤਿੱਖੀ ਨਜ਼ਰ ਨੇ ਬਚਨ ਸਿੰਘ ਦੇ ਰਹਿੰਦੇ ਖੁੰਦੇ ਪੈਰ ਵੀ ਕੱਢ ਦਿੱਤੇ ਤੇ ਉਹ ਘਬਰਾ ਗਿਆ। ਜਿਸ ਤਰ੍ਹਾਂ ਡਿੱਗਦੀ ਹੋਈ ਛੰਨ ਨੂੰ ਆਦਮੀ ਬਾਂਹ ਦਾ ਸਹਾਰਾ ਦੇ ਕੇ ਕੁਝ ਚਿਰ ਵਾਸਤੇ ਖਲਵਾ ਲੈਂਦਾ ਹੈ, ਇਸੇ ਤਰ੍ਹਾਂ ਬਚਨ ਸਿੰਘ ਨੇ ਧੱਕੇ ਨਾਲ ਦਿਲ ਨੂੰ ਠੱਲ ਕੇ ਕਿਹਾ, ਮੈਂ ਉਹੀ ਅਰਜ਼ ਕਰਨ ਆਇਆ ਹਾਂ, ਦੱਸੋ। ਤੁਹਾਨੂੰ ਪਤਾ ਹੈ ਇਸ ਵਿੱਚ ਮੇਰਾ ਕੋਈ ਫਾਇਦਾ ਤੇ ਹੈ ਹੀ ਨਹੀਂ। ਬਰਾਦਰੀ ਦੇ ਹਾਣ ਲਾਭ ਦਾ ਸਵਾਲ ਏ। ਹੋਰ ਕੁਝ ਨਹੀਂ ਤਾਂ ਘੱਟੋ ਘੱਟ ਇਤਨਾ ਹੀ ਜ਼ਰੂਰ ਹੋਣਾ ਚਾਹੀਦਾ ਹੈ ਕਿ ਪਿੰਡ ਵਿੱਚ ਕੰਜਰੀ ਨਾ ਆਵੇ। ਇਸ ਦਾ ਸਭ ਤੋਂ ਭੈੜਾ ਅਸਰ ਸਾਡੀਆਂ ਬਹੂਆਂ ਬੇਟੀਆਂ ਉੱਤੇ ਪਵੇਗਾ। ਸ਼ਾਹ ਦੇ ਚਿਹਰੇ ਤੇ ਕ੍ਰੋਧ ਦੇ ਚਿੰਨ੍ਹ ਪੈਦਾ ਹੋ ਗਏ ਤੇ ਉਹ ਜਰਾ ਤੈਸ਼ ਵਿੱਚ ਆ ਕੇ ਬੋਲਿਆ, ਬਚਨ ਸਿਉਂ ਜੀ, ਤੁਹਾਨੂੰ ਅੱਗੇ ਵੀ ਕਿਹਾ ਸੀ ਭਈ ਤੁਸੀਂ ਖਾਮਖਾਹ ਸਾਡੇ ਖੁਸ਼ੀਆਂ ਦੇ ਕੰਮਾਂ ਵਿੱਚ ਵਿਘਨ ਨਾ ਪਾਓ। ਨਾਲੇ ਜਿਸ ਕੰਮ ਵਿੱਚ ਮੇਰਾ ਹੱਥ ਨਹੀਂ, ਵਾਸਤਾ ਨਹੀਂ, ਉਸ ਨੂੰ ਮੈਂ ਰੋਕ ਵੀ ਕਿਸ ਤਰ੍ਹਾਂ ਸਕਣਾ ਵਾਂ। ਤੁਸੀਂ ਜਾਣਦੇ ਹੋ ਕੁੜਮਾਂ ਦੀ ਪ੍ਰੀਤੀ ਕੱਚੀ ਤੰਦ ਵਰਗੀ ਹੁੰਦੀ ਏ। ਜੇ ਰਤਾ ਕੁ ਦਿਲਾਂ ਵਿੱਚ ਮੈਲ ਆ ਜਾਵੇ ਤਾਂ ਸਾਰੀ ਉਮਰ ਦੇ ਰੋਸੇ ਪੈ ਜਾਂਦੇ ਨੇ। ਕਿਸੇ ਕਿਹਾ ਏ ਅਖੇ, ਕੁੜਮਾਈ ਦਾ ਸਵਾਦ ਵਿਆਹ ਤੱਕ ਤੇ ਵਿਆਹ ਦਾ ਸਵਾਦ ਉਮਰਾਂ ਤੱਕ। ਉਸਨੇ ਗੱਲ ਅਜੇ ਮੁਕਾਈ ਵੀ ਨਹੀਂ ਸੀ ਕਿ ਕੋਲੋਂ ਇੱਕ ਹੋਰ ਬੋਲਿਆ, ਤੇ ਇਹ ਕੋਈ ਗੱਲ ਹੈ? ਨਾਚ ਮੁਜਰਾ ਤੇ ਬਾਦਸ਼ਾਹ ਅਮੀਰਾਂ ਦਾ ਸ਼ਿੰਗਾਰ ਹੁੰਦਾ ਵਾ। ਬਚਨ ਸਿਆਂ ਕਾਕਾ, ਖੁਸ਼ੀ ਦੇ ਕੰਮਾਂ ਵਿੱਚ ਨੰਨਾ ਨਹੀਂ ਪਾਈਦਾ।
ਨਾਲੇ ਸ਼ਾਹ ਹੋਰਾਂ ਦੀ ਸੁੱਖ ਨੂੰ ਚੋਅ ਘਰਾਂ ਦੇ ਵਿੱਚ ਇੱਕੋ ਇੱਕ ਲੜਕੀ ਹੋਈ। ਫਿਰ ਜੇ ਇਹਦੀਆਂ ਖੁਸ਼ੀਆਂ ਨਾ ਵੇਖੀਆਂ ਤੇ ਹੋਰ ਕਿਹਦੀਆਂ ਵੇਖਣਗੇ ਭਾਈ ਹੋਰਾਂ ਨੂੰ। ਕਿਉਂ ਭਾਈ ਜੀ, ਮੈਂ ਗੱਲ ਸੱਚੀ ਆਖੀ ਏ ਕਿ ਝੂਠੀ? ਭਾਈ ਹੋਰੀ ਜੋ ਹੁਣ ਤੱਕ ਨਹੁੰ ਨਾਲ ਦੰਦਾਂ ਤੋਂ ਮੈਲ ਖੋਤਰ ਕੇ ਝੱਗੇ ਨਾਲ ਪੂੰਝ ਰਹੇ ਸਨ, ਬਾਹਰ ਵਧੇ ਹੋਏ ਦੰਦਾਂ ਤੇ ਜੀਭ ਫੇਰਦੇ ਹੋਏ ਬੋਲੇ, ਠੀਕ ਏ, ਸਾਰਾ ਆਣ ਕਰ ਕਰਕੇ ਇਹੋ ਜਿਹੇ ਦਿਨ ਕੋਈ ਨਿੱਤ ਪਏ ਆਉਂਦੇ ਨੇ। ਬਚਨ ਸਿੰਘ ਘਬਰਾ ਕੇ ਬੋਲਿਆ, ਭਾਈ ਜੀ, ਕੀ ਇਹੋ ਗੁਰਮਤ ਦਾ ਅਸੂਲ ਏ ਕਿ ਤੁਹਾਡੇ ਵਰਗੇ ਭੱਦਰ ਪੁਰਸ਼ ਵਿੱਚ ਬੈਠ ਕੇ ਕੰਜਰੀਆਂ ਤੇ ਸ਼ਰਾਬ ਦਾ ਪ੍ਰਚਾਰ ਕਰਨ? ਤੁਸੀਂ ਗੁਰਦੁਆਰੇ ਦੇ ਗ੍ਰੰਥੀ ਹੋ, ਆਪਣੇ ਫਰਜ਼ਾਂ ਨੂੰ ਤੁਹਾਨੂੰ ਇਸ ਤਰ੍ਹਾਂ ਕਲੰਕਿਤ ਨਹੀਂ ਕਰਨਾ ਚਾਹੀਦਾ। ਭਾਈ ਹੋਰੀ ਤਾਂ ਰਤਾ ਠਠੰਬਰੇ, ਪਰ ਪਾਲਾ ਸਿੰਘ ਪਾਸੋਂ ਰਿਹਾ ਨਾ ਗਿਆ। ਤੇ ਗੁਰਮਤ ਦਾ ਅਸੂਲ ਇਹ ਆ ਜੋ ਜਿਨ੍ਹਾਂ ਵਿਚਾਰੀਆਂ ਦਾ ਕੋਈ ਖੱਟਣ ਕਮਾਉਣ ਵਾਲਾ ਨਹੀਂ, ਉਹਨਾਂ ਦੇ ਮੂੰਹ ਚੋਂ ਟੁੱਕ ਖੋਲਿਆ ਜਾਵੇ। ਨਾਲੇ ਉਹ ਕੋਈ ਐਵੇਂ ਤਾਂ ਨਹੀਂ ਲੈ ਜਾਂਦੀਆਂ, ਸੈਂਕੜੇ ਬੰਦਿਆਂ ਦਾ ਜੀ ਖੁਸ਼ ਕਰਦੀਆਂ ਨੇ ਰਾਗ ਸੁਣਾ ਕੇ। ਬਾਕੀ ਸ਼ਰਾਬ ਵਿੱਚ ਦੱਸੋ ਖਾਂ ਕਿਹੜੀ ਮਾੜੀ ਚੀਜ਼ ਪੈਂਦੀ ਆ? ਕਿੱਕਰ ਦੇ ਸੱਕ ਤੇ ਗੁੜ। ਪਾਲਾ ਸਿੰਘ ਨੇ ਗੱਲ ਦਾ ਬਚਨ ਸਿੰਘ ਨੇ ਕੋਈ ਉੱਤਰ ਨਾ ਦਿੱਤਾ। ਦੇਂਦਾ ਵੀ ਕੀ, ਜਿੱਥੇ ਰੱਬ ਨੇੜੇ ਕੀ ਕਸੁੰਨ ਵਾਲੀ ਥਾਂ ਹੋਵੇ। ਇੱਧਰ ਪਾਲਾ ਸਿੰਘ ਦੀ ਪੁਸ਼ਟੀ ਨਾਲ ਭਾਈ ਹੋਰਾਂ ਨੂੰ ਹੌਸਲਾ ਹੋ ਗਿਆ। ਉਹ ਨੇਫਾ ਖੁਰਕਦੇ ਹੋਏ ਬੋਲੇ, ਸ਼ਰਾਬ ਦੇ ਆਣ ਕਰ ਕਰਕੇ ਇੱਕ ਦਵਾਈ ਏ। ਇਹ ਮਾੜੀ ਚੀਜ਼ ਨਹੀਂ, ਪਰ ਬਹੁਤੀ ਪੀਣੀ ਮਾੜੀ ਵੀ ਹੁੰਦੀ ਏ ਆਣ ਕਰ ਕਰਕੇ। ਬਚਨ ਸਿੰਘ ਦਾ ਨੌਜਵਾਨ ਲਹੂ ਉੱਬਲ ਰਿਹਾ ਸੀ, ਪਰ ਉਸਨੇ ਸੋਚਿਆ ਇਹਨਾਂ ਦਿਲਾਂ ਵਿੱਚ ਤੇਲ ਨਹੀਂ। ਤਾਂ ਵੀ ਭਾਈ ਹੋਰਾਂ ਦੀ ਬੋਧੀ ਦਲੀਲ ਦਾ ਉੱਤਰ ਦੇਣੋਂ ਉਹ ਨਾ ਰੁਕ ਸਕਿਆ ਤੇ ਉਹਨਾਂ ਵੱਲ ਘੂਰ ਕੇ ਬੋਲਿਆ, ਠੀਕ ਏ, ਮਾੜੀ ਚੀਜ਼ ਨਹੀਂ, ਬਹੁਤ ਚੰਗੀ ਹੈ। ਪਰ ਕਿਉਂ ਜੀ, ਇਸ ਤੁਕ ਦਾ ਕੀ ਅਰਥ ਏ? ਝੂਠਾ ਮੰਦ ਮੁੱਲ ਨਾ ਪੀਚੀਏ ਜੇ ਕਾ ਪਾਰ ਵਸਾਏ। ਕੁਝ ਚਿਰ ਸੋਚ ਕੇ ਭਾਈ ਹੁਰੀ ਕੰਨ ਦੀ ਬੀਰਬਲੀ ਨੂੰ ਭੁਆਉਂਦੇ ਹੋਏ ਬੋਲੇ, ਮਾਰਾ, ਇਸ ਦਾ ਅਰਥ ਤੇ ਆਣ ਕਰ ਕਰਕੇ ਠੀਕ ਏ, ਪਈ ਸ਼ਰਾਬ ਨਹੀਂ ਪੀਣੀ ਚਾਹੀਦੀ ਜਿੱਥੋਂ ਤਾਈਂ ਵਾਹ ਲੱਗੇ। ਪਰ ਜਿੱਥੇ ਬੰਦੇ ਦੀ ਵਾਹ ਕੋਈ ਨਾ ਹੋਵੇ, ਆਣ ਕਰ ਕਰਕੇ ਉੱਥੇ ਕੀ ਕਰੇ? ਗੁੱਸੇ ਵਿੱਚ ਵੀ ਬਚਨ ਸਿੰਘ ਨੂੰ ਬਦੋ ਬਦੀ ਹਾਸਾ ਆ ਗਿਆ। ਹੁਣ ਸਾਰੇ ਜਣੇ ਆਪੋ ਆਪਣੀਆਂ ਦਲੀਲਾਂ ਦੇ ਕੇ ਸਾਬਤ ਕਰਨ ਲੱਗੇ ਕਿ ਦੋਵੇਂ ਕੰਮ ਹੀ ਬੁਰੇ ਨਹੀਂ। ਬਚਨ ਸਿੰਘ ਨੇ ਆਪਣੀ ਵੱਲੋਂ ਦਲੀਲਾਂ ਦੇਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਅਖੀਰ ਉਹ ਸੋਚ ਕੇ ਚੁੱਪ ਹੋ ਗਿਆ ਜਿੱਥੇ ਉਸਦੀ ਕੋਈ ਪੇਸ਼ ਨਹੀਂ ਜਾ ਸਕਦੀ। ਛੇਕੜ ਇਸ ਪਾਣੀ ਵਿੱਚ ਮਧਾਣੀ ਮਾਰਨ ਨਾਲੋਂ ਚੁੱਪ ਰਹਿਣਾ ਹੀ ਉਹ ਉਸ ਮੁਨਾਸਬ ਸਮਝਿਆ ਤੇ ਉਹ ਦੱਬੇ ਪੈਰੀ ਉੱਥੋਂ ਉੱਠ ਕੇ ਚਲਾ ਗਿਆ। ਉਹਦੇ ਬਾਹਰ ਨਿਕਲਦਿਆਂ ਹੀ ਸਾਰਿਆਂ ਨੇ ਖਿੱਲੀ ਮਾਰ ਦਿੱਤੀ। ਇਸੇ ਵੇਲੇ ਪਾਲਾ ਸਿੰਘ ਨੇ ਇੱਕ ਸਾਥੀ ਦੇ ਕੰਨ ਨਾਲ ਮੂੰਹ ਲਾ ਕੇ ਕਿਹਾ, ਵੀਰੂ, ਦੇਖੀਓ ਇਸ ਖੋਤੇ ਦੀ ਅਕਲ। ਉਹ ਬੋਲਿਆ, ਅਕਲ ਦੀ ਗੱਲ ਛੱਡ, ਇਹ ਜਾਣ ਬੁੱਝ ਕੇ ਸ਼ੈਤਾਨੀਆਂ ਕਰਨ ਡਿਆ ਹੋਇਆ ਏ ਕਿ ਜਿੱਥੇ ਅਸੀਂ ਬੈਠੇ ਹੋਈਏ ਉੱਥੇ ਤਾਂ ਇਹਨੇ ਬਰ ਜ਼ਰੂਰ ਹੀ ਅੜਿੱਕਣਾ ਡਾਣਾ ਹੋਇਆ। ਬੇਸ਼ਰਮ ਨਾਲ ਇੰਨੀ ਹੁੰਦੀ ਏ, ਫੇਰ ਵੀ ਨਹੀਂ ਟਲਦਾ। ਤੇ ਇਹਨੇ ਏਦਾਂ ਥੋੜਾ ਟਲਣਾ ਏ, ਵਿੰਗਾ ਤੱਕਲਾ ਭਾਊ ਜੁੱਤੀ ਨਾਲ ਹੀ ਸਿੱਧਾ ਹੁੰਦਾ ਵਾ। ਮੇਰੀ ਸਲਾਹ ਏ, ਇਹਦਾ ਰੋਜ਼ ਦਾ ਫਸਤਾ। ਹੱਥ ਦੀ ਉਂਗਲ ਦਾ ਇਸ਼ਾਰਾ ਕਰਦੇ ਹੋਏ ਪਾਲਾ ਸਿੰਘ ਬੋਲਿਆ, ਚੁੱਪ ਵੇਖੀ ਚੱਲ ਤੂੰ। ਜੇ ਕਿਤੇ ਮੇਰਾ ਦਾ ਫੱਬ ਗਿਆ ਤਾਂ ਮੁੜ ਕੇ ਇਹਦਾ ਨਾਂ ਥੇ ਵੀ ਲੱਭ ਜਾਂਦਾ ਤਾਂ ਮੈਨੂੰ ਥੂ ਕਰਕੇ ਆਖੀ। ਨਾਲੇ ਜਿੰਨੇ ਤੋੜੀ ਇਹਦਾ ਫਸਤਾ ਨਹੀਂ ਵੱਢਿਆ ਜਾਂਦਾ, ਉਨਾ ਚਿਰ ਉਸ ਮਟਕੋ ਨੇ ਕਿੱਥੇ ਕਾਬੂ ਆਉਣਾ ਏ। ਅੰਗ 24ਵਾਂ। ਸ਼ਾਮ ਦਾ ਵੇਲਾ ਸੀ। ਜੰਝ ਦੀ ਆਮਦ ਸੁਣ ਕੇ ਤੇ ਇਹ ਸੁਣ ਕੇ ਕਿ ਦਿੱਲੀ ਦੀ ਮਸ਼ਹੂਰ ਕੰਜਰੀ ਮਿਸ ਅਨਵਰ ਜਾਨ ਆ ਰਹੀ ਹੈ, ਕੀ ਬੁੱਢਾ, ਕੀ ਬਾਲ ਤੇ ਕੀ ਗੱਭਰੂ, ਸਾਰਾ ਪਿੰਡ ਵਹੀਰਾਂ ਪਾ ਕੇ ਪਿੰਡੋਂ ਬਾਹਰ ਤੁਰ ਪਿਆ। ਇਹੋ ਹੀ ਨਹੀਂ, ਲਾਗ ਪਾਸ ਦੇ ਵੀ ਕਈ ਪਿੰਡ ਖਾਲੀ ਹੋ ਗਏ। ਲਾਲਾ ਰਲਾ ਰਾਮ ਦੇ ਘਰ ਜੰਝ ਆਉਣੀ ਕੋਈ ਸਧਾਰਨ ਗੱਲ ਨਹੀਂ ਸੀ। ਨਾਲੇ ਜਿਨ੍ਹਾਂ ਨੇ ਢੁਕਣਾ ਸੀ ਉਹ ਵੀ ਆਪਣੇ ਇਲਾਕੇ ਦੇ ਸਾਰੇ ਸ਼ਾਹੂਕਾਰਾਂ ਵਿੱਚੋਂ ਸਿਰ ਕੱਢ ਸਨ। ਸ਼ਾਮ ਦੇ 5 ਵਜੇ ਦੀ ਗੱਡੀ ਜੰਝ ਉਤਰੀ ਤੇ ਬੜੀ ਸੱਜ ਧੱਜ ਨਾਲ ਪਿੰਡ ਪਹੁੰਚੀ। ਜਿਸ ਨੇ ਅਨਵਰ ਜਾਨ ਨੂੰ ਵੇਖਿਆ ਬਸ ਮਜਨੂ ਹੀ ਬਣ ਗਿਆ। ਉਮਰ ਭਾਵੇਂ ਉਸਦੀ 30-35 ਸਾਲਾਂ ਦੇ ਲਗਭਗ ਸੀ, ਪਰ ਬਾਜ਼ਾਰੀ ਰੰਗ ਰੋਗਨ ਦੀ ਸੁਚੱਜੀ ਵਰਤੋਂ ਕਰਕੇ ਉਹ 20 ਤੋਂ ਵੀ ਘੱਟ ਦੀ ਜਾਪਦੀ ਸੀ। ਉਸਦਾ ਸਡੋਲ ਸਰੀਰ, ਗੁਲਾਬੀ ਪਾਊਡਰ ਨਾਲ ਰੰਗਿਆ ਚਿਹਰਾ, ਸੁਰਮਈ ਅੱਖਾਂ, ਸੂਹੇ ਹੋਂਠ ਤੇ ਲੰਬੇ ਕੇਸ, ਇਹ ਸਭ ਚੀਜ਼ਾਂ ਸਾਰੇ ਦਿਲਾਂ ਨੂੰ ਕਤਲ ਕਰਨ ਦਾ ਠੇਕਾ ਲੈ ਕੇ ਆਈਆਂ ਸਨ।
ਜੰਝ ਪਿੰਡੋਂ ਬਾਹਰ ਬਾਗ ਵਿੱਚ ਉਤਰੀ ਸੀ। ਲੋਕਾਂ ਨੂੰ ਹੋਰ ਸਭ ਕੁਝ ਭੁੱਲ ਗਿਆ ਤੇ ਮੁਜਰਾ ਵੇਖਣ ਲਈ ਉਹ ਇਤਨੇ ਕਾਲੇ ਹੋ ਗਏ ਕਿ ਜਣਾ ਖਣਾ ਜਾਂਝੀਆਂ ਅੱਗੇ ਇਹੋ ਫਰਮਾਸ਼ ਪਾਉਣ ਲੱਗਾ। ਜਾਂਝੀਆਂ ਨੂੰ ਵੀ ਇਸ ਤੋਂ ਕੋਈ ਘੱਟ ਸਿੱਖ ਨਹੀਂ ਸੀ। ਸਭ ਨੇ ਕਹਿ ਕੇ ਲਾੜੇ ਦੇ ਭਰਾ ਨੂੰ ਮਨਾ ਹੀ ਲਿਆ ਤੇ ਬਾਗ ਵਿੱਚ ਮੁਜਰੇ ਦੀ ਤਿਆਰੀ ਹੋਣ ਲੱਗੀ। ਮੋਕਲਾ ਪਿੜ ਬਣਾਇਆ ਗਿਆ, ਜਿਸ ਵਿੱਚ ਦਰੀਆਂ ਵਿਛ ਗਈਆਂ ਤੇ ਪਿੜ ਦੇ ਵਿਚਕਾਰ ਗਲੀਚਾ ਵਿਛਾ ਕੇ ਉਸ ਉੱਤੇ ਸਾਜ਼ਾਂ ਵਾਲੇ ਸੱਜ ਗਏ। ਸਭ ਤੋਂ ਅਗਲੀ ਕਤਾਰ ਵਿੱਚ ਲਾੜਾ, ਉਸਦਾ ਵੱਡਾ ਭਰਾ ਤੇ ਉਹਨਾਂ ਦੇ ਮੁਖੀ ਸਲਾਹਕਾਰ ਇੱਕ ਬਿਰਧ ਪੰਡਤ ਜੀ ਸਜੇ ਹੋਏ ਸਨ। ਇਹਨਾਂ ਦੇ ਨਾਲ ਹੀ 8-10 ਹੋਰ ਮੁਖੀਏ ਤੇ ਬਾਕੀ ਸਾਰੀ ਜੰਝ ਦਰਜੇ ਵਾਰ ਆਪੋ ਆਪਣੀ ਥਾਂ ਬੈਠ ਗਈ। ਬਹੁਤਾ ਪਿੜ ਧੇਤਿਆਂ ਤੇ ਥੋੜਾ ਪਤੇਤਿਆਂ ਦਾ ਐਸੀ ਜੁਗਤ ਨਾਲ ਸਜਾਇਆ ਗਿਆ ਕਿ ਜਾਂਝੀ ਤੇ ਮਾਂਝੀ ਵੱਖਰੇ ਮਾਲੂਮ ਹੁੰਦੇ ਸਨ। ਜਦ ਸਾਰਾ ਕੰਮ ਟਿਚਣ ਹੋ ਗਿਆ ਤਾਂ ਲਾੜੇ ਦੇ ਭਰਾ ਨੇ ਆਪਣੇ ਨਾਲ ਬੈਠੇ ਪੰਡਤ ਹੋਰਾਂ ਤੋਂ ਆਗਿਆ ਮੰਗੀ। ਪੰਡਤ ਹੋਰਾਂ ਬੜੇ ਪ੍ਰੇਮਮਈ ਸ਼ਬਦਾਂ ਵਿੱਚ ਕਿਹਾ, ਤਥਾਸਤੂ। ਪੰਡਤ ਜੀ ਮਹਾਰਾਜ ਜੀਵਨ ਪੌੜੀ ਦੇ ਛੇਕੜਲੇ ਡੰਡੇ ਤੇ ਖੜੇ ਹਨ। ਆਪ ਦਾ ਲੱਕ ਪਛਾਂ ਤੇ ਉਤਲਾ ਧੜ ਅਗਾਂਹ ਹੋ ਚੁੱਕਾ ਹੈ। ਜਦੋਂ ਤੁਰਦੇ ਹਨ ਤਾਂ ਇਹ ਜਾਪਦਾ ਹੈ ਜਿਵੇਂ ਧਰਤੀ ਨੂੰ ਨਮਸਕਾਰ ਕਰ ਰਹੇ ਹਨ। ਗੋਗੜ ਆਪ ਦੀ ਢਿਲਕ ਕੇ ਪੱਟਾਂ ਤੱਕ ਚਲੀ ਗਈ ਹੈ। ਗੱਲਾਂ ਤੇ ਅੱਖਾਂ ਤੋਂ ਹੇਠਲਾ ਮਾਸ ਵੀ ਢਿਲਕਿਆ ਹੋਇਆ ਤੇ ਸਿਰ ਦੀ ਖਲੜੀ ਕਿਤੋਂ ਕਿਤੋਂ ਸਿਰ ਨੂੰ ਛੱਡ ਚੁੱਕੀ ਸੀ। ਧਾਮੇ ਦੀ ਬੱਦਲ ਗੱਜਣ ਦੀ ਆਵਾਜ਼ ਆਈ ਤੇ ਨਾਲ ਹੀ ਬੱਦਲਾਂ ਵਿੱਚੋਂ ਚੰਨ ਨਿਕਲਿਆ। ਅਨਵਰ ਜਾਨ ਦੇ ਪਹਿਲੇ ਗਾਣੇ ਤੇ ਨੇ ਹੀ ਐਸਾ ਰੰਗ ਬੰਨਿਆ ਕਿ ਸਾਰੇ ਲੋਕੀ ਬੁੱਤ ਬਣ ਗਏ। ਲੱਕ ਲਚਕਾਂਦੀ ਲੰਬੀ ਗੁੱਤ ਨੂੰ ਹਲਾਰੇ ਦਿੰਦੀ ਤੇ ਮੋਟੀਆਂ-ਮੋਟੀਆਂ ਅੱਖਾਂ ਵਿੱਚੋਂ ਵਾਸ਼ਨਾ ਚਮਕਾਊ ਤੀਰ ਚਲਾਉਂਦੀ ਹੋਈ ਅਨਵਰ ਜਾਨ ਜਿਸ ਪਾਸੇ ਪੈਂਦੀ ਕਹਿਰ ਹੀ ਢਾਹ ਜਾਂਦੀ ਸੀ। ਉਸਨੇ ਕਵਾਲੀ ਸ਼ੁਰੂ ਕੀਤੀ, ਤਮਾਸ਼ਾ ਤੇਰੀ ਕੁੰਦ ਕਾ ਐ ਮਸੀਹਾ ਹਮ ਵੀ ਦੇਖेंगे ਕਿ ਮੁਰਦਾ ਹੋਤਾ ਹੈ ਕਿਤਨੇ ਇਹ ਜਿੰਦਾ ਹਮ ਵੀ ਦੇਖेंगे। ਸਾਰਿਆਂ ਨੂੰ ਉਸਦੀ ਅਦਾ ਨੇ ਦੀਵਾਨੇ ਬਣਾ ਦਿੱਤਾ, ਪਰ ਲਾੜੇ ਦੇ ਭਰਾ ਤੇ ਪੰਡਤ ਹੋਰਾਂ ਦੇ ਉੱਪਰ ਤਾਂ ਜਿਵੇਂ ਇਸ਼ਕ ਦੀ ਬਿਜਲੀ ਹੀ ਡਿੱਗ ਪਈ। ਅਨਵਰ ਹੁਣ ਗਾਉਣ ਦੇ ਨਾਲ-ਨਾਲ ਤਿਰਛੀ ਨਜ਼ਰ ਨਾਲ ਇਹ ਵੀ ਦੇਖ ਰਹੀ ਸੀ ਕਿ ਉਸਦੇ ਤੀਰਾਂ ਦੀ ਬੁਛਾਰ ਨਾਲ ਕਿਹੜਾ ਫੱਟੜ ਹੋਇਆ ਹੈ, ਕਿਸ ਨੂੰ ਥੋੜ੍ਹੀ ਸੱਟ ਲੱਗੀ ਹੈ ਤੇ ਕਿਹੜਾ ਪਾਣੀ ਮੰਗ ਰਿਹਾ ਹੈ। ਪਰ ਜਦ ਉਸਨੇ ਵੇਖਿਆ ਕਿ ਫਾਲ ਚੰਗੇ ਥਾਂ ਪਈ ਹੈ, ਅਰਥਾਤ ਜਿੱਥੇ ਉਸਨੂੰ ਸਭ ਤੋਂ ਵਧੇਰੇ ਸਫਲਤਾ ਦੀ ਆਸ ਸੀ, ਉੱਥੇ ਹੀ ਉਸਦਾ ਨਿਸ਼ਾਨਾ ਸਭ ਤੋਂ ਠੀਕ ਬੈਠਾ ਹੈ, ਤਾਂ ਇਹਨਾਂ ਦੋਹਾਂ ਉੱਤੇ ਹੀ ਜਰਾ ਹੋਰ ਕਟੀਲੀ ਨਿਗਾਹ ਸੁੱਟਦੀ ਤੇ ਮੁਸਕਰਾਉਂਦੀ ਹੋਈ ਫਿਰ ਅਲਾਪੀ, ਕਹਾਂ मैंने कि मारता हूँ किया अफसोस कातिल ने कि कल मरना है आज मर जा जनाना हम भी देखेंगे। ਕਰਮਚੰਦ ਲਾੜੇ ਦਾ ਭਰਾ ਦਾ ਦਿਲ ਹੱਥੋਂ ਜਾਂਦਾ ਰਿਹਾ ਤੇ ਪੰਡਤ ਹੋਰੀ ਉਦੋਂ ਵੀ ਦੂਰ ਜਾ ਪਹੁੰਚੇ। ਕਰਮਚੰਦ ਨੇ 10 ਰੁਪਇਆਂ ਦਾ ਨੋਟ ਕੱਢ ਕੇ ਹੱਥ ਅਗਾਂਹ ਕੀਤਾ। ਅਨਵਰ ਜਾਨ ਨੇ ਨੋਟ ਨੂੰ ਕੁਝ ਐਸੀ ਨਖਰੀਲੀ ਅਦਾ ਨਾਲ ਫੜਿਆ ਕਿ ਕਰਮਚੰਦ ਮਤਵਾਲਾ ਹੀ ਬਣ ਗਿਆ। ਲਾੜਾ ਕੋਲ ਬੈਠੇ ਵੱਡੇ ਭਰਾ ਦੀ ਹਾਲਤ ਵੇਖ ਰਿਹਾ ਸੀ। ਪੰਡਤ ਹੋਰਾਂ ਦਾ ਇਸ਼ਾਰਾ ਪਾ ਕੇ ਕਰਮਚੰਦ ਨੇ ਉਸ ਕੁਝ ਨੋਟ ਹੌਲੇ ਜਿਹੇ ਪਛਾਂ ਹੱਥ ਕਰਕੇ ਉਹਨਾਂ ਦੀ ਮੁੱਠ ਦੇ ਵਿੱਚ ਦੇ ਦਿੱਤੇ। ਝੱਟ ਹੀ ਪੰਡਤ ਹੋਰਾਂ ਨੇ ਇੱਕ ਨੋਟ ਅਨਵਰ ਵੱਲ ਵਧਾਇਆ। ਨੋਟ ਫੜਨ ਲੱਗਿਆਂ ਹੀ ਉਸਨੇ ਪੰਡਤ ਹੋਰਾਂ ਦੀ ਉਂਗਲ ਨੂੰ ਰਤਾ ਕੁ ਛੂਹ ਦਿੱਤਾ। ਬਸ ਇਤਨੇ ਨਾਲ ਹੀ ਪੰਡਤ ਹੋਰਾਂ ਦਾ ਦਿਲ ਬੇਕਾਬੂ ਹੋ ਗਿਆ। ਹੁਣ ਹਰ ਪਾਸਿਓਂ ਰੁਪਇਆਂ ਦੀ ਵਰਖਾ ਹੋਣ ਲੱਗੀ, ਇੱਥੋਂ ਤੱਕ ਕਿ ਅਨਵਰ ਜਾਣ ਲਈ ਉਹਨਾਂ ਨੂੰ ਸਮੇਟਣਾ ਮੁਸ਼ਕਲ ਹੋ ਗਿਆ ਤੇ ਗਾਉਣ ਨੱਚਣ ਦੀ ਵੇਲ ਹੀ ਨਾ ਰਹੀ। ਉਹ ਇੱਕ ਅਜੀਬ ਕਟਾਖਸ਼ੀ ਨਜ਼ਰ ਨਾਲ ਪੰਡਤ ਹੋਰਾਂ ਵੱਲ ਤੇ ਫੇਰ ਕਰਮਚੰਦ ਵੱਲ ਤੱਕਦੀ ਹੋਈ ਫਿਰ ਗਾਉਣ ਲੱਗੀ, जरा तीरे नजर फेंको जिगर और दिल भी हाजिर है कि ऐसे मारते हो तुम निशाना हम भी देखेंगे। ਪੰਡਤ ਹੋਰੀ ਬੇਵਸੀ ਬਲਿਹਾਰ ਬਲਿਹਾਰ ਕਹਿ ਉੱਠੇ ਤੇ ਲੱਗਦੇ ਹੱਥ ਉਹਨਾਂ ਨੇ ਹਥਲੇ ਸਾਰੇ ਨੋਟ ਇੱਕੋ ਵਾਰੀ ਉਸ ਵੱਲ ਸੁੱਟ ਦਿੱਤੇ। ਕਰਮਚੰਦ ਵੀ ਕਦੋਂ ਘੱਟ ਸੀ, ਉਸਨੇ ਨਹਿਲੇ ਉੱਤੇ ਦਹਿਲਾ ਮਾਰਿਆ। ਉਹਨਾਂ ਦੀ ਉਦਾਰਤਾ ਵੇਖ ਵੇਖ ਲੋਕੀ ਨਿਹਾਲ ਹੋ ਰਹੇ ਸਨ ਤੇ ਅਨਵਰ ਜਾਨ ਦੀ ਇਸ ਅਨੋਖੀ ਸ਼ਕਤੀ ਦੀ ਦਾਦ ਦੇ ਰਹੇ ਸਨ। ਹੁਣ ਅਨਵਰ ਜਾਨ ਨੇ ਦੂਸਰੀ ਗਜ਼ਲ ਸ਼ੁਰੂ ਕੀਤੀ, ਸਾਖੀਆ ਕਨਕੋਰ ਪਰ ਕਾਲੀ ਘਟਾ ਛਾਈ ਨਾ ਹੋ, ਮੈਂ ਕੀ ਪਿਆਲੀ ਬਨ ਕੇ ਦੁਲਹਨ ਬਾਗ ਮੇਂ ਆਈ ਨਾ ਹੋ। ਨਾਲ ਹੀ ਉਸਨੇ ਬੋਤਲ ਵਿੱਚੋਂ ਗਲਾਸ ਭਰ ਕੇ ਵਰਤਾਣੇ ਸ਼ੁਰੂ ਕੀਤੇ, ਜਿਸ ਦਾ ਮੁੱਢ ਪੰਡਤ ਹੋਰਾਂ ਤੋਂ ਵੱਜਿਆ। ਵਾਹ ਵਾਹ ਸੁਬਾਨ ਕਿਆ ਕਹਿਣੇ ਸ਼ਾਬਾਸ਼ ਤੇਰੇ ਦੀਆਂ ਆਵਾਜ਼ਾਂ ਨੇ ਗੂੰਜ ਪਾ ਦਿੱਤੀ। ਇੱਧਰੋਂ ਸ਼ਰਾਬ ਦਾ ਦੌਰ ਤੇ ਸੰਗੀਤ ਦੀ ਕਨਕੋਰ ਸੀ, ਦੂਜੇ ਪਾਸਿਓਂ ਰੁਪਇਆਂ ਦੀ ਠੰਨ ਠੰਨ ਦਾ ਨਜ਼ਾਰਾ। ਫਿਰ ਸ਼ਰਾਬ ਵੀ ਅਣਮਿੱਤੀ ਤੇ ਅਣਤੋਲੀ,
ਛੋਟੇ ਤੋਂ ਲੈ ਕੇ ਵੱਡੇ ਤੱਕ ਨੂੰ ਤੇ ਗਰੀਬ ਤੋਂ ਲੈ ਕੇ ਅਮੀਰ ਤੱਕ ਸਭ ਨੂੰ ਰੱਜਵੀਂ ਹਿੱਸੇ ਆਈ। ਬਿੱਲੀ ਨੇ ਗਲਾਸ ਰੋੜਿਆ ਤੇ ਚੂਹਿਆਂ ਨੂੰ ਵੀ ਕੁਰਲੀ ਕਰਨ ਦਾ ਚੇਤਾ ਆ ਗਿਆ। ਜਿਨ੍ਹਾਂ ਲੋਕਾਂ ਨੇ ਅੱਜ ਤੱਕ ਕਦੇ ਸ਼ਰਾਬ ਦੀ ਸ਼ਕਲ ਨਹੀਂ ਸੀ ਵੇਖੀ, ਮੁਫ਼ਤ ਵਰਤੀਂਦੀ ਵੇਖ ਕੇ ਉਹ ਵੀ ਰਹਿ ਨਾ ਸਕੇ। ਖੂਬ ਗਲੇ ਦਾ ਜੰਗਾਲ ਲਾਇਆ। ਮਾਂਝੀਆਂ ਦੀ ਮੰਡਲੀ ਤੇ ਮੋਰ ਮੁਕਟ ਸਰਦਾਰ ਪਾਲਾ ਸਿੰਘ ਹੋਰੀ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਸਾਡੇ ਗ੍ਰੰਥੀ ਸਾਹਿਬ ਵੀ ਸ਼ੋਭਾ ਦੇ ਰਹੇ ਸਨ। ਜੱਟ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਝੂਮਣ ਲੱਗੇ ਤਾਂ ਪਿੜ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ। ਕੋਈ ਪੰਜਾਬੀ ਦਾ ਚਾਹੁੰਦਾ ਚਾਹੁੰਦਾ ਗਾਉਣ ਹੋ ਜਾਵੇ। ਅਨਵਰ ਨੇ ਪੰਜਾਬੀ ਗੀਤ ਸ਼ੁਰੂ ਕੀਤਾ। ਮੈਂ ਕਮਲੀ ਕਮਲੀ ਆਖਦੇ ਕਮਲੀ ਵਾਲਾ ਤੂੰ, ਮੇਰੇ ਦਿਲ ਤੋਂ ਪੁੱਛ ਕੇ ਵੇਖ ਲੈ, ਬਹੁਤ ਨਿਰਾਲਾ ਤੂੰ। ਚੁਣ ਕਲੀਆਂ ਸੇਜ ਵਿਛਾਨੀਆਂ, ਭਰ ਭਰ ਜਾਮ ਪਿਲਾਨੀਆਂ, ਮੈਂ ਸਾਕੀ ਮੈਂ ਖਾਨੇ ਦੀ, ਬਣ ਮਤਵਾਲਾ ਤੂੰ। ਗੀਤ ਗਾਉਂਦੀ ਹੋਈ ਅਨਵਰ ਅਸਲੀ ਰੂਪ ਵਿੱਚ ਮੇਖਾਨੇ ਦੀ ਸਾਕੀ ਬਣ ਗਈ। ਇਸ ਵੇਲੇ ਕਿਹੜਾ ਅਭਾਗਾ ਸੀ ਜਿਹੜਾ ਉਸ ਦੇ ਹੱਥੋਂ ਜਾਮ ਪੀ ਕੇ ਮਤਵਾਲਾ ਨਾ ਬਣਦਾ। ਪਾਲਾ ਸਿੰਘ ਹੋਰੀ ਤਾਂ ਸ਼ਰਾਬ ਦੇ ਕੀੜੇ ਸਨ ਹੀ, ਪਰ ਭਾਈ ਸਾਹਿਬ ਨੂੰ ਕਦੇ ਛਟਾਂਕ ਅੱਧ ਪਾ ਤੋਂ ਵੱਧ ਨਸੀਬ ਨਹੀਂ ਸੀ ਹੋਈ। ਅਜਿਹਾ ਸੁੰਦਰ ਮੌਕਾ ਜਿੱਥੇ ਪੀਣ ਦੀ ਤਾਂ ਗੱਲ ਹੀ ਛੱਡੋ, ਨਹਾਣ ਦੀ ਵੀ ਖੁੱਲ੍ਹ ਸੀ। ਭਾਈ ਹੋਰਾਂ ਵੀ ਅੱਜ ਖੂਬ ਢਿੱਡ ਨੂੰ ਤਾੜ ਲਤਾੜ ਕੇ ਭਰਿਆ। ਕਰਮਚੰਦ ਤੇ ਪੰਡਿਤ ਹੋਰੀ ਤਾਂ ਬਸ ਇਹੋ ਸਮਝ ਰਹੇ ਸਨ ਕਿ ਸੰਸਾਰ ਵਿੱਚ ਆਉਣਾ ਹੀ ਅੱਜ ਸਫਲ ਹੋਇਆ ਹੈ। ਅਨਵਰ ਹੋਰਨਾਂ ਨੂੰ ਤਾਂ ਗਲਾਸ ਫੜਾ ਹੀ ਦਿੰਦੀ ਸੀ, ਪਰ ਇਹਨਾਂ ਦੋਹਾਂ ਦੇ ਬੁੱਲ੍ਹਾਂ ਨਾਲ ਲਾ ਕੇ ਉਹ ਆਪ ਹੀ ਪਿਆਂਦੀ ਸੀ। ਹੁੰਦਿਆਂ ਹੁੰਦਿਆਂ ਅਨਵਰ ਦਾ ਨਾਚ ਇੱਕ ਕਦਮ ਹੋਰ ਅਗਾਂਹ ਵਧਿਆ। ਐਤਕੀਂ ਉਹ ਜਿਹੜੇ 2 ਗਲਾਸ ਲਿਆਈ ਸੀ, ਉਹਨਾਂ ਵਿੱਚ ਪਹਿਲਾਂ ਇੱਕ ਘੁੱਟ ਪੀ ਕੇ ਦੋਹਾਂ ਦੇ ਮੂੰਹਾਂ ਨੂੰ ਲਾ ਦਿੱਤੇ ਤੇ ਕਿਸ ਅਦਾ ਨਾਲ, ਜਿਸ ਨੇ ਦੋਹਾਂ ਨੂੰ ਉੱਕਾ ਹੀ ਘਾਇਲ ਕਰ ਦਿੱਤਾ। ਹੌਲੀ ਹੌਲੀ ਜਲਸੇ ਦਾ ਰੰਗ ਪਲਟਣ ਲੱਗਾ। ਸਾਰੇ ਸਰੋਤੇ ਹੁਣ ਕਿਸੇ ਹੋਰ ਦੁਨੀਆ ਵਿੱਚ ਸਨ। ਕੋਈ ਅੱਖਾਂ ਮੀਟ ਕੇ ਝੁਟਲਾ ਰਿਹਾ ਸੀ, ਕੋਈ ਅਨਵਰ ਜਾਣ ਲਈ ਵੰਨ ਸੁਵੰਨੇ ਦੇ ਅਧੂਰੇ ਸ਼ਬਦਾਂ ਵਿੱਚ ਪ੍ਰੇਮ ਵਿੱਚੋਂ ਲੰਘ ਰਿਹਾ ਸੀ। ਕੋਈ ਇਹਨਾਂ ਵਿੱਚੋਂ ਬਹੁਤ ਸਾਰੀ ਗਿਣਤੀ ਉਹਨਾਂ ਲੋਕਾਂ ਦੀ ਸੀ ਜਿਹੜੇ ਉੱਕਾ ਹੀ ਬੇਸੁੱਧ ਸਨ। ਅਨਵਰ ਨੇ ਆਖੀਰ ਆਪਣੀ ਲੀਲਾ ਦਾ ਭੋਗ ਪਾਇਆ ਤੇ ਸਾਜੀਆਂ ਨੂੰ ਸਾਜ਼ ਬਣਾਉਣ ਦਾ ਇਸ਼ਾਰਾ ਕੀਤਾ। ਸਾਰਗੀ ਨੇ ਅੱਜ ਉਮੀਦ ਤੋਂ ਵੱਧ ਆਪਣੀ ਨੌਕਰੀ ਵਜਾਈ ਸੀ। ਉਸਦਾ ਢਿੱਡ ਰੁਪਇਆਂ ਤੇ ਨੋਟਾਂ ਨਾਲ ਭਰ ਗਿਆ। ਸਾਜੀ ਆਪਣਾ ਟੰਬਾ ਟੀਹਾ ਸੰਭਾਲਦੇ ਹੋਏ ਆਪਣੇ ਚੁਬਾਰੇ ਵਿੱਚ ਜਿਹੜਾ ਉਹਨਾਂ ਨੇ ਨਿਯਤ ਕੀਤਾ ਸੀ ਜਾ ਪੁੱਜੇ ਤੇ ਸਰੋਤੇ ਵੀ ਝੂਮਦੇ ਉੱਠ ਤੁਰੇ। ਕਈ ਜਿਹੜੇ ਬਹੁਤ ਜ਼ਿਆਦਾ ਪੀ ਚੁੱਕੇ ਸਨ ਉੱਥੇ ਹੀ ਲੰਬੇ ਪਏ ਰਹੇ। ਰਾਤ ਦੇ 8 ਕੁ ਵਜੇ ਬਚਨ ਸਿੰਘ ਜਦ ਰਵਾਨੀ ਜਾ ਕੇ ਸੁੰਦਰੀ ਦੇ ਮਕਾਨ ਤੇ ਪੁੱਜਾ ਤਾਂ ਨਿਰਾਸਤਾ ਨੇ ਉਸਦੀ ਅਜਬ ਹਾਲਤ ਕੀਤੀ ਹੋਈ ਸੀ। ਸੁੰਦਰੀ ਉਸਦਾ ਹਾਲ ਵੇਖ ਕੇ ਬੜੀ ਘਬਰਾਈ ਤੇ ਪਿਆਰ ਨਾਲ ਉਸਦਾ ਹੱਥ ਫੜ ਕੇ ਬੋਲੀ, ਕਿਉਂ ਇਸ ਤਰ੍ਹਾਂ ਹੋ, ਸੁੱਖ ਤੇ ਹੈ? ਠੰਡਾ ਸਾਹ ਭਰ ਕੇ ਬਚਨ ਸਿੰਘ ਨੇ ਮੰਜੇ ਤੇ ਬਹਿੰਦਿਆਂ ਹੋਇਆਂ ਕਿਹਾ, ਸੁੰਦਰੀ ਜੀ, ਮੈਂ ਨਾਕਾਮਯਾਬ ਰਿਹਾ। ਤੇ ਇਸ ਤੋਂ ਬਾਅਦ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਕੱਲ੍ਹ ਉਹ ਸਾਰਾ ਦਿਨ ਫਿਰਦਾ ਰਿਹਾ, ਪਰ ਹਰ ਥਾਂ ਤੋਂ ਉਸਨੂੰ ਮੂੰਹ ਦੀ ਖਾਣੀ ਪਈ। ਫਿਰ ਉਸਨੇ ਅੱਜ ਵਾਲੇ ਮੁਜ਼ਾਹਰੇ ਦਾ ਹਾਲ ਸੁਣਾਇਆ ਕਿ ਦੀਵਾਨਪੁਰ ਵਿੱਚ ਕਿਸ ਤਰ੍ਹਾਂ ਸ਼ਰਾਬ ਦੀਆਂ ਨਹਿਰਾਂ ਵਗ ਰਹੀਆਂ ਤੇ ਚਾਂਦੀ ਸੋਨੇ ਦਾ ਮੀਂਹ ਪੈ ਰਿਹਾ ਹੈ। ਸੁੰਦਰੀ ਦਾ ਗੁਲਾਬੀ ਚਿਹਰਾ ਪੀਲਾ ਪੈ ਗਿਆ। ਉਹ ਇਸ ਖਿਆਲ ਨਾਲ ਪਰੇਸ਼ਾਨ ਹੋ ਰਹੀ ਸੀ ਜੋ ਆਪਣੇ ਪ੍ਰੀਤਮ ਦੇ ਇਸ ਕੰਮ ਵਿੱਚ ਕੁਝ ਵੀ ਸਹਾਇਤਾ ਨਹੀਂ ਸੀ ਕਰ ਰਹੀ, ਜਿਸ ਦਾ ਭਾਰ ਦੋਹਾਂ ਨੇ ਸਿਰ ਲਿਆ ਸੀ। ਉਸਨੂੰ ਬਚਨ ਸਿੰਘ ਇਕੱਲਾ ਹੀ ਚੁੱਕ ਕੇ ਗਿੱਚੀ ਤੂੜਾ ਰਿਹਾ ਸੀ। ਸੋਚ ਕੇ ਅੰਤ ਉਸਦੇ ਦਿਲ ਵਿੱਚ ਕੋਈ ਐਸਾ ਖਿਆਲ ਆਇਆ ਜਿਸਨੇ ਉਸਦੀ ਚਿੰਤਾ ਕਿਸੇ ਹੱਦ ਤੱਕ ਦੂਰ ਕਰ ਦਿੱਤੀ। ਉਸਦੇ ਚਿਹਰੇ ਤੇ ਖੁਸ਼ੀ ਝਲਕਣ ਲੱਗੀ ਤੇ ਉਹ ਅੱਬੜਵਾਹੇ ਬੋਲੀ ਉੱਠੀ, ਤਾਂ ਫਿਰ ਹੁਣ ਮੇਰੀ ਵਾਰੀ ਹੈ। ਤੁਹਾਡੀ? ਬਚਨ ਸਿੰਘ ਹੈਰਾਨੀ ਨਾਲ ਬੋਲਿਆ, ਸੁੰਦਰੀ ਜੀ, ਤੁਸੀਂ ਇਸ ਵਿੱਚ ਕੀ ਸਵਾਰ ਸਕਦੇ ਹੋ? ਜਿਸ ਕੰਮ ਨੇ ਮੇਰੀ ਇਤਨੇ ਦਿਨਾਂ ਦੀ ਕੋਸ਼ਿਸ਼ ਨਹੀਂ ਕਰ ਸਕੀ, ਉਸ ਕੰਮ ਵਿੱਚ ਤੁਸੀਂ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਹੋ? ਸੁੰਦਰੀ ਹੌਸਲੇ ਨਾਲ ਬੋਲੀ, ਜੇ ਕਾਮਯਾਬ ਨਾ ਹੋਵਾਂਗੀ ਤਾਂ ਕੀ ਹਰਜ ਏ, ਮੈਂ ਵੀ ਮੁੜ ਆਵਾਂਗੀ। ਆਪਣੇ ਵੱਲੋਂ ਤਾਂ ਯਤਨ ਹੀ ਕਰਨਾ ਏ, ਸਫਲਤਾ ਦੇਣੀ ਤਾਂ ਵਾਹਿਗੁਰੂ ਦੇ ਹੱਥ ਹੈ। ਨਹੀਂ ਸੁੰਦਰੀ ਜੀ, ਨਹੀਂ, ਮੈਂ ਤੁਹਾਨੂੰ ਇਸ ਖਤਰਨਾਕ ਕੰਮ ਵਿੱਚ ਪੈਣ ਦੀ ਸਲਾਹ ਨਹੀਂ ਦੇ ਸਕਦਾ। ਤੁਸੀਂ ਸੁਣੋ ਤੇ ਸਹੀ। ਹਾਂ, ਮੈਨੂੰ ਇੱਕ ਹੋਰ ਤਰਕੀਬ ਸੁੱਝੀ ਏ। ਕੀ? ਟਹਿਣੀਆਂ ਫੜਨ ਦਾ ਖਿਆਲ ਛੱਡ ਕੇ ਜੇ ਮੁੱਢ ਨੂੰ ਹੀ ਹੱਥ ਪਾਇਆ ਜਾਵੇ ਤਾਂ? ਅਰਥਾਤ ਉਸ ਵੇਸਵਾ ਨੂੰ ਹੀ ਕਿਉਂ ਨਾ ਸਮਝਾਇਆ ਜਾਏ।
ਬਚਨ ਸਿੰਘ ਬੇਤਹਾਸ਼ਾ ਹੱਸਦਾ ਹੋਇਆ, ਵਾਹ ਸੁੰਦਰੀ ਜੀ, ਜਿਸ ਮੰਤਰ ਨਾਲ ਭੂੰਡਾਂ ਦੀ ਚੱਖਰ ਨਹੀਂ ਕਾਬੂ ਆਉਂਦੀ, ਉਸ ਮੰਤਰ ਨਾਲ ਤੁਸੀਂ ਸੱਪ ਫੜਨਾ ਚਾਹੁੰਦੇ ਹੋ। ਭਲਾ ਇਹ ਵੀ ਕਦੀ ਹੋ ਸਕਦਾ ਹੈ? ਬੰਦੂਕ ਦੀ ਜਿਸ ਗੋਲੀ ਨਾਲ ਆਦਮੀ ਇੱਕ ਵੇਲੇ ਸਹੇ ਨੂੰ ਹੀ ਨਹੀਂ ਮਾਰ ਸਕਦਾ, ਹੋ ਸਕਦਾ ਹੈ ਉਹੀ ਗੋਲੀ ਸ਼ੇਰ ਨੂੰ ਮਾਰਨ ਲਈ ਕੰਮ ਦੇ ਜਾਵੇ। ਤੁਸੀਂ ਮੈਨੂੰ ਆਗਿਆ ਦੇ ਦਿਓ। ਚੰਗਾ, ਜੇ ਤੁਹਾਡੀ ਇਹੋ ਮਰਜ਼ੀ ਹੈ ਤਾਂ ਮੈਂ ਤੁਹਾਨੂੰ ਰੋਕਣਾ ਨਹੀਂ, ਪਰ ਹੈ ਇਹ ਪਾਣੀ ਰਿੜਕਣ ਵਾਲਾ ਕੰਮ। ਕੁਝ ਵੀ ਹੋਵੇ, ਬਹੁਤ ਅੱਛਾ, ਤੁਹਾਡੀ ਮਰਜ਼ੀ। ਤਾਂ ਚਲੋ, ਮੈਨੂੰ ਹੁਣੇ ਦੀਵਾਨਪੁਰ ਲੈ ਚਲੋ, ਮੈਂ ਵੀ ਇੱਕ ਵਾਰੀ ਆਪਣਾ ਜੋੜਲਾ ਵੇਖਾਂ। ਪਰ ਇਤਨੀ ਰਾਤ ਗਈ, ਤੁਸੀਂ ਇੱਥੇ ਵਾਪਸ ਕਿੱਕਣ ਆ ਸਕੋਗੇ? ਵਾਪਸ ਆਉਣ ਦੀ ਲੋੜ ਨਹੀਂ, ਮੈਂ ਰਾਤ ਦਾ ਬਾਕੀ ਹਿੱਸਾ ਤੁਹਾਡੇ ਘਰ ਹੀ ਰਹਿ ਕੇ ਗੁਜ਼ਾਰ ਲਵਾਂਗੀ। ਚੰਗਾ ਚਲੋ, ਕਹਿਣ ਤੋਂ ਬਾਅਦ ਬਚਨ ਸਿੰਘ ਨੇ ਸੁੰਦਰੀ ਨੂੰ ਨਾਲ ਲੈ ਲਿਆ ਤੇ ਦੋਹੇਂ ਦੀਵਾਨਪੁਰ ਵੱਲ ਤੁਰ ਪਏ। ਧੰਨਵਾਦ। ਅੰਗ 26ਵਾਂ। ਰਾਤ ਦੇ 10 ਵੱਜ ਚੁੱਕੇ ਸਨ। ਅਨਵਰ ਜਾਨ ਦੇ ਚੁਬਾਰੇ ਤੇ ਹੁਣ ਤੱਕ ਬਹੁਤ ਸਾਰੇ ਪਤਵੰਤਿਆਂ ਦੀ ਭੀੜ ਸੀ, ਪਰ ਉਸਨੇ ਸਿਰ ਪੀੜ ਦਾ ਬਹਾਨਾ ਬਣਾ ਕੇ ਮਸੇ-ਮਸੇ ਕਈਆਂ ਤੋਂ ਖਹਿੜਾ ਛੁਡਾਇਆ ਹੈ। ਉਸਦੀ ਨੌਕਰਾਨੀ ਨੇ ਬੂਹਾ ਬੰਦ ਕਰਕੇ ਅਨਵਰ ਦੀ ਵਿਛਾਈ ਕੀਤੀ ਤੇ ਉਹ ਜਾ ਕੇ ਲੰਬੀ ਪੈ ਗਈ। ਉਸਦੀ ਅੱਖ ਲੱਗਣ ਹੀ ਲੱਗੀ ਸੀ ਕਿ ਥੱਲਿਓਂ ਫੇਰ ਬੂਹਾ ਖੜਕਣ ਦੀ ਆਵਾਜ਼ ਆਈ। ਉਹ ਛਿੱਦੀ ਹੋ ਕੇ ਬੜਬੜਾਉਣ ਲੱਗੀ। ਕੰਬਖਤ 2 ਘੜੀਆਂ ਨੀਂਦਰ ਵੀ ਨਹੀਂ ਲੈਣ ਦਿੰਦੇ, ਮਸੇ-ਮਸੇ ਦਫਾ ਕੀਤੇ ਸਨ। ਪਹਿਲਾਂ ਤਾਂ ਉਸਦਾ ਦਿਲ ਚਾਹਿਆ ਕਿ ਨੌਕਰਾਨੀ ਤੋਂ ਖਵਾ ਦੇਵੇ ਕਿ ਸੌਂ ਗਈ ਹੈ, ਪਰ ਫਿਰ ਉਸਨੇ ਬੂਹਾ ਖੋਲ੍ਹਣ ਲਈ ਭੇਜ ਹੀ ਦਿੱਤਾ। ਆਉਣ ਵਾਲਿਆਂ ਦੇ ਕਦਮਾਂ ਦਾ ਖੜਾਕ ਸੁਣ ਕੇ ਅਨਵਰ ਉੱਠ ਬੈਠੀ। ਇਸ ਵੇਲੇ ਉਸ ਡਿੱਠਾ ਨੌਕਰਾਨੀ ਦੇ ਪਿੱਛੇ-ਪਿੱਛੇ ਇੱਕ 16-17 ਵਰ੍ਹਿਆਂ ਦੀ ਮੁਟਿਆਰ ਤੁਰੀ ਆ ਰਹੀ ਸੀ। ਪਤਲੀ, ਲੰਮੀ, ਲਗਰ ਜਿਹੇ ਢਾਡੇ ਪਿਆਰੇ ਨਕਸ਼ਾਂ ਵਾਲੀ। ਉਹ ਹੈਰਾਨ ਸੀ ਕਿ ਇਸ ਕੁੜੀ ਦਾ ਇੱਥੇ ਕੀ ਕੰਮ। ਉਸਨੇ ਆਦਰ ਨਾਲ ਉਸਨੂੰ ਪਾਸ ਆਉਣ ਦਾ ਇਸ਼ਾਰਾ ਕਰਦਿਆਂ ਹੋਇਆਂ ਕਿਹਾ, "ਹਾਂ ਬੇਟੀ, ਤੂੰ ਕਿੱਧਰ ਆਈ ਹੈ ਇਸ ਵੇਲੇ?" ਸੁੰਦਰੀ ਨੇ ਕਿਸੇ ਤੀਵੀਂ ਦੇ ਮੂੰਹੋਂ ਆਪਣੇ ਆਪ ਨੂੰ ਬੇਟੀ ਸ਼ਬਦ ਕਹਿੰਦਿਆਂ ਸ਼ਾਇਦ ਸਾਰੇ ਜੀਵਨ ਵਿੱਚ ਅੱਜ ਪਹਿਲੀ ਵਾਰਾਂ ਸੁਣਿਆ। ਉਹ ਨਿੱਕੇ ਹੁੰਦਿਆਂ ਜਦ ਹੋਰਾਂ ਮੁੰਡਿਆਂ ਕੁੜੀਆਂ ਨੂੰ ਵੇਖਦੀ ਸੀ ਤਾਂ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਪੁੱਤਰ, ਬੱਚੀ ਕਹਿ ਕੇ ਬੁਲਾ ਰਹੀਆਂ ਹਨ ਤਾਂ ਉਸਦੇ ਦਿਲ ਵਿੱਚ ਕੁਝ ਹੋਣ ਲੱਗ ਪੈਂਦਾ ਸੀ। ਉਹ ਸੋਚਦੀ ਹੁੰਦੀ ਸੀ, ਜੇ ਮੇਰੀ ਮਾਂ ਹੁੰਦੀ ਤਾਂ ਮੈਨੂੰ ਵੀ ਇਸੇ ਤਰ੍ਹਾਂ ਬੁਲਾਉਂਦੀ। ਮਨੋਂ ਉਸਦੇ ਕੰਨਾਂ ਨੂੰ ਇਹ ਛੋਟਾ ਜਿਹਾ ਸ਼ਬਦ ਸੁਣਨ ਲਈ ਜਨਮ ਤੋਂ ਲੈ ਕੇ ਹੀ ਸਿੱਕ ਜਿਹੀ ਸੀ। ਉਹ ਜਿਨ੍ਹਾਂ ਖਿਆਲਾਂ ਨੂੰ ਦਿਲਾਂ ਵਿੱਚ ਲੈ ਕੇ ਪੌੜੀਆਂ ਚੜ੍ਹੀ ਸੀ, ਉਹ ਇਸ ਬੇਟੀ ਸ਼ਬਦ ਦੇ ਸੁਣਨ ਨਾਲ ਹੀ ਇਸ ਤਰ੍ਹਾਂ ਅਲੋਪ ਹੋ ਗਏ, ਜਿਕਣ ਅੱਗ ਬਾਲਣ ਨਾਲ ਧੂੰਆਂ। ਉਹ ਸੋਚਦੀ ਆਈ ਸੀ, ਇਸਤਰੀ ਜਾਤੀ ਦੇ ਗੌਰਵ ਨੂੰ ਮਿੱਟੀ ਵਿੱਚ ਰਲਾਉਣ ਵਾਲੀ ਇਸ ਨੀਚ ਤੇ ਕੁਲਟਾ ਕੰਜਰੀ ਦੇ ਸਾਹਮਣੇ ਮੈਂ ਕੀਕਣ ਜਾਵਾਂਗੀ, ਜਿਸ ਦੇ ਕਮਰੇ ਦੀ ਹਰ ਇੱਕ ਚੀਜ਼ ਉੱਤੇ ਦੁਰਾਚਾਰ ਤੇ ਪਾਪ ਦਾ ਪੋਚਾ ਫਿਰਿਆ ਹੋਇਆ ਹੈ। ਮੈਂ ਉਸ ਨੂੰ ਕੀਕਣ ਛੋਹਾਂਗੀ ਆਦਿ। ਉਸਦਾ ਖਿਆਲ ਸੀ ਕਿ ਉਹ ਦੂਰੋਂ ਹੀ ਖਲੋ ਕੇ ਉਸ ਨਾਲ ਗੱਲ ਕਰੇਗੀ, ਪਰ ਉਹ ਆਪ ਮੁਹਾਰੀ ਹੀ ਖਿੱਚਦੀ ਉਸਦੇ ਮੰਜੇ ਪਾਸ ਜਾ ਪਹੁੰਚੀ। ਇਸ ਵੇਲੇ ਅਨਵਰ ਦੀ ਨੌਕਰਾਨੀ ਆਪਣੀ ਕੋਠੜੀ ਵਿੱਚ ਜਾ ਚੁੱਕੀ ਸੀ। ਸੁੰਦਰੀ ਚੁੱਪ-ਚਾਪ ਖੜੀ ਰਹੀ। ਅਨਵਰ ਨੇ ਫੇਰ ਪੁੱਛਿਆ, "ਬੱਚੀ, ਮੇਰੇ ਨਾਲ ਕੋਈ ਕੰਮ ਸੀ?" ਉਸਦੇ ਪਹਿਲੇ ਸ਼ਬਦ ਨੇ ਸੁੰਦਰੀ ਦੇ ਦਿਲ ਨੂੰ ਟੁਣਕਾਰ ਲਾਈ ਤੇ ਉਸਦੀ ਸਾਰੀ ਘਿਰਣਾ ਦੂਰ ਹੋ ਗਈ। ਪਰ ਉਸਦੇ ਦੁਬਾਰਾ ਬੱਚੀ ਸ਼ਬਦ ਨੇ ਸੁੰਦਰੀ ਦੇ ਦਿਲ ਵਿਚਲੀ ਕੋਈ ਮੋਹ ਤਾਕੀ ਖੋਲ ਦਿੱਤੀ। ਉਹ ਸਿਰ ਨੀਵਾਂ ਕੀਤੀ ਬੋਲੀ, "ਹਾਂ ਮਾਂ ਜੀ, ਕੰਮ ਸੀ।" ਅਨਵਰ ਨੂੰ ਉਹਦੀ ਅਦਾ ਬੜੀ ਪਿਆਰੀ ਲੱਗੀ ਤੇ ਇੰਜ ਮਾਂ ਜੀ ਸ਼ਬਦ ਨੇ ਜਿਵੇਂ ਉਸਦੇ ਕੰਨਾਂ ਵਿੱਚ ਮਿਸ਼ਰੀ ਘੋਲ ਦਿੱਤੀ। ਸੁੰਦਰੀ ਦਾ ਹੱਥ ਫੜ ਕੇ ਉਸਨੂੰ ਮੰਜੇ ਤੇ ਬਿਠਾਉਂਦਿਆਂ ਹੋਏ ਬੋਲੀ, "ਦੱਸ।" ਸੁੰਦਰੀ ਬਿਨਾਂ ਜੱਕੋ ਤੱਕੀ ਮੰਜੇ ਤੇ ਬੈਠ ਗਈ ਤੇ ਉਸ ਵੱਲ ਤੱਕਦੀ ਹੋਈ ਬੋਲੀ, "ਮਾਂ ਜੀ, ਇੱਕ ਅਰਜ਼ ਕਰਨ ਲਈ ਆਈ ਹਾਂ, ਪਰ..." ਉਹ ਚੁੱਪ ਹੋ ਗਈ। ਅਨਵਰ ਨੇ ਉਸਦੇ ਚਿਹਰੇ ਤੇ ਇੱਕ ਡੂੰਘੀ ਨਜ਼ਰ ਸੁੱਟ ਕੇ ਉਸਦਾ ਭਾਵ ਮਾਲੂਮ ਕਰਨਾ ਚਾਹਿਆ, ਪਰ ਉਹ ਕੁਝ ਵੀ ਸਮਝ ਨਾ ਸਕੀ। ਬਾਹਾਂ ਵਧਾ ਕੇ ਸੁੰਦਰੀ ਦੀ ਪਿੱਠ ਤੇ ਹੱਥ ਫੇਰਦੀ ਤੇ ਉਸਦੇ ਮੋਢੇ ਨੂੰ ਫੜ ਕੇ ਪਿਆਰ ਨਾਲ ਥੋੜਾ ਜਿਹਾ ਆਪਣੇ ਵੱਲ ਖਿੱਚਦੀ ਹੋਈ ਬੋਲੀ, "ਦੱਸ ਬੱਚੀ, ਦੱਸਦੀ ਕਿਉਂ ਨਹੀਂ?" ਵੇਸਵਾ ਦੇ ਜਿਸ ਹੱਥ ਨੂੰ ਉਹ ਨਾਪਾਕ ਤੇ ਘ੍ਰਿਣਤ ਸਮਝਦੀ ਸੀ, ਉਹ ਹੱਥ ਆਪਣੇ ਪਿੰਡੇ ਨਾਲ ਛੂੰਹਦਿਆਂ ਉਸਦੇ ਸਰੀਰ ਨੂੰ ਕੋਈ ਮਿੱਠਾ ਨਿੱਘ ਪ੍ਰਤੀਤ ਹੋਇਆ। ਸੁੰਦਰੀ ਨੇ ਉਸਦਾ ਦੂਸਰਾ ਹੱਥ ਆਪਣੇ ਦੋਹਾਂ ਹੱਥਾਂ ਵਿੱਚ ਲੈ ਲਿਆ ਤੇ ਸਿਰ ਨੂੰ ਉਸਦੀ ਬਾਂਹ ਨਾਲ ਜੋੜ ਕੇ ਬੋਲੀ, "ਮਾਂ ਜੀ, ਮੇਰਾ ਬਹੁਤ ਔਖਾ ਏ, ਕਹਿੰਦਿਆਂ ਮੈਨੂੰ ਸੰਗ ਆਉਂਦੀ ਏ।" ਅਨਵਰ ਨੇ ਦੂਸਰਾ ਹੱਥ ਉਸਦੇ ਹੱਥ ਵਿੱਚੋਂ ਹੌਲੀ ਜਿਹੀ ਛੁਡਾ ਕੇ ਬਾਂਹ ਉਸਦੇ ਲੱਕ ਦੁਆਲੇ ਲਪੇਟ ਕੇ ਕਿਹਾ, "ਨਹੀਂ ਬੇਟੀ, ਸੰਗਦੀ ਕਿਉਂ ਏ? ਤੂੰ ਜੋ ਕਹੇਂਗੀ ਮੈਂ ਮੰਨਾਂਗੀ।" ਪਰ ਸ਼ਾਇਦ ਉਹ ਇਹ ਗੱਲ ਕਾਹਲੀ ਦੇ ਵੱਸ ਹੋ ਕੇ ਕਹਿ ਗਈ ਸੀ।
ਫਿਰ ਸੋਚਣ ਲੱਗੀ, ਮੈਨੂੰ ਬਿਨਾਂ ਗੱਲ ਪੁੱਛੇ ਇਸਦੇ ਪੂਰੇ ਕਰਨ ਦਾ ਇਕਰਾਰ ਨਹੀਂ ਸੀ ਕਰਨਾ ਚਾਹੀਦਾ। ਸੁੰਦਰੀ ਉਸਦੇ ਸਰੀਰ ਨਾਲ ਜੁੜੀ ਬੈਠੀ ਸੀ। ਉਹ ਬੋਲੀ, ਮਾਂ ਜੀ, ਤੇ ਉਹਦੇ ਮੂੰਹੋਂ ਇੱਕ ਹੋਰ ਕੁਝ ਨਾ ਨਿਕਲਿਆ। ਉਹ ਆਪਣੇ ਆਪ ਵਿੱਚ ਇਸ ਤਰ੍ਹਾਂ ਅਨੁਭਵ ਕਰ ਰਹੀ ਸੀ, ਜਿਕਣ ਇਹ ਮਾਂ ਜੀ ਸ਼ਬਦ ਕਹਿਣ ਨਾਲ ਉਸਦੇ ਅੰਦਰ ਕੋਈ ਅੰਮ੍ਰਿਤ ਦਾ ਘੁੱਟ ਆ ਜਾਂਦਾ ਹੈ ਤੇ ਉਸਦੇ ਰਗ-ਰਗ ਵਿੱਚ ਮੋਹ ਤੇ ਪਿਆਰ ਦੀ ਝਰਨਾਹਟ ਜਿਹੀ ਛਿੜ ਜਾਂਦੀ ਹੈ। ਫੁੱਲ ਨੂੰ ਸੁੰਘਣ ਨਾਲ ਜਿਸ ਤਰ੍ਹਾਂ ਆਦਮੀ ਦੀ ਤ੍ਰਿਪਤੀ ਨਹੀਂ ਹੁੰਦੀ ਤੇ ਉਹ ਮੁੜ-ਮੁੜ ਉਸਨੂੰ ਸੁੰਘਦਾ ਹੈ, ਇਸੇ ਤਰ੍ਹਾਂ ਸੁੰਦਰੀ ਦਾ ਜੀ ਕਰਦਾ ਜੋ ਉਹ ਘੜੀ-ਮੁੜੀ ਇਸੇ ਸ਼ਬਦ ਨੂੰ ਦੁਹਰਾਉਂਦੀ ਜਾਵੇ। ਉਹ ਫੇਰ ਬੋਲੀ, ਮਾਂ ਜੀ, ਅਨਵਰ ਨੇ ਉਸਦੀ ਗੱਲ ਸ਼ਾਇਦ ਨਹੀਂ ਸੁਣੀ। ਉਸਨੇ ਉਸਨੂੰ ਉਵੇਂ ਹੀ ਖਿੱਚ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ ਤੇ ਪਿਆਰ ਭਰੇ ਹੱਥ ਨਾਲ ਉਸਦੇ ਸਿਰ ਦੇ ਵਾਲਾਂ ਨੂੰ ਬਿਠਾਉਣ ਲੱਗੀ। ਉਸਨੂੰ ਇਸ ਗੱਲ ਦਾ ਕੁਝ ਚਿਰ ਲਈ ਖਿਆਲ ਹੀ ਨਾ ਰਿਹਾ ਕਿ ਉਹ ਉਸ ਤੋਂ ਕੀ ਪੁੱਛ ਰਹੀ ਸੀ। ਉਸਨੂੰ ਕੁਦਰਤ ਦੇ ਕਾਰੀਗਰ ਦਾ ਘੜਿਆ ਹੋਇਆ ਇਹ ਸੁਬਕ ਜਿਹਾ ਖਿਡੌਣਾ ਡਾਢਾ ਪਿਆਰਾ ਲੱਗ ਰਿਹਾ ਸੀ। ਉਸਨੂੰ ਉਸ ਵਿੱਚੋਂ ਕਿਸੇ ਰਸ ਦਾ ਅਨੁਭਵ ਹੋ ਰਿਹਾ ਸੀ, ਸ਼ਾਇਦ ਵਾਸਤਲ ਰਸ ਦਾ, ਜਿਸ ਦੀ ਅਣਹੋਂਦ ਕਰਕੇ ਹਮੇਸ਼ਾ ਉਸਦਾ ਕਲੇਜਾ ਤਪਦਾ ਰਹਿੰਦਾ ਸੀ। ਸੁੰਦਰੀ ਨੇ ਉਸਦੇ ਸੀਨੇ ਨਾਲ ਆਪਣਾ ਸਿਰ ਜੋੜ ਲਿਆ ਤੇ ਫਿਰ ਉਸਦੀਆਂ ਅੱਖਾਂ ਵਿੱਚ ਅੱਖਾਂ ਕੱਢ ਕੇ ਬੋਲੀ, ਮਾਂ ਜੀ। ਅਨਵਰ ਨੇ ਜਦ ਧਿਆਨ ਨਾਲ ਡਿੱਠਾ ਤਾਂ ਸੁੰਦਰੀ ਦੀਆਂ ਅੱਖਾਂ ਡੁੱਬ-ਡੁਬਾ ਰਹੀਆਂ ਸਨ। ਉਸਨੇ ਸਰਾਣੇ ਹੇਠੋਂ ਰੁਮਾਲ ਖਿੱਚ ਕੇ ਉਸਦੀਆਂ ਅੱਖਾਂ ਪੂੰਝੀਆਂ ਤੇ ਪਤਾ ਨਹੀਂ ਕਿਹੜੇ ਵੇਲੇ ਉਸਦੇ ਬੁੱਲ੍ਹ ਸੁੰਦਰੀ ਦੇ ਮੱਥੇ ਨਾਲ ਬਦੋ-ਬਦੀ ਜਾ ਜੁੜੇ। ਸੁੰਦਰੀ ਨੇ ਹੁਣ ਆਪਣੀਆਂ ਦੋਹੇਂ ਬਾਹਾਂ ਉਸਦੇ ਗਲ 'ਚ ਪਾਈਆਂ ਹੋਈਆਂ ਸਨ। ਅਨਵਰ ਦਾ ਦਿਲ ਭਰ-ਭਰ ਆਉਂਦਾ ਸੀ। ਉਸਨੂੰ ਫੇਰ ਗੱਲ ਪੁੱਛਣ ਦਾ ਖਿਆਲ ਆ ਗਿਆ ਤੇ ਪਿਆਰ ਨਾਲ ਉਸਦੀ ਪਿੱਠ ਤੇ ਹੱਥ ਫੇਰਦੀ ਹੋਈ ਬੋਲੀ, ਬੇਟੀ, ਦੱਸ ਕੀ ਕਹਿਣ ਲੱਗੀ ਸੈਂ? ਤੂੰ ਮੈਨੂੰ ਜੋ ਕਹੇਂਗੀ ਮੰਨਾਂਗੀ। ਸੁੰਦਰੀ ਉਸਦੇ ਚਿਹਰੇ ਉੱਤੇ ਉਸਦੇ ਕਹੇ ਹੋਏ ਵਾਕਾਂ ਦੀ ਸੱਚਾਈ ਨੂੰ ਨਾਪਦੀ ਹੋਈ ਬੋਲੀ, ਮਾਂ ਜੀ, ਤੁਹਾਨੂੰ ਇਸ ਕੰਮ ਤੋਂ ਨਫ਼ਰਤ ਨਹੀਂ ਹੁੰਦੀ? ਨਫ਼ਰਤ? ਅਨਵਰ ਦੀਆਂ ਅੱਖਾਂ ਵਿੱਚੋਂ ਕੁਝ ਲੱਭਣ ਦਾ ਯਤਨ ਕਰਦੀ ਹੋਈ ਬੋਲੀ, ਮੈਨੂੰ ਇਸ ਕੰਮ ਤੋਂ ਓਨੀ ਹੀ ਨਫ਼ਰਤ ਹੈ ਜਿੰਨੀ ਤੈਨੂੰ। ਤੇ ਫੇਰ ਤੁਸੀਂ ਇਹ ਕੰਮ ਛੱਡ ਕਿਉਂ ਨਹੀਂ ਦਿੰਦੇ ਮਾਂ ਜੀ? ਕਿਉਂਕਿ ਮੇਰੇ ਲਈ ਇਸ ਦੁਨੀਆ ਵਿੱਚ ਹੋਰ ਕੋਈ ਥਾਂ ਨਹੀਂ। ਅਨਵਰ ਦੀਆਂ ਅੱਖਾਂ ਵਿੱਚੋਂ ਇੱਕ ਨਿਰਦੋਸ਼ ਅਪਰਾਧੀ ਵਾਲੇ ਭਾਵ ਪ੍ਰਗਟ ਹੋ ਰਹੇ ਸਨ। ਇਸ ਦਾ ਮਤਲਬ? ਸੁੰਦਰੀ ਨੇ ਪ੍ਰਸ਼ਨ ਕੀਤਾ। ਇਸ ਦਾ ਮਤਲਬ ਤੂੰ ਨਹੀਂ ਸਮਝ ਸਕਦੀ ਬੇਟੀ। ਕਿਉਂ ਮਾਂ ਜੀ? ਤੂੰ ਸ਼ਾਇਦ ਅਜੇ ਕੁਆਰੀ ਏਂ, ਕਿਉਂ? ਹਾਂ, ਸੁੰਦਰੀ ਨੇ ਅੱਖਾਂ ਨੀਵੀਆਂ ਕਰਕੇ ਉੱਤਰ ਦਿੱਤਾ। ਇਸੇ ਕਰਕੇ ਮੈਂ ਕਿਹਾ ਏ, ਤੂੰ ਮੇਰੀ ਇਸ ਹਾਲਤ ਨੂੰ ਨਹੀਂ ਸਮਝ ਸਕਦੀ, ਨਾ ਹੀ ਇਸਦੇ ਸਬੱਬਾਂ ਨੂੰ। ਮੇਰੀਆਂ ਗੱਲਾਂ ਦਾ ਮਤਲਬ ਕੋਈ ਉਹ ਜਨਾਨੀ ਸਮਝ ਸਕਦੀ ਹੈ ਜਿਹੜੀ ਵਿਆਹੀ ਹੋਈ ਹੋਵੇ ਤੇ ਡੋਲਿਓਂ ਨਿਕਲਦੀ ਹੀ ਜਿਹੜੀ ਰੰਡੀ ਹੋ ਗਈ ਹੋਵੇ ਤੇ ਰੰਡੀ ਹੁੰਦਿਆਂ ਹੀ ਜਿਸਨੂੰ ਘਰ ਵਾਲਿਆਂ ਨੇ ਦੁੱਧ ਵਿੱਚੋਂ ਮੱਖੀ ਵਾਂਗ ਕੱਢ ਕੇ ਬਾਹਰ ਸੁੱਟ ਦਿੱਤਾ ਹੋਵੇ ਤੇ ਸੁੱਟਿਆ ਵੀ ਹੋਵੇ ਬਦਮਾਸ਼ਾਂ, ਮਕਾਰਾਂ ਤੇ ਸ਼ੈਤਾਨਾਂ ਦੀ ਦੁਨੀਆ ਵਿੱਚ। ਕਹਿੰਦਿਆਂ ਅਨਵਰ ਦੇ ਚਿਹਰੇ ਤੋਂ ਭਾਗੀਆਨਾ ਤੇ ਹਿੰਸਕ ਜਿਹੇ ਭਾਵ ਟਪਕਣ ਲੱਗੇ। ਉਸਦੇ ਮੱਥੇ ਦੀਆਂ ਨਾੜਾਂ ਫੁੱਲ ਗਈਆਂ ਤੇ ਅੱਖਾਂ ਵਿੱਚੋਂ ਜਿਵੇਂ ਖੂਨ ਉਤਰਦਾ ਆ ਰਿਹਾ ਸੀ। ਸੁੰਦਰੀ ਨੂੰ ਹੁਣ ਉਸ ਪਾਸੋਂ ਡਰ ਆਉਣ ਲੱਗਾ, ਜਿਵੇਂ ਉਸਦੇ ਸਾਹਮਣੇ ਕੋਈ ਭੁੱਖੀ ਸ਼ੇਰਨੀ ਦਿਹਾੜ ਰਹੀ ਹੋਵੇ। ਉਸਦਾ ਦਿਲ ਧੜਕਣ ਲੱਗ ਪਿਆ। ਉਹ ਅੱਖ ਬਚਾ ਕੇ ਇੱਥੋਂ ਨੱਠ ਜਾਣ ਲਈ ਸੋਚਣ ਲੱਗੀ। ਅਨਵਰ ਆਪਣੇ ਅੱਗ ਵਰਾਉਂਦੇ ਵਾਕ ਬੋਲਦੀ ਗਈ। ਉਸ ਦੁਨੀਆ ਵਿੱਚ ਜਿੱਥੇ ਕਦਮ-ਕਦਮ ਉੱਤੇ ਧੋਖੇਬਾਜ਼ੀ, ਬੇਈਮਾਨੀ, ਮਿੱਤਰ ਧਰੋਹੀ ਤੇ ਬੇਗੈਰਤੀ ਇਨਸਾਨੀ ਸ਼ਕਲਾਂ ਵਿੱਚ ਬੋਲ ਰਹੀ ਹੋਵੇ। ਜਿੱਥੇ ਮੇਰੇ ਵਰਗੇ ਬਦਨਸੀਬ ਲਈ ਰੋਟੀ ਦਾ ਟੁਕੜਾ ਹਾਸਲ ਕਰਨ ਲਈ ਸਿਵਾਏ ਅਸਮਤ ਫਰੋਸ਼ੀ ਤੋਂ ਕੋਈ ਚਾਰਾ ਬਾਕੀ ਨਾ ਰਹੇ। ਜਿੱਥੇ ਕੋਈ ਪਿਓ ਬਣ ਕੇ ਤੇ ਕੋਈ ਭਰਾ ਬਣ ਕੇ ਮੇਰੇ ਵਰਗੀਆਂ ਬੇਘਰੀਆਂ ਦੀ ਇੱਜ਼ਤ ਨਾਲ ਖੇਡਣਾ ਚਾਹੁੰਦਾ ਹੋਵੇ। ਜਿੱਥੇ ਕਿਸੇ ਮਾਂ ਦੇ ਕਲੇਜੇ ਦੀ ਟੁਕੜੀ, ਕਿਸੇ ਦੀ ਦੁੱਧ ਚੁੰਘਦੀ ਬੱਚੀ ਨੂੰ ਉਸ ਦੀਆਂ ਛਾਤੀਆਂ ਨਾਲੋਂ ਤੋੜ ਕੇ ਕਾਵਾਂ ਕੁੱਤਿਆਂ ਅੱਗੇ ਸੁੱਟਦਿਆਂ ਦਰੇਗ ਨਾ ਕੀਤੀ ਜਾਵੇ, ਉਸ ਦੁਨੀਆ ਵਿੱਚ ਸਿਵਾਏ ਇਸ ਪੇਸ਼ੇ ਦੇ ਹੋਰ ਕਿਹੜੀ ਥਾਂ ਬਾਕੀ ਰਹਿ ਜਾਂਦੀ ਹੈ? ਸ਼ਾਇਦ ਮੈਂ ਹੁਣੇ ਕਿਹਾ ਹੈ ਕਿ ਮੈਨੂੰ ਇਸ ਪੇਸ਼ੇ ਤੋਂ ਨਫ਼ਰਤ ਹੈ। ਨਹੀਂ, ਬਿਲਕੁਲ ਨਹੀਂ। ਮੈਨੂੰ ਇਸ ਪੇਸ਼ੇ ਤੋਂ ਨਫ਼ਰਤ ਨਹੀਂ। ਮੈਂ ਕਿਉਂ ਨਫ਼ਰਤ ਕਰਾਂ ਉਸੇ ਚੀਜ਼ ਨੂੰ ਜਿਸ ਦੀ ਮਿਹਰਬਾਨੀ ਨਾਲ ਅੱਜ ਵੱਡੇ-ਵੱਡੇ ਅਮੀਰ, ਕਬੀਰ, ਵੱਡੇ-ਵੱਡੇ ਲੀਡਰ ਤੇ ਚੌਧਰੀ ਮੇਰੀਆਂ ਦਹਿਲੀਜ਼ਾਂ ਤੇ ਆ ਕੇ ਸਜਦਾ ਕਰਦੇ ਨੇ। ਮੈਂ ਤੇ ਇਸ ਪੇਸ਼ੇ ਨੂੰ ਮੁਅੱਜਜ਼ਾ, ਕਰਾਮਾਤ, ਰੱਬ ਦੀ ਰਹਿਮਤ ਤੇ ਸਭ ਕੁਝ ਸਮਝਦੀ ਹਾਂ। ਇਸ ਪੇਸ਼ੇ ਨੇ ਮੈਨੂੰ ਕੀ ਕੁਝ ਨਹੀਂ ਦਿੱਤਾ? ਇੱਜ਼ਤ, ਦੌਲਤ, ਐਸ਼, ਨਾਮਣਾ, ਸਭ ਕੁਝ। ਜੇ ਇਸਨੇ ਕਿਸੇ ਚੀਜ਼ ਤੋਂ ਮੈਨੂੰ ਮਹਿਰੂਮ ਰੱਖਿਆ ਹੈ ਤਾਂ ਉਹ ਸਿਰਫ ਮੇਰੀ ਬੱਚੀ, ਜਿਸ ਨੂੰ ਸੂਤਕ ਦੇ ਦਿਨਾਂ ਵਿੱਚ ਹੀ ਕਿਸੇ ਜ਼ਾਲਮ, ਕਿਸੇ ਸ਼ੈਤਾਨ ਨੇ ਧੋਖੇ ਨਾਲ ਮੇਰੇ ਕੋਲੋਂ ਖੋਹ ਕੇ
कितनी अग बल रही है मेरे अंदर। मैं साड़ के सुआह कर सुੱਟਾਂਗੀ, बर्बाद कर ਦਿਆਂਗੀ ਉਸਨੂੰ। ਮੈਂ ਉਹਨਾਂ ਉਹ ਕਹਿੰਦੀ ਕਹਿੰਦੀ ਅਨਵਰ ਕਿਸੇ ਤਰ੍ਹਾਂ ਹੌਂਕਣ ਲੱਗ ਪਈ, ਜਿਵੇਂ ਉਸਦਾ ਸਰੀਰ ਪਾਟ ਕੇ ਪੁਰਜਾ ਪੁਰਜਾ ਹੋ ਜਾਵੇਗਾ। ਉਹ ਤਕੀਏ ਉੱਤੇ ਮੂੰਹ ਪਰਨੇ ਢਹਿ ਪਈ ਤੇ ਫੁੱਟ ਫੁੱਟ ਕੇ ਰੋਣ ਲੱਗੀ। ਇਹ ਦ੍ਰਿਸ਼ਟ ਵੇਖ ਕੇ ਸੁੰਦਰੀ ਦਾ ਦਿਮਾਗ ਚਕਰਾ ਗਿਆ। ਡਰ ਤੇ ਪਰੇਸ਼ਾਨੀ ਨਾਲ ਉਸਦੀਆਂ ਅੱਖਾਂ ਅੱਗੇ ਗੋਲ ਚੱਕਰ ਫਿਰਨ ਲੱਗੇ ਤੇ ਬਿਨਾਂ ਕੁਝ ਹੋਰ ਸੁਣਿਆ ਅਸਫਲਤਾ ਦੇ ਥਕੇਵੇਂ ਨਾਲ ਚੂਰ ਹੋਈ ਹੋਈ ਉਹ ਉੱਥੋਂ ਉੱਠ ਕੇ ਪੌੜੀਆਂ ਉਤਰ ਗਈ। ਅਨਵਰ ਨੂੰ ਉਸੇ ਹਾਲਤ ਵਿੱਚ ਛੱਡ ਕੇ ਹੇਠਾਂ ਉਤਰ ਕੇ ਉਹ ਜਿੱਧਰੋਂ ਆਈ ਉਧਰੇ ਹੀ ਮੁੜ ਗਈ, ਪਰ 10-15 ਕਦਮ ਜਾ ਕੇ ਰੁਕੀ ਤੇ ਉਸਨੂੰ ਪਤਾ ਹੀ ਨਾ ਲੱਗਾ ਜਦ ਮੁੜ ਅਨਵਰ ਦੇ ਦਰਵਾਜ਼ੇ ਅੱਗੇ ਪਹੁੰਚੀ। ਇਉਂ ਕਿਉਂ? ਇਸ ਦਾ ਉਸਨੂੰ ਕੋਈ ਕਾਰਨ ਨਹੀਂ ਸੀ ਜਾਪ ਰਿਹਾ। ਪੌੜੀਆਂ ਦਾ ਬੂਹਾ ਅਜੇ ਤੱਕ ਖੁੱਲ੍ਹਾ ਸੀ। ਉਸਨੇ ਜਿਉਂ ਹੀ ਅੰਦਰ ਪੈਰ ਰੱਖਿਆ, ਹਨੇਰੇ ਵਿੱਚ ਉਸਨੂੰ ਕਿਸੇ ਦੀ ਟੱਕਰ ਵੱਜੀ ਤੇ ਸੁੰਦਰੀ ਨੇ ਡਰ ਕੇ ਉਸ ਚੀਜ਼ ਨੂੰ ਇਉਂ ਜੱਫੀ ਪਾ ਲਈ, ਜਿਸ ਤਰ੍ਹਾਂ ਸੁੱਤਾ ਸੁੱਤਾ ਅਵਾਣਾ ਬਾਲ ਡਰ ਕੇ ਮਾਂ ਨੂੰ ਘੁੱਟ ਲੈਂਦਾ ਹੈ। ਸੁੰਦਰੀ ਦੇ ਚਲੇ ਜਾਣ ਤੋਂ ਬਾਅਦ ਅਨਵਰ ਉਵੇਂ ਹੀ ਆਪਣੇ ਦਿਲ ਦਾ ਗੁਬਾਰ ਅੱਖਾਂ ਤੇ ਗਲੇ ਥਾਣੀ ਕੱਢਦੀ ਰਹੀ ਤੇ ਜਦ ਉਹ ਤਕੀਏ ਤੋਂ ਸਿਰ ਚੁੱਕ ਕੇ ਕਮਰੇ ਵਿੱਚ ਨਜ਼ਰ ਫੇਰ ਕੇ ਡਿੱਠਾ ਤਾਂ ਉਹ ਮੁਟਿਆਰ ਉੱਥੇ ਨਹੀਂ ਸੀ। ਅਨਵਰ ਦੇ ਕਲੇਜੇ ਨੂੰ ਧੂਹ ਪੈਣ ਲੱਗੀ ਤੇ ਉਹ ਅਚਾਨਕ ਹੀ ਉੱਠ ਕੇ ਪੌੜੀਆਂ ਉਤਰ ਗਈ। ਹੇਠਾਂ ਪਹੁੰਚਦਿਆਂ ਹੀ ਉਸਨੂੰ ਹਨੇਰੇ ਵਿੱਚ ਕਿਸੇ ਬਾਹਰੋਂ ਆਈ ਚੀਜ਼ ਦੀ ਟੱਕਰ ਵੱਜੀ, ਜਿਹੜੀ ਹੁਣ ਉਸਦੀ ਛਾਤੀ ਨਾਲ ਲਿਪਟੀ ਹੋਈ ਸੀ। ਇਹ ਉਹ ਮੁਟਿਆਰ ਸੀ, ਸੁੰਦਰੀ। ਦੋਵੇਂ ਬਿਨਾਂ ਕੁਝ ਬੋਲੇ ਚਾਲੇ ਫੇਰ ਉੱਪਰ ਚੜ੍ਹ ਕੇ ਉਸੇ ਕਮਰੇ ਵਿੱਚ ਆ ਪਹੁੰਚੀਆਂ। ਕੁਝ ਚਿਰ ਬਾਅਦ ਸੁੰਦਰੀ ਅਨਵਰ ਦੀ ਗੋਦ ਵਿੱਚ ਸੀ। ਥੋੜਾ ਚਿਰ ਠਹਿਰ ਕੇ ਅਨਵਰ ਨੇ ਉਸਦੀਆਂ ਅੱਖਾਂ ਵਿੱਚ ਤੱਕਦੇ ਪੁੱਛਿਆ, ਬੇਟੀ ਤੇਰਾ ਕੀ ਨਾਮ ਏ? ਸੁੰਦਰੀ, ਤੇ ਤੂੰ ਇੱਥੇ ਰਹਿੰਦੀ ਏਂ? ਬੇਟੀ, ਪਤਾ ਨਹੀਂ ਕਿਉਂ ਤੇਰੇ ਨਾਲ ਮੇਰਾ ਦਿਲ ਮੁਹੱਬਤ ਕਰਨ ਲੱਗ ਪਿਆ ਏ। ਜੇ ਤੂੰ ਹੇਠਾਂ ਬੂਹੇ ਵਿੱਚ ਨਾ ਮਿਲ ਪੈਂਦਿਓ ਤਾਂ ਮੈਨੂੰ ਦੂਰ ਤੱਕ ਤੇਰੇ ਮਗਰ ਜਾਣਾ ਪੈਣਾ ਸੀ। ਹਾਂ, ਤੇਰਾ ਪਿਓ ਕੀ ਕੰਮ ਕਰਦਾ ਏ ਬੇਟੀ? ਸੁੰਦਰੀ ਬੋਲੀ, ਉਹ ਚੜ੍ਹਾਈ ਕਰ ਗਿਆ ਏ। ਕੀ ਕੰਮ ਕਰਦਾ ਸੀ? ਉਹ ਕਲੰਦਰ ਸੀ। ਕਲੰਦਰ? ਬਾਂਦਰਾਂ ਰਿੱਛਾਂ ਨੂੰ ਨਚਾਉਣ ਵਾਲੇ? ਜੀ। ਅਨਵਰ ਨੇ ਇੱਕ ਵਾਰ ਫਿਰ ਨਜ਼ਰ ਭਰ ਕੇ ਉਸਦੇ ਚਿਹਰੇ ਵੱਲ ਤੱਕਿਆ ਤੇ ਸੋਚਣ ਲੱਗੀ, ਇਤਨੀ ਸੁੰਦਰਤਾ ਕਲੰਦਰ ਦੇ ਘਰ? ਫਿਰ ਉਹ ਬੋਲੀ, ਤੇਰੀ ਮਾਂ ਮੇਰੀ ਕੋਈ ਨਹੀਂ। ਓਹੋ, ਵਿਚਾਰੀ ਯਤੀਮ ਬੱਚੀ। ਪੁੱਤਰ, ਕਿੰਨਾ ਚਿਰ ਹੋਇਆ ਈ ਮਾਂ ਮੋਈ ਨੂੰ? ਪਤਾ ਨਹੀਂ ਜੀ। ਪਤਾ ਨਹੀਂ? ਮੇਰੀ ਮਾਂ ਕੋਈ ਨਹੀਂ ਸੀ। ਅਨਵਰ ਇਸ ਉੱਤਰ ਨੂੰ ਸੁਣ ਕੇ ਹੱਸ ਪਈ ਤੇ ਫਿਰ ਬੋਲੀ, ਤੇਰੇ ਨਿੱਕੇ ਹੁੰਦਿਆਂ ਹੀ ਮਰ ਗਈ ਸੀ? ਨਹੀਂ। ਤੇ ਫੇਰ? ਉਹ ਹੈ ਹੀ ਨਹੀਂ ਸੀ। ਤੇ ਫੇਰ ਤੂੰ ਕੀਕਣ ਜੰਮੀ? ਮੈਂ ਜੰਮੀ ਨਹੀਂ ਸਾਂ, ਕਾਹਲੀ ਨਾਲ ਸੁੰਦਰੀ ਦੇ ਮੂੰਹੋਂ ਨਿਕਲ ਗਿਆ, ਪਰ ਉਹ ਆਪਣੇ ਇਸ ਮੂਰਖਤਾ ਭਰੇ ਉੱਤਰ ਦਾ ਖਿਆਲ ਕਰਕੇ ਦਿਲ ਵਿੱਚ ਪਚੀ ਹੋਣ ਲੱਗੀ। ਉਸਨੇ ਕਿਹਾ, ਨਾ ਸੱਚ ਮੇਰੇ ਬਾਬੇ ਨੇ ਮੈਨੂੰ ਝਾੜੀ ਥੱਲਿਓਂ ਲੱਭ ਕੇ ਲਿਆਂਦਾ ਸੀ। ਅਨਵਰ ਦੇ ਚਿਹਰੇ ਤੇ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਵੇਖ ਕੇ ਸੁੰਦਰੀ ਸੋਚਣ ਲੱਗੀ, ਮੈਂ ਕੇਵਲ ਇਸਦੀ ਨੀਂਦਰ ਹੀ ਖਰਾਬ ਕਰ ਰਹੀ ਹਾਂ, ਮੈਨੂੰ ਹੁਣ ਜਾਣਾ ਚਾਹੀਦਾ ਹੈ। ਉਹ ਉੱਠਦੀ ਹੋਈ ਬੋਲੀ, ਚੰਗਾ ਮਾਂ ਜੀ, ਮੈਨੂੰ ਹੁਣ ਇਜਾਜ਼ਤ ਦਿਓ। ਤੁਹਾਡਾ ਬੜਾ ਵਕਤ ਹਰਜ ਕੀਤਾ ਏ। ਤੁਸੀਂ ਸ਼ਾਇਦ ਔਖੇ ਹੋ ਰਹੇ ਹੋ, ਫੇਰ ਕਿਸੇ ਵੇਲੇ ਮਿਲਾਂਗੀ। ਉਸਦੀ ਬਾਂਹ ਫੜ ਕੇ ਬਿਠਾਉਂਦਿਆਂ ਹੋਇਆਂ ਅਨਵਰ ਨੇ ਪੁੱਛਿਆ, ਤੇ ਉਸਨੇ ਪੁੱਤਰ ਤੈਨੂੰ ਕਿਹੜੇ ਪਿੰਡੋਂ ਲੱਭ ਕੇ ਲਿਆਂਦਾ ਸੀ? ਸੁੰਦਰੀ ਬੋਲੀ, ਹੋਰ ਕਿਸੇ ਪਿੰਡੋਂ ਨਹੀਂ, ਇਸੇ ਪਿੰਡੋਂ ਬਾਹਰ ਆਪਣੀ ਕੁੱਲੀ ਦੇ ਲਾਗਿਓਂ ਈ। ਇਸ ਤੋਂ ਬਾਅਦ ਸੁੰਦਰੀ ਨੇ ਉਸ ਥਾਂ ਦਾ ਪਤਾ ਟਿਕਾਣਾ ਦੱਸਿਆ ਤੇ ਫੇਰ ਆਪਣੇ ਅੱਜ ਤੱਕ ਦੇ ਹਾਲ ਇੱਕ ਇੱਕ ਕਰਕੇ ਉਸਨੂੰ ਸੁਣਾਏ। ਜਦ ਉਸਨੇ ਅਨਵਰ ਵੱਲ ਤੱਕਿਆ ਤਾਂ ਉਹ ਫਰਨ ਫਰਨ ਰੋ ਰਹੀ ਸੀ। ਉਸਦੀ ਹਿਚਕੀ ਬੱਝੀ ਹੋਈ ਸੀ। ਸੁੰਦਰੀ ਨੇ ਸੋਚਿਆ, ਇਸਦਾ ਕੋਈ ਮੁੰਡਾ ਕੁੜੀ ਮਰ ਜਾਂ ਗਵਾਚ ਗਿਆ ਹੋਣਾ, ਜਿਸ ਨੂੰ ਯਾਦ ਕਰਕੇ ਰੋ ਰਹੀ ਹੈ। ਉਸਨੇ ਪਿਆਰ ਨਾਲ ਉਸਨੂੰ ਜੱਫੀ ਪਾ ਕੇ ਪੁੱਛਿਆ, ਮਾਂ ਜੀ, ਤੁਸੀਂ ਕਿਉਂ ਰੋਂਦੇ ਹੋ? ਅਨਵਰ ਪਾਸੋਂ ਹੋਰ ਸਹਾਰਾ ਨਾ ਹੋ ਸਕਿਆ। ਉਸਨੇ ਸੁੰਦਰੀ ਨੂੰ ਘੁੱਟ ਗਲ ਨਾਲ ਲਾ ਲਿਆ। ਰੋਂਦਿਆਂ ਰੋਂਦਿਆਂ ਉਸਦਾ ਸਰੀਰ ਨਿਸੱਤਾ ਹੋ ਗਿਆ। ਉਹ ਕੁਝ ਕਹਿਣਾ ਚਾਹੁੰਦੀ ਸੀ, ਪਰ ਗਲੇ ਵਿੱਚੋਂ ਆਵਾਜ਼ ਸਾਫ਼ ਨਹੀਂ ਸੀ ਨਿਕਲਦੀ। ਬੜੀ ਮੁਸ਼ਕਲ ਨਾਲ ਬੋਲੀ, ਮੇਰੀ ਬਦਨਸੀਬ ਬੱਚੀਏ, ਮੈਂ ਹੀ ਤੇਰੀ ਮਾਂ ਹਾਂ, ਜਿਸ ਪਾਸੋਂ ਤੈਨੂੰ ਧੋਖੇ ਨਾਲ ਖੋਹ ਕੇ ਜੰਗਲ ਵਿੱਚ ਸੁੱਟ ਕੇ ਦਿੱਤਾ ਗਿਆ ਸੀ। ਹੈਂ, ਸੱਚਮੁੱਚ? ਕਹਿਣ ਤੋਂ ਬਾਅਦ ਸੁੰਦਰੀ ਨੂੰ ਬੇਹੋਸ਼ੀ ਜਿਹੀ ਆਉਣ ਲੱਗੀ। ਇਸ ਤੋਂ ਬਾਅਦ ਦੋਵੇਂ ਕਿੰਨਾ ਹੀ ਚਿਰ ਇੱਕ ਦੂਜੀ ਦੇ ਗਲ ਲੱਗ ਕੇ ਰੋਂਦੀਆਂ ਰਹੀਆਂ ਤੇ ਜਦ ਦੋਹਾਂ ਨੇ ਅੰਦਰ ਇੱਕ ਆਥਰ ਵੀ ਬਾਕੀ ਨਾ ਰਹੀ ਤਾਂ ਮਦਹੋਸ਼ੀ ਦੀ ਹਾਲਤ ਵਿੱਚ ਉਹ ਇੱਕ ਦੂਜੀ ਵੱਲ ਕਿੰਨਾ ਚਿਰ ਤੱਕਦੀਆਂ ਰਹੀਆਂ। ਸੁੰਦਰੀ ਦੇ ਅੰਦਰੋਂ ਫਿਰ ਮੋਹ ਦੀ ਨਦੀ ਉਮੜੀ ਤੇ ਉਹ ਚੀਕ ਮਾਰ ਕੇ ਅਨਵਰ ਦੇ ਗਲੇ ਨਾਲ ਲੱਗ ਕੇ ਬੋਲੀ, ਮਾਂ ਜੀ, ਤੁਸੀਂ
ਪਰ ਅਨਵਰ ਨੇ ਕੋਈ ਉੱਤਰ ਨਾ ਦਿੱਤਾ। ਉਸਨੂੰ ਪਤਾ ਨਹੀਂ ਕੀ ਸੁੱਝੀ ਅੱਬੜਵਾਹੀ ਉੱਠ ਕੇ ਸੁੰਦਰੀ ਪਾਸੋਂ ਆਪਣੇ ਆਪ ਨੂੰ ਛੁਡਾਉਂਦੀ ਹੋਈ ਕਈ ਕਦਮ ਪਿੱਛੇ ਹਟ ਕੇ ਬੋਲੀ, ਓਹੋ ਮੇਰੀ ਬੱਚੀ, ਮੇਰੇ ਇਸ ਨਾਪਾਕ ਤੇ ਗੁਨਾਹਗਾਰ ਜਿਸਮ ਨੂੰ ਛੋਹ ਕੇ ਤੂੰ ਕਿਤਨੀ ਗਲਤੀ ਕੀਤੀ। ਕੰਬਖਤ ਮਾਂ ਦੀ ਬੱਚੀ, ਇਸ ਗਲੀਜ ਤੋਂ ਨਫ਼ਰਤ ਕਰ। ਜਿਸ ਥਾਂ ਦੀ ਰੱਤੀ ਰੱਤੀ ਚੀਜ਼ ਗੁਨਾਹਾਂ ਦੀ ਗੰਦਗੀ ਨਾਲ ਲਿਬੜੀ ਹੋਈ ਏ, ਉਸ ਥਾਂ ਤੇ ਮੇਰੀ ਪਾਕ ਦਾਮਨ ਬੱਚੀ, ਤੈਨੂੰ ਇੱਕ ਮਿੰਟ ਵੀ ਠਹਿਰਨ ਦਾ ਹੱਕ ਨਹੀਂ। ਬਸ ਛੇਤੀ ਤੋਂ ਛੇਤੀ ਤੂੰ ਇੱਥੋਂ। ਇਸ ਦੇ ਨਾਲ ਹੀ ਉਹ ਦੋਹਾਂ ਹੱਥਾਂ ਨਾਲ ਮੂੰਹ ਲੁਕਾ ਕੇ ਆਪਣੇ ਆਪ ਨੂੰ ਇਸ ਤਰ੍ਹਾਂ ਸਕੇੜ ਰਹੀ ਸੀ ਮਾਨੋ ਹਵਾ ਬਣ ਕੇ ਇਸ ਕਮਰੇ ਵਿੱਚੋਂ ਉੱਡ ਜਾਣਾ ਚਾਹੁੰਦੀ ਹੈ। ਹੁਣੇ ਹੁਣੇ ਉਹਦੇ ਦਿਲ ਵਿੱਚ ਜੋ ਪ੍ਰੇਮ ਤਰੰਗਾਂ ਉੱਠ ਉੱਠ ਕੇ ਉਸਨੂੰ ਗਦ-ਗਦ ਕਰ ਰਹੀਆਂ ਸਨ, ਉਹਨਾਂ ਦੀ ਥਾਂ ਉਸਦੇ ਦਿਲ ਵਿੱਚ ਸ਼ਰਮਿੰਦਗੀ, ਗਿਲਾਨੀ ਤੇ ਪਛਤਾਵਾ ਸੀ। ਮੇਰੀ ਧੀ ਆਪਣੇ ਆਪ ਨੂੰ ਅੱਜ ਇੱਕ ਕੰਜਰੀ ਦੀ ਧੀ ਸਮਝ ਕੇ ਦਿਲ ਵਿੱਚ ਹੀ ਖਿਆਲ ਕਰ ਰਹੀ ਹੋਵੇਗੀ। ਇਹ ਖਿਆਲ ਆਉਂਦਿਆਂ ਹੀ ਉਹ ਪਾਗਲਾਂ ਵਾਂਗ ਦੌੜ ਕੇ ਇੱਕ ਨੁੱਕਰ ਵਿੱਚ ਲੁਕ ਗਈ ਤੇ ਡਾਢਾ ਮਾਰ ਕੇ ਰੋਣ ਲੱਗੀ। ਸੁੰਦਰੀ ਨੂੰ ਇਸ ਵੇਲੇ ਕੁਝ ਚਿਰ ਲਈ ਪਤਾ ਨਹੀਂ ਸੀ ਰਿਹਾ ਕਿ ਉਹ ਕੀ ਵੇਖ ਰਹੀ ਹੈ। ਉਹਨੂੰ ਇਹ ਸਭ ਕੁਝ ਸੁਪਨਾ ਹੀ ਮਾਲੂਮ ਹੁੰਦਾ ਸੀ। ਅਨਵਰ ਦੀ ਫਿਰ ਆਵਾਜ਼ ਆਈ। ਉਹ ਪਾਗਲਾਂ ਵਾਂਗ ਇਸ ਤਰ੍ਹਾਂ ਬੁੜਬੁੜਾ ਰਹੀ ਸੀ ਜਿਕਣ ਕੋਈ ਇਮਤਿਹਾਨ ਵਿੱਚ ਫੇਲ ਹੋਣ ਵਾਲਾ ਮੁੰਡਾ ਆਪਣੇ ਮਾਪਿਆਂ ਦੀ ਕਰੋਪੀ ਤੋਂ ਦੂਰ ਕਰਨ ਲਈ ਆਪਣੇ ਬੇਕਸੂਰ ਹੋਣ ਦਾ ਸਬੂਤ ਦੇ ਰਿਹਾ ਹੁੰਦਾ ਹੈ। ਉਸਦੀ ਆਵਾਜ਼ ਥਰਥਰਾ ਰਹੀ ਸੀ। ਸੁੰਦਰੀ ਵੱਲ ਦੋਵੇਂ ਹੱਥ ਫੈਲਾ ਕੇ ਉਹ ਹਿਚਕੀਆਂ ਲੈਂਦੀ ਹੋਈ ਕਹਿ ਰਹੀ ਸੀ, ਨਹੀਂ ਨਹੀਂ ਬੇਟੀ, ਇਸ ਵਿੱਚ ਮੇਰਾ ਜਰਾ ਵੀ ਕਸੂਰ ਨਹੀਂ। ਮੈਂ ਜਾਣ ਕੇ ਕੁਝ ਨਹੀਂ ਕੀਤਾ। ਇਹ ਸਭ ਕੁਝ ਮੈਥੋਂ ਕਿਸ ਨੇ ਕਰਵਾਇਆ। ਜਦ ਤੂੰ ਇਹ ਹਾਲ ਸੁਣੇਗੀ ਤਾਂ ਖੁਦ ਮੰਨ ਜਾਏਗੀ ਕਿ ਮੈਂ ਬੇਕਸੂਰ ਹਾਂ। ਸੁੰਦਰੀ ਦੇ ਸਰੀਰ ਦੀਆਂ ਕੋਈ ਬੋਟੀਆਂ ਤੋੜ ਰਿਹਾ ਸੀ। ਉਸਦੇ ਕਲੇਜੇ ਵਿੱਚ ਬਰਸ਼ੀਆਂ ਵੱਜ ਰਹੀਆਂ ਸਨ। ਝੱਟ ਦੌੜ ਕੇ ਅਨਵਰ ਉੱਤੇ ਜਾ ਡਿੱਗੀ ਤੇ ਉਸਨੂੰ ਸੰਭਾਲਦੀ ਹੋਈ ਬੋਲੀ, ਮਾਂ ਜੀ, ਤੁਹਾਡੇ ਬੇਕਸੂਰ ਹੋਣ ਵਿੱਚ ਮੈਨੂੰ ਰੱਤੀ ਵੀ ਸ਼ੱਕ ਨਹੀਂ, ਪਰ ਤੁਸੀਂ ਇਹ ਤਾਂ ਦੱਸੋ ਕਿ ਕਿਸ ਜ਼ਾਲਮ ਨੇ ਤੁਹਾਨੂੰ ਇਸ ਹਾਲਤ 'ਚ ਪਹੁੰਚਾਇਆ। ਅਨਵਰ ਨੇ ਧੀ ਦੇ ਪ੍ਰਸ਼ਨ ਦਾ ਉੱਤਰ ਦੇਣ ਲਈ ਆਪਣੇ ਆਪ ਨੂੰ ਸੰਭਾਲਿਆ ਤੇ ਫਿਰ ਉਸੇ ਤਰ੍ਹਾਂ ਆ ਕੇ ਮੰਜੇ ਤੇ ਬੈਠ ਗਈ। ਇਸ ਤੋਂ ਬਾਅਦ ਉਸਨੇ ਮੁੱਢ ਤੋਂ ਲੈ ਕੇ ਉਸ ਦਿਨ ਤੱਕ ਦਾ ਸਾਰਾ ਹਾਲ ਸੁੰਦਰੀ ਨੂੰ ਕਹਿ ਸੁਣਾਇਆ, ਜਿਸ ਦਿਨ ਉਹ ਉਸਨੂੰ ਬੋਟ ਜਿਹੀ ਨੂੰ ਜੰਗਲ ਵਿੱਚ ਛੱਡ ਕੇ ਚਲੀ ਗਈ ਸੀ। ਸੁਣ ਕੇ ਸੁੰਦਰੀ ਦੇ ਦਿਲ ਵਿੱਚ ਲਾਂਬੂ ਬਲ ਉੱਠੇ। ਜਿਸ ਭਾਈਚਾਰੇ ਤੇ ਅਤਿਆਚਾਰ ਤੋਂ ਉਹ ਪੋਟਾ-ਪੋਟਾ ਦੁਖੀ ਸੀ, ਜਿਸ ਸਮਾਜ ਨੇ ਉਸਦੇ ਪ੍ਰੇਮੀ ਨੂੰ ਤੇ ਉਸਦੇ ਧਰਮ ਪਿਤਾ ਨੂੰ ਸਤਾਇਆ ਸੀ, ਉਸੇ ਹੀ ਸਮਾਜ ਨੇ ਉਸਦੀ ਸਨੇਹਮਈ ਮਾਂ ਦਾ ਇਹ ਹਾਲ ਕੀਤਾ ਹੈ। ਇਹ ਸੁਣ ਕੇ ਸੁੰਦਰੀ ਸਿਰ ਤੋਂ ਪੈਰਾਂ ਤੱਕ ਬਲ ਉੱਠੀ। ਇਸ ਵੇਲੇ ਬਚਨ ਸਿੰਘ ਦੇ ਸਾਰੇ ਉਪਦੇਸ਼ ਉਸਦੇ ਦਿਲ ਚੋਂ ਉੱਡ-ਪੁੱਡ ਗਏ। ਉਸ ਲਈ ਬੈਠੇ ਰਹਿਣਾ ਔਖਾ ਹੋ ਗਿਆ ਤੇ ਉੱਠ ਕੇ ਭਾਫ ਵਾਲੇ ਇੰਜਣ ਵਾਂਗ ਉੱਚੇ-ਉੱਚੇ ਸਾਹ ਲੈਣ ਲੱਗ ਪਈ। ਉਸਦਾ ਸਰੀਰ ਕੰਬਣ ਲੱਗ ਪਿਆ। ਪਰ ਅਜੇ ਹੋਰ ਹਾਲ ਸੁਣਨਾ ਬਾਕੀ ਹੈ। ਇਹ ਸੋਚ ਕੇ ਉਹ ਆਪਣੇ ਆਪ ਨੂੰ ਬੰਨ੍ਹਣ ਦਾ ਯਤਨ ਕਰਦੀ ਹੋਈ ਬੈਠ ਗਈ ਤੇ ਬੋਲੀ, ਫੇਰ ਮਾਂ ਜੀ। ਅਨਵਰ ਨੇ ਕਹਿਣਾ ਸ਼ੁਰੂ ਕੀਤਾ, ਬੱਚੀ, ਤੇਰੇ ਨਿੱਕੇ ਜਿਹੇ ਲੋਥੜੇ ਲਈ ਮੇਰੇ ਦਿਲ ਵਿੱਚ ਕਿੰਨਾ ਮੋਹ ਸੀ, ਇਹ ਦੱਸਣ ਲਈ ਮੇਰੇ ਵਿੱਚ ਤਾਕਤ ਨਹੀਂ। ਮੋਕਲੇ ਅਸਮਾਨ ਥੱਲੇ ਸਿਰਫ ਚੀਲਾਂ ਤੇ ਗਿਰਜਾਂ ਦੀ ਖੁਰਾਕ ਬਣਨ ਲਈ ਤੈਨੂੰ ਸੁੱਟ ਦਿੱਤਾ ਗਿਆ। ਜਦ ਤੇਰਾ ਜ਼ਾਲਮ ਪਿਓ ਤਾਰਾ ਚੰਦ ਮੈਨੂੰ ਬਿਮਾਰੀ ਦੀ ਹਾਲਤ ਵਿੱਚ ਸੁੱਟ ਕੇ ਚਲਾ ਗਿਆ ਤਾਂ ਉਸ ਵੇਲੇ ਮੇਰੇ ਘਰ ਵਿੱਚ ਨਾ ਤਾਂ ਇੱਕ ਪੈਸਾ ਸੀ ਤੇ ਨਾ ਹੀ ਚੌਂਕੇ ਤੇ ਚੌਂ ਭਾਂਡਿਆਂ ਤੋਂ ਛੁੱਟ ਕੋਈ ਚੀਜ਼। ਸਭ ਕੁਝ ਉਹ ਪਹਿਲਾਂ ਹੀ ਸਮੇਟ ਕੇ ਲੈ ਚੁੱਕਾ ਸੀ। ਸੁੰਦਰੀ ਨੇ ਵੇਖਿਆ ਕਿ ਤਾਰਾ ਚੰਦ ਦਾ ਜ਼ਿਕਰ ਕਰਦਿਆਂ ਕਰਦਿਆਂ ਅਨਵਰ ਦੇ ਚਿਹਰੇ ਤੇ ਉਹੀ ਚਿੰਨ੍ਹ ਆ ਜਾਂਦੇ ਜਿਹੜੇ ਕਿਸੇ ਮਨੁੱਖ ਦੇ ਚਿਹਰੇ ਤੇ ਹੁੰਦੇ ਹਨ, ਜਿਹੜਾ ਕਿਸੇ ਦਾ ਖੂਨ ਕਰਨ ਲਈ ਜਾ ਰਿਹਾ ਹੋਵੇ। ਉਸਨੂੰ ਸਾਹ ਚੜ੍ਹ ਜਾਂਦਾ ਸੀ ਤੇ ਛਾਤੀ ਉਸਦੀ ਲੋਹਾਰ ਦੀ ਧੌਂਕਣੀ ਵਾਂਗ ਫੁੱਲ ਰਹੀ ਸੀ। ਇੱਥੋਂ ਤੱਕ ਕਿ ਗੱਲ ਕਰਦਿਆਂ ਕਰਦਿਆਂ ਉਸਨੂੰ ਗੱਲ ਭੁੱਲ ਗਈ। ਫਿਰ ਉਹ ਉੱਠੀ ਤੇ ਗਲਾਸ ਪਾਣੀ ਦਾ ਪੀਣ ਤੋਂ ਬਾਅਦ ਫਿਰ ਬੋਲੀ, ਉਹ ਚਲਾ ਗਿਆ ਤੇ ਮੈਂ 70 ਪਈ ਅੱਡੀਆਂ ਰਗੜਦੀ ਰਹੀ। ਰਾਤ ਦੇ ਕੋਈ 2 ਵਜੇ ਸਨ। ਦੂਰ ਦੂਰ ਤੱਕ ਕੋਈ ਖਤਰਮਾ ਘਰ ਨਹੀਂ ਸੀ। ਇੰਨੇ ਨੂੰ 2 ਮੁਸਲਮਾਨ ਤੀਵੀਆਂ ਨਾਲ ਦਾ ਕੋਠਾ ਟੱਪ ਕੇ ਆਈਆਂ। ਸ਼ਾਇਦ ਉਹਨਾਂ ਮੇਰੇ ਘਰ ਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣ ਲਈ ਸੀ। ਭਲਾ ਹੋਵੇ ਜਿੰਨਾ ਆ ਕੇ ਸੰਭਾਲਿਆ। ਜਾਨ ਕੰਬਖਤ ਕਿਤਨੀ ਢੀਠ ਸੀ। ਇਤਾਨ ਹੋਣ ਤੇ ਵੀ ਨਾ ਨਿਕਲੀ ਤੇ ਮੈਂ ਬਚ ਗਈ। ਉਹਨਾਂ ਵਿੱਚੋਂ ਹੀ ਇੱਕ ਥੋੜਾ ਬਹੁਤਾ ਦਾਈ ਦਾ ਕੰਮ ਜਾਣਦੀ ਸੀ, ਜਿਸ ਨੇ ਮੇਰੀ ਦਿਲ ਲਾ ਕੇ ਟਹਿਲ ਕੀਤੀ।
ਦੂਜੇ ਦਿਨ ਉਹਨਾਂ ਨੇ ਆਦਮੀਆਂ ਦੇ ਨਾਲ ਇੱਕ ਖਤਰੰਮੇ ਮੁਹੱਲੇ ਵਿੱਚ ਖਬਰ ਕੀਤੀ ਤੇ ਮੁਹੱਲੇਦਾਰ ਨੂੰ ਨਾਲ ਲੈ ਕੇ ਹੀ ਆਏ। ਪਰ ਜਦ ਉਹ ਮੇਰੇ ਪਾਸ ਪੁੱਜਾ ਤਾਂ ਖੋਟੇ ਕਰਮਾਂ ਨੂੰ ਇੱਕ ਮੁਸਲਮਾਨ ਨੇ, ਜਿਸ ਦੀ ਵਹੁਟੀ ਨੇ ਅਸਲੋਂ ਮੇਰੀ ਜਾਨ ਬਚਾਈ ਸੀ, ਕਹਿ ਦਿੱਤਾ ਕਿ ਅਸੀਂ ਰਾਤ ਦੀ ਇਸ ਦੀ ਸੇਵਾ ਕਰ ਰਹੇ ਹਾਂ। ਉਸਨੇ ਇਹ ਵੀ ਕਹਿ ਕੇ ਪਹਿਲਾਂ ਇਸ ਦੇ ਮੂੰਹ ਵਿੱਚ ਪਾਣੀ ਪਾ ਕੇ ਸਾਡੀਆਂ ਤੀਵੀਆਂ ਨੇ ਇਸ ਨੂੰ ਹੋਸ਼ ਵਿੱਚ ਲਿਆਂਦਾ। ਫਿਰ ਗਰਮ ਦੁੱਧ ਤੇ ਹੋਰ ਕਈ ਤਰ੍ਹਾਂ ਦੀਆਂ ਗਰਮੈਸ਼ਾਂ ਇਸ ਨੂੰ ਦਿੱਤੀਆਂ ਗਈਆਂ ਤਾਂ ਜਾ ਕੇ ਮਸੇ ਇਸ ਦੀ ਜਾਨ ਬਚੀ। ਇਹ ਸੁਣਨ ਦੀ ਦੇਰ ਸੀ, ਮੁਹੱਲੇਦਾਰ ਕੰਨਾਂ ਤੇ ਹੱਥ ਧਰ ਕੇ ਉੱਥੋਂ ਨੱਸ ਗਿਆ ਤੇ ਜਾਂਦਾ ਹੋਇਆ ਕਹਿ ਗਿਆ, ਮੁਸਲਮਾਨਾਂ ਦੇ ਹੱਥਾਂ ਦਾ ਖਾ ਪੀ ਕੇ ਹੁਣ ਸਾਡੀਆਂ ਦਲੀਜਾਂ ਨਹੀਂ ਲੰਘ ਸਕਦੀ। ਇਸ ਦਾ ਧਰਮ ਭ੍ਰਸ਼ਟ ਹੋ ਗਿਆ ਏ। ਮੁਸਲਮਾਨ ਵਿਚਾਰੇ ਹੱਕੇ ਬੱਕੇ ਰਹਿ ਗਏ ਤੇ ਆਪਣੇ ਕੀਤੇ ਤੇ ਪਛਤਾਣ ਲੱਗੇ। ਮੈਂ ਉਸ ਵਕਤ ਚੰਗੀ ਸੁਰਤ ਵਿੱਚ ਸਾਂ। ਕੁਝ ਮੇਰੇ ਨਾਲ ਮੁੱਢ ਤੋਂ ਹੀ ਇਹੋ ਵਰਤਾਰਾ ਹੁੰਦਾ ਆਇਆ ਸੀ ਤੇ ਕੁਝ ਚੌਧਰੀ ਦੀ ਨਿਰਦੈਤਾ ਨੇ ਹੋਰ ਵੀ ਮੇਰੇ ਦਿਲ ਨੂੰ ਪੱਥਰ ਕਰ ਦਿੱਤਾ। ਮੈਂ ਹੋਸ਼ ਵਿੱਚ ਆ ਕੇ ਉਹਨਾਂ ਮੁਸਲਮਾਨਾਂ ਨੂੰ ਕਿਹਾ, ਵੀਰ ਜੀ, ਜੇ ਹਿੰਦੂ ਮੈਨੂੰ ਆਪਣੇ ਪਾਸ ਆਸਰਾ ਨਹੀਂ ਦਿੰਦੇ ਤਾਂ ਕੀ ਤੁਸੀਂ ਵੀ ਮੈਨੂੰ 10 ਦਿਨ ਆਪਣੇ ਘਰ ਨਹੀਂ ਟਿਕਣ ਦਿਓਗੇ? ਉਹਨਾਂ ਵਿੱਚੋਂ ਇੱਕ ਬੋਲਿਆ, ਭੈਣ ਜੀ, 10 ਦਿਨ ਛੱਡ ਕੇ ਤੁਸੀਂ 10 ਸਾਲ ਸਾਡੇ ਪਾਸ ਟਿਕੇ ਰਹੋ ਤੇ ਇਹੋ ਜਿਹਾ ਸਾਡੀਆਂ ਆਪਣੀਆਂ ਧੀਆਂ ਭੈਣਾਂ ਬੀਹਾਂ ਸਿੰਨਾਂ ਖਾ ਰਹੀਆਂ ਨੇ, ਸਭ ਤੋਂ ਪਹਿਲਾਂ ਤੁਹਾਡੇ ਅੱਗੇ ਰੱਖਾਂਗੇ। ਪਰ ਕੀ ਕਰੀਏ, ਸਾਨੂੰ ਤੇ ਇਹ ਫਿਕਰ ਹੈ ਕਿ ਇੱਥੇ ਰਹਿਣ ਕਰਕੇ ਤੁਹਾਡਾ ਹਿੰਦੂ ਸਮਾਜ ਇਤਰਾਜ਼ ਕਰੇਗਾ। ਮੈਂ ਗੁੱਸੇ ਨਾਲ ਤਿਲ ਮਿਲਾ ਕੇ ਉਹਨਾਂ ਨੂੰ ਕਿਹਾ, ਹਿੰਦੂ ਸਮਾਜ? ਜਿਸ ਸਮਾਜ ਨੇ ਮੈਨੂੰ ਗਲੀਆਂ ਦੇ ਕੱਖਾਂ ਨਾਲੋਂ ਹੌਲੀ ਕਰ ਦਿੱਤਾ, ਜਿਸ ਨੇ ਮੈਨੂੰ ਬਿਨਾਂ ਕਿਸੇ ਕਸੂਰ ਤੋਂ ਮਿੱਟੀ ਵਿੱਚ ਰੁਲਾ ਦਿੱਤਾ, ਕੀ ਉਸ ਸਮਾਜ ਨੂੰ ਮਨੁੱਖਾਂ ਦੀ ਜਮਾਤ ਸਮਝਦੇ ਹੋ? ਨਹੀਂ, ਮੈਂ ਅਜਿਹੇ ਸਮਾਜ ਨੂੰ ਨਫ਼ਰਤ ਕਰਦੀ ਹਾਂ ਤੇ ਮਰਦੇ ਦਮ ਤੱਕ ਕਰਦੀ ਰਹਾਂਗੀ। ਜੇ ਤੁਹਾਡੇ ਦਿਲਾਂ ਵਿੱਚ ਰੱਬ ਦੇ ਬੰਦੇ ਲਈ ਦਰਦ ਹੈ ਤਾਂ ਮੈਨੂੰ ਕੁਝ ਦਿਨ ਇੱਥੇ ਹੀ ਪਈ ਰਹਿਣ ਦਿਓ। ਫਿਰ ਇੱਕ ਦੂਸਰਾ ਕਹਿਣ ਲੱਗਾ, ਭੈਣ ਜੀ, ਤੂੰ ਸਾਡੀ ਅੰਮਾ ਜਾਈ ਭੈਣ ਨਾਲੋਂ ਵੱਧ ਹੈ। ਅਸੀਂ ਲੱਗਦੀ ਵਾਹ ਤੈਨੂੰ ਸੁਖੀ ਰੱਖਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ, ਪਰ ਕੀ ਕਰੀਏ, ਅਸੀਂ ਮਜ਼ਦੂਰ ਪੇਸ਼ਾ ਲੋਕ ਹਾਂ ਤੇ ਇਤਨੇ ਗਰੀਬ ਹਾਂ ਕਿ ਤੇਰੇ ਲਈ ਕਿਸੇ ਹਿੰਦੂ ਰਸੋਈਏ ਦਾ ਬੰਦੋਬਸਤ ਨਹੀਂ ਕਰ ਸਕਦੇ। ਮੈਂ ਉਹਨਾਂ ਨੂੰ ਕਿਹਾ, ਮੈਨੂੰ ਇਸ ਦੀ ਲੋੜ ਨਹੀਂ। ਮੈਂ ਤੁਹਾਡੇ ਹੱਥਾਂ ਦਾ ਰਿੱਧਾ ਪੱਕਾ ਖਾਵਾਂਗੀ। ਮੈਂ ਹਿੰਦੂ ਮਜ਼ਹਬ ਨੂੰ ਨਫ਼ਰਤ ਕਰਦੀ ਹਾਂ। ਉਸ ਤੋਂ ਬਾਅਦ ਉਹ ਮੇਰੀ ਵਿੱਤੋਂ ਵੱਧ ਟਹਿਲਕਾ ਸੇਵਾ ਕਰਨ ਲੱਗੇ। ਮੇਰਾ ਵਾਲ-ਵਾਲ ਉਹਨਾਂ ਨੂੰ ਅਸੀਸਾਂ ਦੇਣ ਲੱਗਾ। 2 ਕੁ ਹਫ਼ਤੇ ਉਹਨਾਂ ਦੇ ਘਰ ਹੀ ਕੱਟੇ। ਅਨਵਰ ਨੇ ਆਪਣਾ ਬਿਆਨ ਜਾਰੀ ਰੱਖਿਆ, ਤੇਰੇ ਜੰਮਣ ਤੋਂ 15ਵੇਂ ਦਿਨ ਬਾਅਦ ਉਹੀ ਮੁਹੱਲੇਦਾਰ ਫੇਰ ਮੇਰੇ ਪਾਸ ਆਇਆ ਤੇ ਬੜੇ ਪਿਆਰ ਨਾਲ ਕਹਿਣ ਲੱਗਾ, ਬੀਬੀ, ਮੈਂ ਉਸੇ ਦਿਨ ਤੋਂ ਤੇਰੇ ਲਈ ਫਿਕਰ ਕਰ ਰਿਹਾ ਸਾਂ ਤੇ ਹੁਣ ਤੈਨੂੰ ਦਿੱਲੀ ਦੇ ਇੱਕ ਵਿਧਵਾ ਆਸ਼ਰਮ ਵਿੱਚ ਭੇਜਣ ਦਾ ਪ੍ਰਬੰਧ ਕਰ ਲਿਆ ਹੈ। ਉੱਥੇ ਤੈਨੂੰ ਹਰ ਤਰ੍ਹਾਂ ਦਾ ਆਰਾਮ ਮਿਲੇਗਾ, ਨਾਲੇ ਵਿੱਦਿਆ ਵੀ ਪੜ੍ਹਾਈ ਜਾਵੇਗੀ। ਮੈਂ ਪਹਿਲਾਂ ਤਾਂ ਰਜ਼ਾਮੰਦ ਨਾ ਹੋਈ ਕਿਉਂਕਿ ਉਸ ਦਾ ਉਸ ਦਿਨ ਵਾਲਾ ਸਲੂਕ ਮੈਨੂੰ ਯਾਦ ਸੀ, ਪਰ ਮੇਰੇ ਮੁਸਲਮਾਨ ਭਰਾਵਾਂ ਨੇ ਮੈਨੂੰ ਮਜਬੂਰ ਕੀਤਾ ਤੇ ਅਖੀਰ ਮੈਂ ਜਾਣ ਲਈ ਤਿਆਰ ਹੋ ਪਈ। ਦੂਜੇ ਦਿਨ ਉਹ ਆਇਆ ਤੇ ਮੈਨੂੰ ਟਾਂਗੇ ਵਿੱਚ ਬਿਠਾਲ ਕੇ ਲੈ ਗਿਆ। ਉਸੇ ਦਿਨ ਅਸੀਂ ਦੋਵੇਂ ਦਿੱਲੀ ਦੀ ਟਿਕਟ ਲੈ ਕੇ ਗੱਡੀ ਚੜ੍ਹ ਗਏ। ਉਸਦੇ ਧੀਰਜ, ਦਿਲਾਸੇ ਤੇ ਮਿੱਠੀ ਬੋਲੀ ਨਾਲ ਮੇਰੇ ਦਿਲ ਨੂੰ ਕਾਫੀ ਤਸੱਲੀ ਹੋਈ। ਗੱਡੀ ਤੇਜ਼ ਤੋਰੇ ਜਾ ਰਹੀ ਸੀ। ਮੈਂ ਬਾਰੀ ਵੱਲ ਢਾਸਣਾ ਲਾ ਕੇ ਬੈਠੀ ਸਾਂ। ਉਹ ਮੇਰੇ ਸਾਹਮਣੇ ਫੱਟੇ ਤੇ ਸੀ। ਆਸ਼ਰਮ ਸੰਬੰਧੀ ਉਹ ਮੈਨੂੰ ਉੱਥੋਂ ਦੇ ਵਧੀਆ ਪ੍ਰਬੰਧ ਬਾਰੇ ਕਈ ਤਰ੍ਹਾਂ ਦੇ ਹਾਲ ਸੁਣਾ ਰਿਹਾ ਸੀ। ਅਖੀਰ ਉਹ ਕੁਝ ਫਿਕਰਮੰਦ ਜਿਹਾ ਹੋ ਕੇ ਬੋਲਿਆ, ਪਰ ਇੱਕ ਗੱਲ ਦਾ ਤਾਂ ਹੁਣ ਖਿਆਲ ਹੀ ਨਹੀਂ ਆਇਆ। ਮੈਂ ਪੁੱਛਿਆ, ਕੀ? ਉਹ ਬੋਲਿਆ, ਉਸ ਆਸ਼ਰਮ ਦਾ ਇਹ ਨਿਯਮ ਹੈ ਕਿ ਦਾਖਲ ਹੋਣ ਵਾਲੀ ਦੇ ਕੁੱਛੜ ਦੁੱਧ ਚੁੰਘਦਾ ਬੱਚਾ ਨਹੀਂ ਹੋਣਾ ਚਾਹੀਦਾ। ਬੱਚੀ? ਤੈਨੂੰ ਉਸ ਵੇਲੇ ਮੈਂ ਦੁੱਧ ਚੁੰਘਾ ਰਹੀ ਸਾਂ। ਤੇਰੇ ਚਿਹਰੇ ਵੱਲ ਮੈਂ ਅਰਮਾਨ ਭਰੀ ਨਜ਼ਰ ਨਾਲ ਤੱਕਦੀ ਹੋਈ ਬੋਲੀ। ਫੇਰ ਉਹ ਕਹਿਣ ਲੱਗਾ, ਅਗਲੇ ਸਟੇਸ਼ਨ ਤੋਂ ਨੇੜੇ ਹੀ ਮੇਰਾ ਰਿਸ਼ਤੇਦਾਰ ਹੈ। ਜੇ ਤੂੰ ਕਹੇਂ ਤਾਂ ਲੜਕੀ ਹਾਲੇ ਉਸਦੇ ਹਵਾਲੇ ਕਰ ਦਿੱਤੀ ਜਾਵੇ। ਜਦੋਂ ਇਹ ਦੁੱਧ ਛੱਡ ਦੇਵੇਗੀ ਫਿਰ ਉਸਨੂੰ ਮੰਗਾ ਲਵਾਂਗੇ। ਮੈਂ ਉਸਦੀ ਗੱਲ ਸੁਣ ਕੇ ਡਰ ਗਈ ਤੇ ਮੇਰੇ ਦਿਲ ਵਿੱਚ ਪਤਾ ਨਹੀਂ ਕੀ ਹੋਣ ਲੱਗ ਪਿਆ। ਅਖੀਰ ਉਸਨੇ ਕਈ ਤਰ੍ਹਾਂ ਦੇ ਵੱਲ ਫੇਰ ਪਾ ਕੇ ਮੈਨੂੰ ਇਹ ਕੰਮ ਲਈ ਰਾਜੀ ਕਰ ਹੀ ਲਿਆ। ਇਸ ਤੋਂ ਅਗਲੇ ਸਟੇਸ਼ਨ ਤੇ ਹੀ ਉਹ ਉੱਤਰ ਖੜੋਤਾ ਤੇ ਮੈਨੂੰ ਵੀ ਉਤਰਨ ਲਈ ਕਿਹਾ। ਇੱਕ ਟਾਂਗਾ ਕਰਕੇ ਅਸੀਂ ਇੱਕ ਪਿੰਡ ਪਹੁੰਚੇ। ਉਹ ਇਹੋ ਦੀਵਾਨਪੁਰ ਸੀ, ਜਿਸ ਬਾਬਤ ਮੈਨੂੰ ਮਗਰੋਂ ਪਤਾ ਲੱਗਾ। ਮੈਨੂੰ ਇਸ ਪਿੰਡੋਂ ਬਾਹਰ ਇੱਕ ਦਰਖਤ ਥੱਲੇ ਬਿਠਾ ਕੇ
ਉਹ ਆਪ ਚਲਾ ਗਿਆ ਤੇ ਥੋੜੇ ਚਿਰ ਪਿੱਛੋਂ ਆ ਕੇ ਕਹਿਣ ਲੱਗਾ, ਮੈਂ ਆਪਣੇ ਸੰਬੰਧੀ ਦੇ ਜੁੰਮੇ ਕੁੜੀ ਨੂੰ ਪਾਲਣ ਦਾ ਕੰਮ ਸੌਂਪ ਆਇਆ ਹਾਂ। ਤੂੰ ਜਾ ਕੇ ਇਸ ਨੂੰ ਇਹਨਾਂ ਝਾੜੀਆਂ ਦੇ ਵਿਚਕਾਰ ਉਹ ਜਿਹੜੀ ਉੱਚੀ ਸਾਰੀ ਝਾੜੀ ਹੈ, ਉਸ ਝੋਪੜੀ ਦੇ ਲਾਗੇ, ਉਸ ਝੋਪੜੀ ਦੇ ਹੇਠਾਂ ਲਹਿੰਦੇ ਦੀ ਨੁੱਕਰ ਰੱਖ ਆ। ਆਪੇ ਉਹ ਆ ਕੇ ਉੱਥੋਂ ਲੈ ਜਾਣਗੇ। ਤੈਨੂੰ ਉਹਨਾਂ ਦੇ ਸਾਹਮਣੇ ਕਰਨਾ ਮੁਨਾਸਬ ਨਹੀਂ ਸਮਝਦਾ। ਮੈਂ ਅੱਲੜ ਨੇ ਡੱਕੇ ਡੋਲੇ ਖਾਂਦਿਆਂ ਦਿਲ ਨੂੰ ਮੁੱਠ ਵਿੱਚ ਲੈ ਕੇ ਉਸੇ ਤਰ੍ਹਾਂ ਕੀਤੀ। ਪਰ ਪਿੱਛੋਂ ਜਾ ਕੇ ਮੈਨੂੰ ਪਤਾ ਲੱਗਾ ਕਿ ਇਹ ਉਸਦਾ ਫਰੇਬ ਸੀ। ਅਸਲ ਵਿੱਚ ਉਹ ਕਿਸੇ ਨੂੰ ਵੀ ਤੇਰੀ ਸੌਂਪਣੀ ਕਰਕੇ ਨਹੀਂ ਸੀ ਆਇਆ। ਇਸ ਤੋਂ ਬਾਅਦ ਉਸਨੇ ਮੈਨੂੰ ਧੀਰਜ ਦੇ ਕੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਥੋੜੇ ਦਿਨਾਂ ਨੂੰ ਜਦ ਕੁੜੀ ਜ਼ਰਾ ਸਿਆਣੀ ਹੋ ਜਾਵੇਗੀ ਤਾਂ ਕੁੜੀ ਨੂੰ ਉਹ ਮੇਰੇ ਕੋਲ ਪਹੁੰਚਾ ਦੇਵੇਗਾ। ਮੇਰਾ ਖਿਆਲ ਹੈ ਜੇ ਉਹ ਮੈਨੂੰ ਇਹ ਗੱਲ ਕਰਕੇ ਧੀਰਜ ਨਾ ਦਿੰਦਾ ਤਾਂ ਮੈਂ ਉੱਥੇ ਹੀ ਬੇਹੋਸ਼ ਹੋ ਜਾਂਦੀ। ਦਿੱਲੀ ਪਹੁੰਚ ਕੇ ਅਸਾਂ ਇੱਕ ਵਧੀਆ ਬੈਠਕ ਵਿੱਚ ਉਤਾਰਾ ਕੀਤਾ, ਜੋ ਬੜੇ ਕੀਮਤੀ ਸਮਾਨ ਨਾਲ ਸਜੀ ਹੋਈ ਸੀ। ਉਸ ਵਿੱਚ ਹੋਰ ਕੋਈ ਨਹੀਂ ਸੀ। ਉਹ ਮੈਨੂੰ ਕਹਿਣ ਲੱਗਾ, ਇਹ ਮੇਰੇ ਦੋਸਤ ਦਾ ਮਕਾਨ ਹੈ। ਰਾਤੀ ਉਹ ਇੱਕ ਨੌਕਰਾਨੀ ਨੂੰ ਮੇਰੇ ਪਾਸ ਛੱਡ ਕੇ ਆਪ ਇਹ ਕਹਿ ਕੇ ਚਲਾ ਗਿਆ, ਸਵੇਰੇ ਆ ਕੇ ਤੈਨੂੰ ਵਿਧਵਾ ਆਸ਼ਰਮ ਵਿੱਚ ਦਾਖਲ ਕਰਾ ਆਵਾਂਗਾ। ਮੈਂ ਰਾਤ ਉਂਝ ਆਰਾਮ ਨਾਲ ਕੱਟੀ, ਪਰ ਤੇਰਾ ਖਿਆਲ ਮੈਨੂੰ ਘੜੀ ਮੁੜੀ ਬੇਚੈਨ ਕਰ ਦਿੰਦਾ ਸੀ। ਸਾਰੀ ਰਾਤ ਨੀਂਦਰ ਨਾ ਪਈ। ਨੌਕਰਾਨੀ ਨੇ ਮੇਰੀ ਹਰ ਤਰ੍ਹਾਂ ਨਾਲ ਸੇਵਾ ਟਹਿਲ ਕੀਤੀ, ਪਰ ਮੇਰੇ ਅੱਥਰੂ ਨਹੀਂ ਸਨ ਠਲਦੇ। ਸਵੇਰੇ ਜਦ ਮੈਂ ਨਹਾ ਧੋ ਕੇ ਵਿਹਲੀ ਹੋਈ ਤਾਂ ਇੰਨੇ ਨੂੰ ਮੈਂ ਕੀ ਡਿੱਠਾ, ਜੋ ਇੱਕ ਬੁੱਢੀ ਫਾਫਾ, ਜੋ ਪਹਿਰਾਵੇ ਤੋਂ ਕੰਜਰੀ ਜਾਪਦੀ ਸੀ, ਆ ਕੇ ਮੇਰੇ ਪਾਸ ਬੈਠ ਗਈ। ਮੇਰੀ ਕੋਈ ਗੱਲ ਕਰਨ ਤੋਂ ਪਹਿਲਾਂ ਉਹ ਬੋਲੀ, ਬੇਟੀ, ਰਾਤੀ ਕਿਸੇ ਗੱਲ ਦੀ ਤਕਲੀਫ ਤੇ ਨਹੀਂ ਹੋਈ? ਮੈਂ ਤਾਂ ਕਈ ਕੰਮਾਂ ਕਰਕੇ ਆ ਨਹੀਂ ਸਕੀ, ਪਰ ਇਹ ਬੁੱਢੀ ਨੌਕਰਾਨੀ ਬੜੀ ਵਫ਼ਾਦਾਰ ਏ। ਉਮੀਦ ਹੈ ਇਸਨੇ ਤੈਨੂੰ ਹਰ ਤਰ੍ਹਾਂ ਦਾ ਆਰਾਮ ਪਹੁੰਚਾਇਆ ਹੋਵੇਗਾ। ਮੈਂ ਉਹਦੀਆਂ ਗੱਲਾਂ ਸੁਣ ਕੇ ਹੱਕੀ ਬੱਕੀ ਹੋ ਗਈ ਤੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਤੱਕਦਿਆਂ ਹੋਇਆਂ ਬੋਲੀ, ਇਹ ਮਕਾਨ ਤੁਹਾਡਾ ਏ? ਹਾਂ ਬੱਚੀ, ਉਸ ਖੁਦਾਵੰਦ ਕਰੀਮ ਦਾ ਏ। ਮੈਂ ਉਸ ਨੂੰ ਪੁੱਛਿਆ, ਲਾਲਾ ਹੁਰੀ ਅਜੇ ਨਹੀਂ ਆਏ? ਉਹ ਬੋਲੀ, ਕਿਹੜੇ ਲਾਲਾ ਹੁਰੀ? ਮੈਂ ਕਿਹਾ, ਉਹੀ ਜਿਹੜੇ ਮੈਨੂੰ ਵਿਧਵਾ ਆਸ਼ਰਮ ਵਿੱਚ ਦਾਖਲ ਕਰਾਉਣ ਆਏ ਸਨ। ਉਹ ਮੇਰੀ ਗੱਲ ਤੇ ਹੱਸਦੀ ਹੋਈ ਬੋਲੀ, ਬੇਟੀ, ਇਸ ਮਕਾਨ ਉੱਤੇ ਲਾਲਿਆਂ ਤੇ ਖਾਂ ਸਾਹਿਬਾਂ ਦਾ ਭਲਾ ਗਿਣਤੀ ਕੌਣ ਰੱਖ ਸਕਦਾ ਏ, ਜਿੱਥੇ ਦਿਨ ਵਿੱਚ ਸੈਂਕੜੇ ਆਉਂਦੇ ਨੇ ਤੇ ਸੈਂਕੜੇ ਜਾਂਦੇ ਨੇ। ਪਰ ਮੈਂ ਸਮਝ ਗਈ ਹਾਂ ਤੂੰ ਉਸ ਬਾਬਤ ਪੁੱਛਣੀ ਏ ਜਿਹੜਾ ਤੈਨੂੰ ਮੇਰੇ ਪਾਸ ਵੇਚ ਗਿਆ ਏ। ਉਹ ਤਾਂ ਰਾਤ ਦੀ ਗੱਡੀ ਵਾਪਸ ਚਲਾ ਗਿਆ ਤੇ ਆਪਣਾ ਇਕਰਾਰ ਜੋ ਉਸਨੇ ਤੇਰੇ ਨਾਲ ਕੀਤਾ ਸੀ ਪੂਰਾ ਕਰ ਗਿਆ ਏ ਬੱਚੀ। ਉਹ ਤੈਨੂੰ ਵਿਧਵਾ ਆਸ਼ਰਮ ਵਿੱਚ ਦਾਖਲ ਕਰਾ ਕੇ ਗਿਆ ਹੈ, ਹੋਰ ਕਿਤੇ ਨਹੀਂ। ਤੇ ਜਿਸ ਨੂੰ ਤੂੰ ਵਿਧਵਾ ਆਸ਼ਰਮ ਸਮਝਦੀ ਏ, ਉਹ ਤਾਂ ਐਵੇਂ ਢੰਗੋਸਲਾ ਏ। ਇਹੋ ਅਸਲੀ ਵਿਧਵਾ ਆਸ਼ਰਮ ਹੈ ਜਿੱਥੇ ਸਾਡੇ ਦੇਸ਼ ਦੀਆਂ ਹਜ਼ਾਰਾਂ ਲੱਖਾਂ ਵਿਧਵਾਵਾਂ ਪਰਵਰਸ਼ ਪਾਉਂਦੀਆਂ ਤੇ ਐਸ਼ ਇਸ਼ਰਤ ਦੀ ਜ਼ਿੰਦਗੀ ਬਸਰ ਕਰਦੀਆਂ ਨੇ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਕਾਠ ਮਾਰ ਗਿਆ। ਪਰ ਕੀ ਹੋ ਸਕਦਾ ਸੀ? ਮੈਂ ਬਥੇਰੀ ਰੋਈ ਚਿল্ਲਾਈ, ਕਈ ਦਿਨ ਭੁੱਖੀ ਧਿਆਈ ਵੀ ਰਹੀ, ਪਰ ਇਸਦਾ ਉਸਦੇ ਦਿਲ ਤੇ ਕੋਈ ਅਸਰ ਨਾ ਹੋਇਆ। ਉਹ ਬੁੱਢੀ ਬਰਾਬਰ ਤਰ੍ਹਾਂ ਤਰ੍ਹਾਂ ਦੇ ਲੋਭ ਤੇ ਰੰਗ ਰੰਗ ਦੇ ਸਬਜ਼ ਬਾਗ ਦੱਸ ਕੇ ਮੈਨੂੰ ਕਾਬੂ ਕਰਨ ਦੇ ਯਤਨ ਵਿੱਚ ਲੱਗੀ ਰਹੀ। ਇਸ ਨਾਲ ਵੀ ਜਦ ਮੈਂ ਨਰਮ ਨਾ ਹੋਈ ਤਾਂ ਉਸਨੇ ਇੱਕ ਮੁਟਿਆਰ ਨੂੰ ਇਹ ਕੰਮ ਸੌਂਪਿਆ, ਜਿਹੜੀ ਦਿਨ ਰਾਤ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਸੀ। ਅਖੀਰ ਉਸਨੇ ਮੈਨੂੰ ਇਸ ਰਾਹ ਤੇ ਲੈ ਹੀ ਆਂਦਾ। ਫੇਰ ਵੀ ਮੈਂ ਪਤਾ ਨਹੀਂ ਆਪਣੀ ਅੜੀ ਛੱਡਦੀ ਕਿ ਨਾ, ਪਰ ਉਸਨੇ ਮੈਨੂੰ ਆਪਣੀ ਕਥਾ ਸੁਣਾਈ ਤੇ ਦੱਸਿਆ ਕਿ ਉਹ ਵੀ ਕਿਸੇ ਦਿਨ ਬ੍ਰਾਹਮਣ ਦੀ ਸੰਤਾਨ ਤੇ ਉੱਚ ਕੋਟੀ ਦੀ ਬਹੂ ਬੇਟੀ ਸੀ, ਪਰ ਇਸ ਸਮਾਜ ਨੇ ਜੋ ਅਨਿਆਂ ਤੇ ਕੁਕਰਮ ਕੀਤੇ, ਉਸਦਾ ਸਿੱਟਾ ਹੈ ਕਿ ਅੱਜ ਉਹ ਨੀਚ ਪੇਸ਼ਾ ਲੈ ਬੈਠੀ ਹੈ। ਉਸਦਾ ਹਾਲ ਸੁਣ ਕੇ ਮੇਰਾ ਦਿਲ ਨਰਮ ਹੋ ਗਿਆ ਤੇ ਮੈਂ ਆਪਣੀ ਅਸਮਤ ਨੂੰ ਸਦਾ ਲਈ ਵੇਚ ਕੇ ਇਹ ਜਲੀਲ ਪੇਸ਼ਾ ਕਰਨ ਲਈ ਤਿਆਰ ਹੋ ਗਈ। ਇਸ ਤੋਂ ਬਾਅਦ ਮੈਂ ਵੀ ਉਸ ਨੂੰ ਆਪਣਾ ਹਾਲ ਸੁਣਾਇਆ। ਮੈਨੂੰ ਮਾਲੂਮ ਹੁੰਦਾ ਸੀ ਜੇਕਰ ਮੇਰਾ ਹਾਲ ਸੁਣ ਕੇ ਉਹ ਤੜਫ ਉੱਠੀ ਅਤੇ ਉਸ ਨੂੰ ਹੋਰ ਵੀ ਮਸਾਲਾ ਮਿਲ ਗਿਆ ਮੈਨੂੰ ਡੇਗਣ ਦਾ। ਉਹ ਕਹਿਣ ਲੱਗੀ, ਕੀ ਤੂੰ ਉਹਨਾਂ ਲੋਕਾਂ ਲਈ ਤਰਲੋ ਮੱਛੀ ਹੋ ਰਹੀ ਹੈ ਜਿਨ੍ਹਾਂ ਤੈਨੂੰ ਬਿਨਾਂ ਕਸੂਰੋਂ ਅਸਮਾਨ ਤੋਂ ਚੁੱਕ ਕੇ ਧਰਤੀ ਤੇ ਪਟਕ ਮਾਰਿਆ? ਬਸ ਅਜਿਹੇ ਲੋਕਾਂ ਤੇ ਇਹੋ ਜਿਹੇ ਸਮਾਜ ਲਈ ਹੁਣ ਸਾਡਾ ਫਰਜ਼ ਹੈ ਕਿ ਅਸੀਂ ਸਮਾਜ ਦਾ ਸਾਰੇ ਬਾਜ਼ਾਰ ਨੱਕ ਵੱਢ ਕੇ ਥਾਲੀ ਵਿੱਚ ਰੱਖ ਕੇ ਤੇ ਵਿੱਚ ਚੌਮੁਖੀਆ ਦੀਵਾ ਬਾਲ ਕੇ ਸ਼ਹਿਰ ਗਲੀ ਕੂਚ ਫਿਰੀਏ।
ਬਸ ਉਸ ਦਿਨ ਤੋਂ ਮੈਂ ਆਪਣੇ ਸੱਤ ਧਰਮ, ਆਪਣੀ ਮਾਣ ਮਰਿਆਦਾ ਨੂੰ ਜੋ ਅੱਗੇ ਹੀ ਲਗਭਗ ਨਸ਼ਟ ਹੋ ਚੁੱਕੀ ਸੀ, ਰਹਿੰਦੀ ਖੂੰਦੀ ਵੀ ਪੈਰਾਂ ਦੇ ਵਿੱਚ ਮਿੱਧ ਕੇ ਪਰੇ ਸੁੱਟ ਦਿੱਤੀ ਤੇ ਮੈਂ ਗੁਰਦੇਈ ਤੋਂ ਅਨਵਰ ਜਾਨ ਬਣ ਕੇ ਨੱਚਣਾ ਗਾਣਾ ਸਿੱਖਣ ਲੱਗ ਪਈ। ਰੰਗ ਰੂਪ ਤਾਂ ਮੈਨੂੰ ਰੱਬ ਨੇ ਅੱਗੇ ਹੀ ਚੰਗਾ ਦਿੱਤਾ ਹੋਇਆ ਸੀ। ਦਿਨਾਂ ਵਿੱਚ ਹੀ ਮੈਂ ਆਪਣੇ ਕੰਮ ਵਿੱਚ ਇਤਨੀ ਮਾਹਰ ਹੋ ਗਈ ਕਿ ਮੇਰੇ ਨਾਂ ਦੀਆਂ ਧੂਮਾਂ ਪੈ ਗਈਆਂ। ਬੱਚੀ, ਅੱਜ ਤੂੰ ਵੇਖ ਰਹੀ ਹੈ ਇਸ ਭਾਈਚਾਰੇ ਦੀ ਹਾਲਤ। ਜਦ ਮੈਂ ਹਿੰਦੂ ਧਰਮ ਦੀ ਪਵਿੱਤਰ ਤੇ ਬੇਐਬ ਕੰਨਿਆ ਸੀ ਤਾਂ ਮੈਨੂੰ ਇਸ ਸਮਾਜ ਨੇ ਜੁੱਤੀ ਦੀ ਠੋਕਰ ਮਾਰ ਕੇ ਇਸ ਤਰ੍ਹਾਂ ਪਰੇ ਸੁੱਟ ਦਿੱਤਾ ਜਿਕਣ ਇੱਕ ਮੋਈ ਹੋਈ ਚੂਹੀ ਨੂੰ। ਪਰ ਅੱਜ ਮੈਂ ਮੁਸਲਮਾਨੀ ਹਾਂ ਤੇ ਨਾਲੇ ਕੰਜਰੀ ਹਾਂ। ਪਰ ਅੱਜ ਉਹੀ ਸਮਾਜ ਤੇ ਉਸਦੇ ਵੱਡੇ ਕਰਤੇ ਧਰਤੇ ਜਿਹੜੇ ਆਪਣੇ ਆਪ ਨੂੰ ਸੱਭਿਅਤਾ ਤੇ ਧਰਮ ਦੇ ਠੇਕੇਦਾਰ ਸਦਾਉਂਦੇ ਨੇ, ਅੱਜ ਮੇਰੀ ਬੈਠਕ ਤੇ ਆ ਕੇ ਮੇਰੀਆਂ ਜੁੱਤੀਆਂ ਦੇ ਤਲੇ ਚੱਟਦੇ ਨੇ ਤੇ ਇਸੇ ਵਿੱਚ ਆਪਣੀ ਇੱਜ਼ਤ ਸਮਝਦੇ ਨੇ। ਦੂਜੇ ਲਫ਼ਜ਼ਾਂ ਵਿੱਚ ਜਦੋਂ ਮੈਂ ਸਮਾਜ ਦਾ ਅਰੋਗ ਤੇ ਸਡੋਲ ਅੱਗ ਸਾਂ, ਉਦੋਂ ਉਸਨੇ ਮੈਨੂੰ ਆਪਣੇ ਤੋਂ ਤੋੜ ਕੇ ਗੰਦਗੀ ਵਿੱਚ ਸੁੱਟ ਦਿੱਤਾ ਸੀ। ਪਰ ਅੱਜ ਉਸ ਸਮਾਜ ਦੇ ਅੰਗ ਨੂੰ ਜਿਹੜਾ ਗੰਦਾ ਤੇ ਸੜਿਆ ਹੋਇਆ ਏ, ਉਸ ਵਿੱਚ ਕੀੜੇ ਕੁਰਬਲ ਕੁਰਬਲ ਕਰ ਰਹੇ ਨੇ, ਜਿਨ੍ਹਾਂ ਦੀ ਬਦਬੂ ਇੱਕ ਚੰਗੇ ਭਲੇ ਮਨੁੱਖ ਨੂੰ ਵੀ ਕੋੜ ਕਰ ਦੇਵੇ। ਚੁੰਮਣ ਚੱਟਣ ਲਈ, ਸਿਰ ਮੱਥੇ ਤੇ ਰੱਖਣ ਲਈ ਉਹੀ ਸਮਾਜ ਲਾਲਾਂ ਟਪਕਾ ਰਿਹਾ ਏ। ਜਾਣਦੀ ਏ ਬੇਟੀ, ਇਹ ਕਿਸ ਦੇ ਵਿਆਹ ਦੀ ਧੂਮ-ਧਾਮ ਹੋ ਰਹੀ ਏ? ਇਹ ਮੇਰੇ ਸੁਤੇਲੇ ਪੁੱਤਰ ਦਾ ਵਿਆਹ ਏ। ਜੇ ਤੂੰ ਅੱਧਾ ਘੰਟਾ ਪਹਿਲਾਂ ਆਉਂਦੀਓ ਤਾਂ ਮੈਂ ਤੈਨੂੰ ਇੱਕ ਹੋਰ ਤਮਾਸ਼ਾ ਦਿਖਾਉਂਦੀ। ਉਹੀ ਕਰਮਚੰਦ, ਲਾੜੇ ਦਾ ਭਰਾ, ਮੇਰਾ ਵੱਡਾ ਸੁਤੇਲਾ ਪੁੱਤਰ, ਜਿਸਨੇ ਇੱਕ ਟੁਕੜਾ ਰੋਟੀ ਦੇਣ ਬਦਲੇ ਮੈਨੂੰ ਅਧਮੋਈ ਕਰਕੇ ਘਰੋਂ ਕੱਢ ਦਿੱਤਾ ਸੀ ਤੇ ਕੇਵਲ ਇੱਕ ਰਾਤ ਇੱਕ ਨੇਕ ਮੁਸਲਮਾਨ ਦੇ ਘਰ ਰਹਿਣ ਦਾ ਬਹਾਨਾ ਲਾ ਕੇ ਉਸਨੇ ਮੇਰਾ ਸਦਾ ਲਈ ਉਸਦੇ ਘਰ ਰਹਿਣਾ ਸਿਰਫ ਸਹਾਰ ਹੀ ਨਹੀਂ ਸੀ ਲਿਆ, ਸਗੋਂ ਆਪ ਇਹ ਤਜਵੀਜ਼ ਕੀਤੀ ਸੀ। ਉਹ ਹੁਣੇ ਇੱਥੇ ਆਇਆ ਸੀ ਤੇ ਉਸਦੇ ਨਾਲ ਉਹ ਸ਼ੈਤਾਨ ਪੰਡਤ ਵੀ। ਸੁਣਨਾ ਚਾਹੁੰਦੀ ਏ ਇਹ ਦੋਵੇਂ ਕਿਸ ਕੰਮ ਲਈ ਆਏ ਸਨ? ਕਰਮਚੰਦ ਆਇਆ ਸੀ ਆਪਣੀ ਮਾਂ ਨਾਲ ਪ੍ਰੇਮ ਕਲੋਲ ਕਰਨ ਲਈ, ਇੱਕ ਕੰਜਰੀ ਦੇ ਪੈਰਾਂ ਤੇ ਸਿਰ ਰੱਖ ਕੇ ਉਸ ਪਾਸੋਂ ਪ੍ਰੇਮ ਦੀ ਭਿੱਖਿਆ ਮੰਗਣ, ਤੇ ਉਹ ਬੁੱਢਾ ਖੋਡੂ ਪੰਡਤ ਜਿਸਨੇ ਪਹਿਲਾਂ ਪੁੱਤਰੀ ਪੁੱਤਰੀ ਕਹਿ ਕੇ ਮੈਨੂੰ ਆਸਰਾ ਦਿੱਤਾ ਸੀ ਤੇ ਮਗਰੋਂ ਉਸ ਪਾਪੀ ਨੇ ਤੇਰੇ ਪਿਓ ਪਾਸ ਵੇਚ ਦਿੱਤਾ ਸੀ। ਉਹ ਆਇਆ ਸੀ ਆਪਣੀ ਜਜਮਾਨ ਕੰਨਿਆ ਪਾਸੋਂ ਪ੍ਰੇਮ ਦਾ ਦਾਨ ਮੰਗਣ, ਤੇ ਸੁੰਦਰੀ ਉਹਨਾਂ ਪ੍ਰੇਮੀਆਂ ਤੇ ਪ੍ਰੇਮ ਵੇਦਨਾ, ਹਾਏ ਮਰ ਗਿਆ, ਹਾਏ ਤੇਰੇ ਨੈਣਾ ਨੇ ਵਿੰਨ ਸੁੱਟਿਆ, ਹਾਏ ਤੇਰੀ ਅਦਾ ਨੇ ਲੁੱਟ ਲਿਆ। ਜੇ ਤੂੰ ਕਦੇ ਸੁਣ ਲੈਂਦੀਓ ਤਾਂ ਫਿਰ ਇਹ ਸੁਣਦੀਓ ਕਿ ਇੱਕ ਪੁੱਤਰ ਮਾਂ ਪਾਸੋਂ ਤੇ ਦੂਜਾ ਪਿਓ ਧੀ ਪਾਸੋਂ ਪ੍ਰੇਮ ਦਾ ਦਾਨ ਮੰਗ ਰਿਹਾ ਏ, ਤੇ ਮੇਰਾ ਖਿਆਲ ਏ ਤੂੰ ਖੜੀ ਖਲੋਤੀ ਜ਼ਿਮੀ ਵਿੱਚ ਗਰਕ ਹੋ ਜਾਂਦੀਓ। ਉਹਨਾਂ ਅੱਜ ਸਾਰੀ ਰਾਤ ਮੇਰੇ ਬੂਹੇ ਅੱਗੋਂ ਹਿੱਲਣਾ ਨਹੀਂ ਸੀ ਜੇ ਮੈਂ ਉਹਨਾਂ ਨੂੰ ਕੱਲ ਦਾ ਇਕਰਾਰ ਕਰਕੇ ਨਾ ਟਾਲਦੀ। ਤੇ ਇਹ ਵੀ ਸੁਣਨਾ ਚਾਹੁੰਦੀ ਏ ਜੋ ਮੈਂ ਕਿਉਂ ਇੱਥੇ ਕੀ ਕਰਨ ਆਈ ਹਾਂ? ਮੁਜਰਾ ਕਰਨ। ਫਿਰ ਉਹਨਾਂ ਲੋਕਾਂ ਵਿੱਚ ਹੀ। ਮੈਂ ਕਦੇ ਵੀ ਨਹੀਂ ਸਾਂ ਕਰਨ ਲੱਗੀ ਜੇ ਮੈਨੂੰ ਇੱਕ ਅਜਿਹੀ ਖਾਹਿਸ਼ ਨਾ ਹੁੰਦੀ ਜਿਸ ਨੇ ਮੇਰਾ ਖਾਣਾ ਪੀਣਾ ਹਰਾਮ ਕਰ ਰੱਖਿਆ ਸੀ। ਸੁੰਦਰੀ ਮੇਰੀ ਬੱਚੀ, ਮੈਂ ਇਹਨਾਂ ਦੋਹਾਂ ਦਾ ਲਹੂ ਪੀਣ ਲਈ ਆਈ ਹਾਂ, ਤੇ ਇਸ ਲਈ ਮੈਂ ਕਿੰਨੇ ਚਿਰ ਤੋਂ ਇਸ ਵਿਆਹ ਦੀ ਉਡੀਕ ਵਿੱਚ ਸਾਂ। ਇਸ ਕੰਮ ਲਈ ਮੈਂ ਆਪਣੇ 4 ਦਲਾਲਾਂ ਨੂੰ ਵੀ ਮੁਕਰਰ ਕਰ ਛੱਡਿਆ ਹੋਇਆ ਸੀ ਤੇ ਤੀਜਾ ਕਸਾਈ ਜਿਸਨੇ ਮੈਨੂੰ ਕੰਜਰੀ ਪਾਸ ਵੇਚਿਆ ਸੀ, ਉਸ ਨੂੰ ਤਾਂ ਮੈਂ ਕਦੇ ਦੀ ਟਿਕਾਣੇ ਲਾ ਚੁੱਕੀ ਹਾਂ। ਅੱਜ ਤੱਕ ਉਸ ਦੀ ਉੱਗ ਸੁੱਗ ਹੀ ਨਹੀਂ ਨਿਕਲਣ ਦਿੱਤੀ। ਇਹ ਬਹੁਤ ਲੰਮੀ ਕਹਾਣੀ ਏ। ਉਸਦੇ ਕਤਲ ਦਾ ਹਾਲ ਸੁਣਾ ਕੇ ਮੈਂ ਤੇਰੇ ਨਾਜ਼ੁਕ ਦਿਲ ਤੇ ਸੱਟ ਨਹੀਂ ਮਾਰਦੀ। ਹਾਂ, ਇੱਕ ਅਰਮਾਨ ਹੈ ਜਿਸਨੂੰ ਮੈਂ ਸੀਨੇ ਵਿੱਚ ਹੀ ਲੈ ਕੇ ਮਰਾਂਗੀ, ਤੇ ਉਹ ਹੈ ਉਸ ਕਸਾਈ ਦੇ ਲਹੂ ਵਿੱਚ ਹੱਥ ਰੰਗਣੇ। ਪਰ ਅਫਸੋਸ, ਕੋਸ਼ਿਸ਼ ਕਰਨ ਤੇ ਵੀ ਮੈਂ ਉਸਨੂੰ ਨਾ ਢੂੰਡ ਸਕੀ। ਜੇ ਕਦੇ ਇੱਕ ਵਾਰੀ ਮਿਲ ਗਿਆ। ਸੁੰਦਰੀ ਵਿੱਚ ਹੁਣ ਹੋਰ ਸੁਣਨ ਦਾ ਜੇਰਾ ਨਹੀਂ ਸੀ ਰਿਹਾ। ਉਸਦਾ ਸਾਰਾ ਸਰੀਰ ਅੰਗਾਰਾਂ ਵਾਂਗ ਭਖ ਰਿਹਾ ਸੀ। ਬਚਨ ਸਿੰਘ ਦੇ ਉਪਦੇਸ਼ਾਂ ਨੇ ਜੋ ਥੋੜਾ ਬਹੁਤ ਉਸਦੇ ਖਿਆਲਾਂ ਨੂੰ ਪਲਟਾ ਦਿੱਤਾ ਸੀ, ਉਹ ਇਸ ਤਰ੍ਹਾਂ ਉੱਡ ਗਏ ਜਿਕਣ ਕੋਈ ਛੋਟੇ ਜਿਹੇ ਬੂਟੇ ਨੂੰ ਵਾੜ ਦੇ ਕੇ ਬਚਾਉਂਦਾ ਰਿਹਾ ਹੋਵੇ, ਪਰ ਹਨੇਰੀ ਦਾ ਇੱਕ ਬੁੱਲਾ ਉਸਨੂੰ ਜੜ੍ਹਾਂ ਤੋਂ ਹੀ ਪੁੱਟ ਕੇ ਲੈ ਜਾਵੇ। ਉਸਨੂੰ ਪੈਰਾਂ ਹੇਠੋਂ ਧਰਤੀ ਖਿਸਕਦੀ ਮਾਲੂਮ ਹੁੰਦੀ ਤੇ ਮਕਾਨ ਦੀ ਹਰ ਇੱਕ ਚੀਜ਼ ਉਸਦੀਆਂ ਅੱਖਾਂ ਅੱਗੇ ਗੋਲ ਚੱਕਰ ਵਿੱਚ ਫਿਰਦੀ ਜਾਪਦੀ ਸੀ। ਅਨਵਰ ਦੀਆਂ ਗੱਲਾਂ ਸੁਣਦਿਆਂ ਉਸਦੀ ਛੇਕੜਲੀ ਗੱਲ ਨੂੰ ਅਧਵਾਟਿਓਂ ਹੀ ਫੜ ਕੇ ਸੁੰਦਰੀ ਹੋਸ਼ ਵਿੱਚ ਉੱਠ ਕੇ ਬੋਲੀ,
ਉਸਦਾ ਲਹੂ ਮੈਂ ਪੀਆਂਗੀ ਮਾਂ। ਜੇ ਮੈਂ ਤੇਰੀ ਔਲਾਦ ਹਾਂ, ਉਸਦਾ ਲਹੂ ਪੀ ਕੇ ਆਪਣੇ ਤੇ ਦੋਹਾਂ ਦੇ ਦਿਲਾਂ ਦੀ ਅੱਗ ਬੁਝਾਵਾਂਗੀ। ਮੈਂ ਹੁਣ ਤੋਂ ਹੀ ਉਸਨੂੰ ਢੂੰਡਣ ਦੀ ਕੋਸ਼ਿਸ਼ ਸ਼ੁਰੂ ਕਰ ਦਿਆਂਗੀ। ਕਹਿੰਦੀ ਕਹਿੰਦੀ ਸੁੰਦਰੀ ਉੱਥੋਂ ਉੱਠੀ ਤੇ ਦਗੜ ਦਗੜ ਪੌੜੀਆਂ ਉਤਰ ਗਈ। ਸੁੰਦਰੀ ਨੂੰ ਆਪਣੇ ਉੱਤੇ ਪਾਗਲਪਨ ਜਿਹਾ ਸਵਾਰ ਹੋ ਰਿਹਾ ਜਾਪਦਾ ਸੀ। ਸੁੰਦਰੀ ਚਲੀ ਗਈ ਤੇ ਅਨਵਰ ਬੁੱਤ ਵਾਂਗ ਬੈਠੀ ਰਹੀ। ਉਸਦੇ ਦਿਮਾਗ ਵਿੱਚ ਆਪਣੇ ਕਹੇ ਹੋਏ ਵਾਕ ਗੂੰਜ ਰਹੇ ਸਨ। ਮੈਂ ਸੱਚੇ ਦਿਲੋਂ ਇਕਰਾਰ ਕਰਦੀ ਹਾਂ, ਅੱਜ ਦੀ ਘਟਨਾ ਉਸਨੂੰ ਸੁਪਨਾ ਮਾਲੂਮ ਹੋ ਰਹੀ ਸੀ। ਸੁੰਦਰੀ ਨੇ ਹੇਠਾਂ ਉਤਰ ਕੇ ਵੇਖਿਆ, ਬਚਨ ਸਿੰਘ ਉਸਦੀ ਉਡੀਕ ਵਿੱਚ ਇੱਧਰ ਉੱਧਰ ਟਹਿਲ ਰਿਹਾ ਸੀ। ਰਾਤ ਦੇ 2 ਪਹਿਰ ਬੀਤ ਕੇ ਤੀਜਾ ਸ਼ੁਰੂ ਸੀ ਜਦ ਬਚਨ ਸਿੰਘ ਸੁੰਦਰੀ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਤੁਰ ਪਿਆ। ਅੰਗ 27ਵਾਂ। ਘਰ ਜਾ ਕੇ ਇਹਨਾਂ ਦੋਹਾਂ ਨੇ ਰਾਤ ਦਾ ਤੀਜਾ ਪਹਿਰ ਗੱਲਾਂ ਵਿੱਚ ਹੀ ਬਿਤਾਇਆ। ਕਮਰੇ ਵਿੱਚ ਪਹੁੰਚ ਕੇ ਜਦ ਲੈਂਪ ਦੇ ਚਾਨਣ ਵਿੱਚ ਬਚਨ ਸਿੰਘ ਨੇ ਸੁੰਦਰੀ ਦਾ ਚਿਹਰਾ ਵੇਖਿਆ ਤਾਂ ਉਹ ਡਰ ਜਿਹਾ ਗਿਆ। ਸੁੰਦਰੀ ਦੀਆਂ ਅੱਖਾਂ ਵਿੱਚੋਂ ਅੰਗਿਆਰੇ ਤਿੜਕ ਰਹੇ ਸਨ ਤੇ ਚਿਹਰੇ ਉੱਤੇ ਡਰਾਉਣੀ ਤੇ ਹਿੰਸਕ ਜਿਹੀ ਮੁਸਕਰਾਹਟ ਸੀ। ਉਹ ਕਾਹਲੀ ਨਾਲ ਸੁੰਦਰੀ ਦਾ ਮੋਢਾ ਟੁੰਬ ਕੇ ਬੋਲਿਆ, ਸੁੰਦਰੀ ਜੀ, ਕੀ ਗੱਲ ਏ? ਕੁਝ ਨਹੀਂ, ਸੁੱਖ ਸਾਂਦ ਏ, ਕਹਿ ਕੇ ਫਿਰ ਇਹ ਖਿਆਲ ਕਰਕੇ ਕਿ ਬਚਨ ਸਿੰਘ ਉਸਦੇ ਦਿਲੀ ਖਿਆਲਾਂ ਦਾ ਮਜ਼ਮੂਨ ਉਸਦੇ ਚਿਹਰੇ ਤੋਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਏ ਤਾਂ ਉਸਨੇ ਸਾਰਾ ਜ਼ੋਰ ਲਾ ਕੇ ਆਪਣੀ ਅੰਦਰੂਨੀ ਤੂਫਾਨ ਨੂੰ ਰੋਕਣ ਦਾ ਯਤਨ ਕੀਤਾ। ਫਿਰ ਉਹ ਖਿਆਲ ਬਦਲਣ ਲਈ ਬੋਲੀ, ਫਿਰ ਜੰਝ ਵਾਲਿਆਂ ਵੱਲ ਗਏ ਸਾਓ? ਨਹੀਂ, ਘਰ ਹੀ ਰਿਹਾ ਹਾਂ, ਕਹਿ ਕੇ ਬਚਨ ਸਿੰਘ ਨੇ ਪੁੱਛਿਆ। ਸੁੰਦਰੀ ਜੀ, ਤੁਹਾਡੀਆਂ ਅੱਖਾਂ ਅੱਜ ਬੜੀਆਂ ਲਾਲ ਨੇ, ਕੀ ਗੱਲ ਹੈ? ਉਹ ਪੋਟਿਆਂ ਨਾਲ ਅੱਖਾਂ ਨੂੰ ਇਸ ਤਰ੍ਹਾਂ ਮਲਦੀ ਹੋਈ ਮਾਨੋ ਅਨਿੰਦਰੇ ਦਾ ਵਿਖਾਵਾ ਕਰ ਰਹੀ ਹੋਵੇ ਬੋਲੀ, ਇਹ ਸਭ ਤੁਹਾਡੀ ਹੀ ਕਿਰਪਾ ਦਾ ਫਲ ਏ। ਕਿਉਂ? ਤੁਸਾਂ ਕੰਮ ਜੋ ਉਹ ਸੌਂਪ ਦਿੱਤਾ। ਉਤਸ਼ਾਹਿਤ ਢੰਗ ਨਾਲ ਸੁੰਦਰੀ ਦੇ ਉਪਰੋਕਤ ਉੱਤਰ ਤੋਂ ਹੀ ਬਚਨ ਸਿੰਘ ਸਮਝ ਗਿਆ ਕਿ ਉਹ ਆਪਣੇ ਮਨੋਰਥ ਵਿੱਚ ਕਿਸੇ ਹੱਦ ਤੱਕ ਸਫਲ ਹੋ ਗਈ ਹੈ। ਤਸੱਲੀ ਕਰਨ ਲਈ ਉਸਨੇ ਫੇਰ ਪੁੱਛਿਆ, ਹਾਂ ਤੇ ਫਿਰ ਸੁਣਾਓ ਕੀ ਬਣਿਆ? ਬਣਿਆ ਉਹ ਜੋ ਕੁਝ ਕਰਨ ਗਈ ਸਾਂ। ਸਫਲਤਾ? ਪੂਰੀ, ਨਾ ਮੁਮਕਿਨ ਤੋਂ ਵੀ ਵਧੇਕ। ਅਰਥਾਤ? ਉਸਦੇ ਉੱਤਰ ਵਿੱਚ ਸੁੰਦਰੀ ਨੇ ਇਤਨਾ ਹੀ ਦੱਸਿਆ ਕਿ ਉਸ ਅਨਵਰ ਪਾਸੋਂ ਪ੍ਰਣ ਲੈ ਲਿਆ ਹੈ ਕਿ ਮੁਜਰਾ ਉਹ ਨਹੀਂ ਕਰੇਗੀ। ਬਚਨ ਸਿੰਘ ਅਣਮੰਨੀ ਨਜ਼ਰ ਨਾਲ ਉਸ ਵੱਲ ਤੱਕ ਕੇ ਫਿਰ ਬੋਲਿਆ, ਸੁੰਦਰੀ ਜੀ, ਉਸਨੇ ਤੁਹਾਨੂੰ ਟਾਲਣ ਲਈ ਮਾਲੂਮ ਹੁੰਦਾ ਏ ਧੋਖਾ ਦਿੱਤਾ ਏ। ਸੁੰਦਰੀ ਦੇ ਚਿਹਰੇ ਤੇ ਦ੍ਰਿੜਤਾ ਸੀ। ਉਹ ਫੇਰ ਬੋਲੀ, ਕੁਝ ਵੀ ਹੋਵੇ ਪਰ ਉਹ ਮੁਜਰਾ ਨਹੀਂ ਕਰੇਗੀ, ਤੁਹਾਨੂੰ ਪਤਾ ਲੱਗ ਜਾਊ। ਸੁੰਦਰੀ ਜੀ, ਜੇ ਉਹ ਨਾ ਨੱਚੀ ਤਾਂ ਮੈਂ ਇਹੋ ਸਮਝਾਂਗਾ ਕਿ ਤੁਸਾਂ ਰੇਤ ਚੋਂ ਤੇਲ ਕੱਢ ਲਿਆਂਦਾ ਹੈ। ਮੰਨ ਲਓ ਉਹ ਸਵੇਰ ਦਾ ਡੰਗ ਨਾ ਹੀ ਮੁਜਰਾ ਕਰੂ, ਪਰ ਜੰਝ ਨੇ ਤਾਂ ਅਜੇ ਪਰਸੋਂ ਕਿਤੇ ਵਿਦਿਆ ਹੋਣਾ ਏ। ਤੁਹਾਨੂੰ ਉਸ ਪਾਸੋਂ ਇਹ ਪ੍ਰਣ ਲੈਣਾ ਚਾਹੀਦਾ ਸੀ ਕਿ ਜਿੰਨਾ ਚਿਰ ਉਹ ਦੀਵਾਨਪੁਰ ਵਿੱਚ ਹੈ, ਮੁਜਰਾ ਨਹੀਂ ਕਰੇਗੀ। ਸੁੰਦਰੀ ਨੇ ਬੁੱਲ੍ਹਾਂ ਵਿੱਚ ਹੱਸਦੇ ਕਿਹਾ, ਬਲਕਿ ਇਸ ਨਾਲੋਂ ਵੀ ਵੱਧ ਕਿ ਉਹ ਜਦ ਤੱਕ ਜਿਉਂਦੀ ਰਹੇਗੀ ਇਹ ਕੰਮ ਨਹੀਂ ਕਰੇਗੀ। ਮੇਰਾ ਮਤਲਬ ਹੈ ਕਿ ਇਹ ਪੇਸ਼ਾ ਉਹ ਸਦਾ ਲਈ ਛੱਡ ਦੇਵੇਗੀ। ਸਮਝੋ, ਕੱਲ ਵਾਲਾ ਮੁਜਰਾ ਉਸਦਾ ਅਖੀਰੀ ਮੁਜਰਾ ਸੀ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸੁੰਦਰੀ ਜੀ? ਬਚਨ ਸਿੰਘ ਨੇ ਇਸ ਸ਼ੰਕੇ ਨੂੰ ਦੂਰ ਕਰਨ ਲਈ ਕਿ ਸੁੰਦਰੀ ਮਖੌਲ ਤਾਂ ਨਹੀਂ ਕਰ ਰਹੀ, ਉਸਦੇ ਚਿਹਰੇ ਵੱਲ ਤੱਕਦਿਆਂ ਹੋਇਆ ਕਿਹਾ, ਗਿਰਜ ਪਾਸੋਂ ਸਦਾ ਲਈ ਮੁਰਦੇ ਖਾਣ ਦੀ ਵਾਦੀ ਛੁਡਾ ਕੇ ਵੈਸ਼ਨੂਪਣ ਦਾ ਪ੍ਰਣ ਲੈਣਾ ਇਹ ਨਾਮੁਮਕਿਨ ਜਿਹੀ ਗੱਲ ਹੈ। ਸੁੰਦਰੀ ਨੇ ਉਸਨੂੰ ਨਿਸ਼ਚਾ ਕਰ ਦਿੱਤਾ, ਪਰ ਜੋ ਕੁਝ ਉਸ ਨਾਲ ਵਾਪਰੀ ਸੀ ਉਸ ਬਾਬਤ ਕੁਝ ਨਾ ਦੱਸਿਆ। ਉਸਨੂੰ ਇਸ ਗੱਲ ਦਾ ਖਤਰਾ ਸੀ ਕਿ ਜਿਸ ਗੱਲ ਦਾ ਉਹ ਆਪਣੀ ਮਾਂ ਸਾਹਮਣੇ ਪ੍ਰਣ ਕਰ ਆਈ ਹੈ, ਜੇ ਇਸ ਨੂੰ ਪਤਾ ਲੱਗ ਗਿਆ ਤਾਂ ਇਹੋ ਹੀ ਨਹੀਂ ਕਿ ਉਸਦੀ ਹਾਸੀ ਉਡਾਏਗਾ, ਬਲਕਿ ਆਪਣਾ ਅਸਰ ਪਾ ਕੇ ਇਸਨੇ ਉਸਨੂੰ ਆਪਣੇ ਪ੍ਰਾਣ ਤੋਂ ਡੇਗ ਦੇਣਾ ਹੈ। ਬਚਨ ਸਿੰਘ ਖੁਸ਼ੀ ਨਾਲ ਕੱਪੜਿਆਂ ਵਿੱਚ ਨਹੀਂ ਸੀ ਸਮਾਉਂਦਾ। ਸਭ ਤੋਂ ਪਹਿਲਾਂ ਹੀ ਇਤਨੀ ਵੱਡੀ ਸਫਲਤਾ ਤੇ ਫਿਰ ਸੁੰਦਰੀ ਦੇ ਹੱਥੋਂ। ਉਹ ਗਦਗਦ ਹੋ ਕੇ ਬੋਲਿਆ, ਸੁੰਦਰੀ ਜੀ, ਤਾਂ ਤੇ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਆਪਣੇ ਪ੍ਰੀਤਮ ਦੇ ਲਹਿਜੇ ਨੂੰ ਭਾਂਪ ਕੇ ਸੁੰਦਰੀ ਬੋਲੀ, ਨਹੀਂ, ਸਗੋਂ ਇਉਂ ਕਹੋ ਕਿ ਅਸੀਂ ਕਾਮਯਾਬ ਹੋ ਚੁੱਕੇ ਹਾਂ। ਸੁੰਦਰੀ ਜੀ, ਅਸੀਂ 2 ਤੋਂ 1 ਹੋਵਾਂਗੇ, ਇਹ ਵੀ ਹੋ ਚੁੱਕੇ ਹਾਂ। ਨਹੀਂ ਸੁੰਦਰੀ ਜੀ, ਜੇ ਅਸੀਂ 2 ਹੀ ਹਾਂ, ਇਸੇ ਤਰ੍ਹਾਂ ਕਾਮਯਾਬੀ ਵੀ ਅਜੇ ਚੌਖੀ ਦੂਰ ਹੈ, ਜਿਸ ਦਾ ਹਾਲੇ ਪਹਿਲਾ ਹੀ ਕਦਮ ਚੁੱਕਿਆ ਹੈ। ਕੀ ਕਿਹਾ ਜੇ ਅਸੀਂ 2 ਹਾਂ? ਨਹੀਂ, ਅਸੀਂ ਸਦਾ ਲਈ 1 ਹਾਂ। ਇਹ ਏਕਤਾ ਸਦਾ ਅਟੱਲ ਤੇ ਅਮਰ ਰਹੇਗੀ।
ਰੂਹਾਨੀ ਨੁਕਤਾ ਨਿਗਾਹ ਨਾਲ ਇਹ ਠੀਕ ਹੈ, ਪਰ ਸੁੰਦਰੀ ਜੀ, ਸਮਾਜ ਦੀਆਂ ਅੱਖਾਂ ਨੂੰ ਅਜੇ ਅਸੀਂ ਇੱਕ ਨਹੀਂ ਦਿਸਦੇ। ਸੁੰਦਰੀ ਪਿਆਰ ਨਾਲ ਬਚਨ ਸਿੰਘ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਬੋਲੀ, ਸਮਾਜ? ਕਿਹੜੇ ਸਮਾਜ ਦੀ ਗੱਲ ਕਰਦੇ ਹੋ? ਉਸੇ ਸਮਾਜ ਬਾਬਤ ਕਹਿ ਰਹੇ ਹੋ ਜਿਸ ਦੀਆਂ ਅੱਖਾਂ ਵਿੱਚ ਦੁਬਦਾ, ਈਰਖਾ, ਸ਼ੈਤਾਨੀ ਤੇ ਨਿਕੱਦਰੀ ਦੇ ਰੋਗਾਂ ਕਰਕੇ ਮੋਤੀਆਬਿੰਦ ਹੋਇਆ ਹੈ। ਇਸ ਸਮਾਜ ਨੂੰ ਜੇ ਅਸੀਂ ਇੱਕ ਨਹੀਂ ਦਿਸਦੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸੱਚਮੁੱਚ ਇੱਕ ਨਹੀਂ ਹਾਂ। ਇਹ ਕਸੂਰ ਉਸ ਦੀਆਂ ਆਪਣੀਆਂ ਹੀ ਅੱਖਾਂ ਦਾ ਏ, ਜਿਨ੍ਹਾਂ ਨੂੰ ਕਈ ਕਰੋੜ ਜਨਮਾਂ ਵਿੱਚ ਵੀ ਤੰਦਰੁਸਤ ਨਹੀਂ ਕਰ ਸਕਦੇ। ਤੁਸੀਂ ਇਸ ਸਮਾਜ ਨੂੰ ਆਦਮੀਆਂ ਦੀ ਜਮਾਤ ਸਮਝਦੇ ਹੋ, ਪਰ ਮੈਂ ਗੱਲ ਕਰਦਿਆਂ ਕਰਦਿਆਂ ਸੁੰਦਰੀ ਦਾ ਚਿਹਰਾ ਬਨਾਤ ਵਾਂਗ ਲਾਲ ਹੋ ਗਿਆ। ਉਸ ਦਾ ਸਾਹ ਤੇਜ਼ ਚੱਲਣ ਲੱਗ ਪਿਆ। ਇੱਕ ਵਾਰਗੀ ਵੀ ਉਸ ਦਾ ਇਹ ਢੰਗ ਵੇਖ ਕੇ ਬਚਨ ਸਿੰਘ ਡਰ ਗਿਆ। ਜਦ ਉਸ ਨੇ ਸੁੰਦਰੀ ਦੇ ਚਿਹਰੇ ਤੇ ਅੱਖਾਂ ਵੱਲ ਗੌਰ ਨਾਲ ਤੱਕਿਆ ਤਾਂ ਉਸ ਨੂੰ ਉਸਦੇ ਪਾਗਲ ਹੋਣ ਦਾ ਸ਼ੱਕ ਹੋਣ ਲੱਗਾ। ਕਹਿੰਦੇ ਹਨ, ਜਿਨ੍ਹਾਂ ਰੋਗਾਂ ਨੂੰ ਅਸਾਧ ਰੋਗ ਦੇ ਨਾਉ ਨਾਲ ਪੁਕਾਰਿਆ ਜਾਂਦਾ ਹੈ, ਅਵੱਲ ਤਾਂ ਥੋੜ੍ਹੇ ਕੀਤੇ ਉਹ ਹਟ ਹੀ ਨਹੀਂ ਸਕਦੇ, ਪਰ ਜੇ ਕਿਸੇ ਕਾਮਲ ਹਕੀਮ ਦੀ ਮਿਹਨਤ ਨਾਲ ਰੋਗੀ ਨੂੰ ਕੁਝ ਫਰਕ ਪੈ ਵੀ ਜਾਵੇ ਤਾਂ ਰਤਾ ਜਿੰਨੀ ਬਦਪਰਹੇਜੀ ਹੋ ਜਾਣ ਕਰਕੇ ਉਸ ਰੋਗ ਦਾ ਨਵੇਂ ਸਿਰ ਫੁੱਟ ਪੈਣਾ ਜ਼ਰੂਰੀ ਗੱਲ ਹੁੰਦੀ ਹੈ। ਇਹੋ ਹਾਲਤ ਇਸ ਵੇਲੇ ਸੁੰਦਰੀ ਦੀ ਸੀ। ਬਚਨ ਸਿੰਘ ਨੇ ਉਸ ਨੂੰ ਬੜੇ ਯਤਨਾਂ ਨਾਲ ਗਲਤ ਰਸਤੇ ਤੋਂ ਮੋੜ ਕੇ ਸਿੱਧੇ ਰਸਤੇ ਲਿਆਉਣ ਲਈ ਕੇਵਲ ਤਿਆਰ ਹੀ ਕੀਤਾ ਸੀ, ਹਾਲੇ ਲਿਆਂਦਾ ਨਹੀਂ ਸੀ। ਪਰ ਅਨਵਰ ਜਾਣ ਵਾਲੀ ਨਵੀਂ ਘਟਨਾ ਨੇ ਉਸਦੇ ਖਿਆਲਾਂ ਨੂੰ ਮੁੜ ਆਪਣੇ ਪਹਿਲੇ ਥਾਂ ਤੇ ਲੈ ਆਂਦਾ। ਸੁੰਦਰੀ ਜੀ, ਅੱਜ ਤੁਹਾਨੂੰ ਕੀ ਹੋ ਗਿਆ ਹੈ? ਬਚਨ ਸਿੰਘ ਨੇ ਉਸਦੀ ਬਾਂਹ ਹਲੂਣ ਕੇ ਕਿਹਾ। ਅੱਜ ਫਿਰ ਤੁਸੀਂ ਹਿੰਸਾ ਦੇ ਅਵਤਾਰ ਨਜ਼ਰ ਆ ਰਹੇ ਹੋ। ਇਹ ਕੀ ਗੱਲ ਏ? ਫਿਰ ਉਸ ਨੂੰ ਖਿਆਲ ਆ ਗਿਆ ਜੋ ਇਸ ਵੇਲੇ ਇਸ ਵਿਸ਼ੇ ਤੇ ਗੱਲਬਾਤ ਕਰਨ ਨਾਲ ਸੁੰਦਰੀ ਦੀ ਤਬੀਅਤ ਵਧੇਰੇ ਚੰਚਲ ਹੋ ਜਾਵੇਗੀ। ਇਹ ਸੁਣ ਕੇ ਉਸਨੇ ਇਸ ਮਾਮਲੇ ਨੂੰ ਕਿਸੇ ਹੋਰ ਵੇਲੇ ਲਈ ਛੱਡ ਦਿੱਤਾ ਤੇ ਉਸਦਾ ਦਿਲ ਹੋਰ ਥੇ ਪਾਉਣ ਲਈ ਕਿਹਾ, ਖੈਰ ਇਹਨਾਂ ਗੱਲਾਂ ਨੂੰ ਹਾਲੇ ਛੱਡੋ। ਹਾਂ ਸੱਚ ਸੁੰਦਰੀ ਜੀ, ਸਾਨੂੰ ਹੁਣ ਅੱਗੇ ਲਈ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਇਸ ਬਾਬਤ ਤੁਹਾਡਾ ਕੀ ਖਿਆਲ ਹੈ? ਇਤਨੇ ਵਿੱਚ ਸੁੰਦਰੀ ਨੇ ਆਪਣੇ ਆਪ ਨੂੰ ਸੰਭਾਲ ਲਿਆ। ਉਹ ਦਿਲ ਦੀ ਕਮਜ਼ੋਰੀ ਤੇ ਪਛਾਤਾ ਰਹੀ ਸੀ ਕਿ ਜਿਹੜੀ ਗੱਲ ਬਚਨ ਸਿੰਘ ਦੇ ਅੱਗੇ ਨਹੀਂ ਸੀ ਪ੍ਰਗਟ ਕਰਨਾ ਚਾਹੁੰਦੀ, ਉਸਦੀ ਝਲਕ ਇਸ ਵਤੀਰੇ ਨੇ ਕਿਉਂ ਉਸ ਤੱਕ ਪ੍ਰਗਟ ਹੋਣ ਦਿੱਤੀ। ਪਰ ਇਹ ਸੋਚ ਕੇ ਕਿ ਇਸ ਵਿਸ਼ੇ ਤੇ ਹੋਰ ਵਧੇਰੇ ਗੱਲਬਾਤ ਕਰਨ ਨਾਲ ਪਤਾ ਨਹੀਂ ਕੀ ਮੂੰਹੋਂ ਨਿਕਲ ਜਾਵੇ, ਸੁੰਦਰੀ ਨੇ ਵੇਲਾ ਟਾਲਣਾ ਹੀ ਠੀਕ ਸਮਝਿਆ ਤੇ ਬਚਨ ਸਿੰਘ ਦੀ ਗੱਲ ਦਾ ਉੱਤਰ ਦੇਣ ਲੱਗੀ। ਪਰ ਤੁਸਾਂ ਛੇਕੜਲਾ ਖੱਤ ਵਿੱਚ ਲਿਖਿਆ ਸੀ ਕਿ ਅਜੇ ਤੁਸੀਂ ਕਿਤੇ ਦੂਰ ਨੇੜੇ ਨਹੀਂ ਜਾ ਸਕਦੇ। ਫਿਰ ਇਸ ਹਾਲਤ? ਠੀਕ ਏ, ਪਰ ਜਦ ਤੱਕ ਇੱਥੇ ਰਹਿਣਾ ਹੈ, ਇਸ ਸਮੇਂ ਵਿੱਚ ਤਾਂ ਕੋਈ ਨਾ ਕੋਈ ਕੰਮ ਜਾਰੀ ਰੱਖਣਾ ਚਾਹੀਦਾ ਹੈ। ਇਸ ਪਹਿਲੇ ਕੰਮ ਵਿੱਚ ਸਫਲਤਾ ਵੇਖ ਕੇ ਸੁੰਦਰੀ ਜੀ, ਮੇਰਾ ਹੌਸਲਾ ਵੱਧ ਗਿਆ ਏ, ਪਰ ਸਿਰਫ ਤੁਹਾਡੀ ਆਸ ਤੇ। ਜਿਸ ਕੰਮ ਨੂੰ ਮੈਂ ਹਫ਼ਤਿਆਂ ਬੱਧੀ ਖੱਜਲ ਹੋ ਕੇ ਨਹੀਂ ਸਾ ਕਰ ਸਕਿਆ, ਉਸ ਨੂੰ ਤੁਸਾਂ ਇੱਕ ਫੇਰੇ ਨਾਲ ਹੀ ਕਰ ਦਿਖਾਇਆ। ਇਸੇ ਲਈ ਮੈਂ ਕਹਿੰਦਾ ਹਾਂ ਕਿ ਅਸੀਂ ਛੇਤੀ ਤੋਂ ਛੇਤੀ। ਸੁੰਦਰੀ ਬੋਲੀ, ਮੈਂ ਤਾਂ ਕੁਝ ਵੀ ਨਹੀਂ ਕੀਤਾ। ਜੋ ਕੁਝ ਰਤੀ ਮਾਸਾਂ ਕੀਤਾ ਵੀ ਹੈ, ਇਹ ਸਭ ਤੁਹਾਡੀ ਹੀ ਸਿੱਖਿਆ ਤੇ ਸੰਗਤ ਦਾ ਫਲ ਏ। ਨਹੀਂ ਤਾਂ ਇੱਕ ਬਾਂਦਰੀ ਪਾਸੋਂ ਕੀ ਆਸ ਹੋ ਸਕਦੀ ਏ? ਤੇ ਫਿਰ ਤੁਸੀਂ ਇਸ ਸੰਬੰਧੀ ਕੀ ਕਰਨਾ ਚਾਹੁੰਦੇ ਹੋ? ਮੈਂ ਜੋ ਕੁਝ ਚਾਹੁੰਦਾ ਵਾਂ ਉਹ ਕੁਝ ਹੈ ਜਿਸ ਨੂੰ ਸੁਣ ਕੇ ਹੁਣੇ ਤੁਹਾਡੀ ਤਬੀਅਤ ਖਰਾਬ ਹੋ ਗਈ ਸੀ, ਅਰਥਾਤ ਵਿਆਹ ਦੀ ਰਸਮ, ਤਾਂ ਜੋ ਅਸੀਂ ਮਨੋਰਥ ਦੀ ਸਫਲਤਾ ਲਈ ਖੁੱਲ੍ਹੇ ਤੌਰ ਤੇ ਮੈਦਾਨ ਵਿੱਚ ਨਿਕਲੀਏ। ਸੁੰਦਰੀ ਸੰਕੋਚ ਰਲਵੇਂ ਹਾਸੇ ਨਾਲ ਬੋਲੀ, ਪਰ ਕੀ ਇਸ ਤੋਂ ਬਿਨਾਂ ਅਸੀਂ ਆਪਣੇ ਮਨੋਰਥ ਵਿੱਚ ਸਫਲ ਨਹੀਂ ਹੋ ਸਕਦੇ? ਨਹੀਂ ਸੁੰਦਰੀ ਜੀ, ਇਹ ਅਸੰਭਵ ਹੈ। ਪਰ ਮੈਂ ਤਾਂ ਇਸ ਨੂੰ ਅਸੰਭਵ ਨਹੀਂ ਸਮਝਦੀ। ਤਾਂ ਤੁਸੀਂ ਹੀ ਆਪਣਾ ਵਿਚਾਰ ਦੱਸੋ। ਇਹੋ ਕਿ ਅਸੀਂ ਕੁਝ ਚਿਰ ਲਈ ਇੱਕ ਦੂਜੇ ਤੋਂ ਵੱਖ ਹੋ ਕੇ ਕੰਮ ਕਰੀਏ ਤੇ ਜਦੋਂ ਆਪਣਾ ਕੰਮ ਪੂਰਾ ਕਰ ਲਈਏ ਤਾਂ ਫਿਰ ਉਦੋਂ ਤੱਕ ਲਈ, ਜਦ ਤੀਕ ਪ੍ਰਕਿਰਤੀ ਦਾ ਸਾਂਚਾ ਖੜਾ ਹੈ, ਇੱਕ ਹੋ ਜਾਈਏ। ਸੁੰਦਰੀ ਜੀ, ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਡਰ ਲੱਗ ਰਿਹਾ ਏ। ਮੈਂ ਤੁਹਾਡਾ ਮਤਲਬ ਨਹੀਂ ਸਮਝਿਆ। ਪ੍ਰੇਮ ਦੇ ਰਸਤੇ ਵਿੱਚ ਵੀ ਡਰ ਨੂੰ ਕੋਈ ਥਾਂ ਹੁੰਦੀ ਏ। ਇਹ ਤਾਂ ਤੁਹਾਡੇ ਮੂੰਹੋਂ ਅੱਜ ਓਪਰੀ ਜਿਹੀ ਗੱਲ ਸੁਣੀ ਏ। ਮੇਰੇ ਕਹਿਣ ਦਾ ਮਤਲਬ ਇਹ ਵੇ ਕਿ ਗੱਲ ਕਰਦੀ ਕਰਦੀ ਸੁੰਦਰੀ ਚੁੱਪ ਹੋ ਗਈ। ਬਚਨ ਸਿੰਘ ਦੀ ਘਬਰਾਹਟ ਹੋਰ ਵੱਧ ਗਈ ਤੇ ਉਹ ਬੋਲਿਆ, ਹਾਂ ਕੀ ਮਤਲਬ? ਮੇਰੇ ਕਹਿਣ ਦਾ ਮਤਲਬ ਇਹੋ ਵੇ ਕਿ ਤੁਸੀਂ ਕੁਝ ਚਿਰ ਲਈ ਮੈਨੂੰ ਭੁੱਲ ਜਾਓ। ਤੁਹਾਨੂੰ ਭੁੱਲ ਜਾਵਾਂ?
ਤੜਫਦਿਆਂ ਹੋਇਆਂ ਬਚਨ ਸਿੰਘ ਨੇ ਕਿਹਾ, ਸੁੰਦਰੀ ਜੀ, ਇਹ ਤੁਸੀਂ ਕੀ ਕਹਿ ਰਹੇ ਹੋ? ਅਨਵਰ ਦੇ ਮਕਾਨ ਵੱਲ ਜਾਣ ਤੋਂ ਪਹਿਲਾਂ ਤੇ ਤੁਹਾਡੀ ਇਹ ਹਾਲਤ ਨਹੀਂ ਸੀ। ਹਾਂ, ਭੁੱਲ ਜਾਓ। ਬਿਨਾਂ ਉਸ ਦੀ ਗੱਲ ਵੱਲ ਧਿਆਨ ਦਿੰਦਿਆਂ ਸੁੰਦਰੀ ਬੋਲੀ, ਜੇ ਭੁੱਲ ਨਹੀਂ ਸਕਦੇ ਤਾਂ ਮੇਰੀ ਯਾਦ ਨੂੰ ਹੀ ਸੁੰਦਰੀ ਸਮਝ ਕੇ ਸਦਾ ਲਈ ਆਪਣੇ ਦਿਲ ਵਿੱਚ ਰੱਖੋ। ਬਚਨ ਸਿੰਘ ਦੀਆਂ ਅੱਖਾਂ 'ਚ ਅੱਥਰੂ ਭਰ ਆਏ। ਉਹ ਬਹਿਬਲਤਾ ਨਾਲ ਸੁੰਦਰੀ ਦੇ ਹੱਥ ਫੜ ਕੇ ਬੋਲਿਆ, ਸੁੰਦਰੀ ਜੀ, ਰੱਬ ਦੇ ਵਾਸਤੇ ਅਜਿਹੀਆਂ ਗੱਲਾਂ ਨਾ ਕਰੋ। ਮੇਰੇ ਤੇ ਰਹਿਮ ਕਰਕੇ ਮੇਰੇ ਦਿਲ ਦੀ ਹਾਲਤ ਨੂੰ ਅਨੁਭਵ ਕਰੋ। ਸੁੰਦਰੀ ਨੇ ਬਚਨ ਸਿੰਘ ਦੇ ਹੱਥ ਨੂੰ ਘੁੱਟ ਕੇ ਦੋਹਾਂ ਹੱਥਾਂ ਵਿੱਚ ਫੜ ਲਿਆ ਤੇ ਦਿਲ ਦੀ ਚੰਚਲਤਾ ਨੂੰ ਦਬਾਉਂਦੀ ਹੋਈ ਬੋਲੀ, ਤੁਸੀਂ ਇਸ ਤਰ੍ਹਾਂ ਕਿਉਂ ਹੁੰਦੇ ਜਾਂਦੇ ਹੋ? ਮੈਂ ਤੁਹਾਡੀ ਤੇ ਕੇਵਲ ਤੁਹਾਡੀ ਹਾਂ, ਸਦਾ ਲਈ ਤੁਹਾਡੀ। ਅਥਰੂ ਵਹਾ ਕੇ ਮੇਰੇ ਸਬਰ ਦਾ ਬੰਨ ਨਾ ਰੋੜੋ, ਮੇਰੇ ਪ੍ਰਾਣ ਦਾ ਕਿਲਾ ਨਾ ਤੋੜੋ। ਬਚਨ ਸਿੰਘ ਦੇ ਦਿਲ ਦੀ ਅੱਗ ਬੁਝਾਉਣ ਲਈ ਇਸ ਵੇਲੇ ਸੁੰਦਰੀ ਪਾਸ ਜਿਹੜਾ ਪਾਣੀ ਸੀ, ਮਾਨੋ ਉਹ ਵੀ ਅੱਗ ਦੇ ਰੂਪ ਵਿੱਚ ਵੱਟ ਗਿਆ। ਇਸ ਵੇਲੇ ਸੁੰਦਰੀ ਅੱਗ ਤੇ ਅੱਗ ਪਾ ਕੇ ਉਸਨੂੰ ਬੁਝਾਉਣ ਦਾ ਯਤਨ ਕਰ ਰਹੀ ਸੀ। ਉਸਨੂੰ ਆਪਣੇ ਦਿਲ ਦੀ ਅੱਗ ਬੁਝਾਉਣ ਲਈ ਵੀ ਪਾਣੀ ਦੀ ਲੋੜ ਸੀ, ਪਰ ਦੂਜੇ ਪਾਸੇ ਵੀ ਅੱਗ ਸੀ। ਇਸ ਦਾ ਸਿੱਟਾ ਉਹੀ ਹੋਇਆ ਜਿਸ ਤਰ੍ਹਾਂ ਇੱਕ ਮਕਾਨ ਨੂੰ ਅੱਗ ਲੱਗੀ ਹੋਈ ਹੋਵੇ, ਪਰ ਉਸਨੂੰ ਬੁਝਾਉਣ ਵਾਲਾ ਇੰਜਣ ਵੀ ਬਲ ਰਿਹਾ ਹੋਵੇ। ਬਚਨ ਸਿੰਘ ਫੇਰ ਬੋਲਿਆ, ਸੁੰਦਰੀ ਜੀ, ਬੁਝਾਰਤਾਂ ਨਾ ਪਾਓ, ਆਪਣੇ ਦਿਲ ਦੀ ਗੱਲ ਸਾਫ਼ ਕਹੋ। ਸੁੰਦਰੀ ਨੇ ਬਦੋ-ਬਦੀ ਹੱਸਣ ਦਾ ਯਤਨ ਕਰਦਿਆਂ ਹੋਇਆਂ ਕਿਹਾ, ਸਾਫ਼-ਸਾਫ਼ ਗੱਲ ਦੱਸਾਂਗੀ। ਕੇਵਲ ਮੇਰੀ ਖਾਤਰ ਹੀ ਤੁਹਾਨੂੰ ਅੱਜ ਤੱਕ ਜੋ ਮੁਸੀਬਤਾਂ ਸਹਿਣੀਆਂ ਪਈਆਂ ਨੇ, ਉਹ ਮੈਥੋਂ ਗੁੱਝੀਆਂ ਨਹੀਂ। ਜੇ ਇੱਥੇ ਹੀ ਬਸ ਹੋ ਜਾਂਦੀ ਤਾਂ ਵੀ ਮੈਂ ਸਹਿ ਲੈਂਦੀ, ਪਰ ਮੈਂ ਵੇਖ ਰਹੀ ਹਾਂ ਮੇਰੀ ਹੋਂਦ ਨਾਲ ਤੁਹਾਨੂੰ ਅਜੇ ਹੋਰ ਬਹੁਤ ਕੁਝ ਵੇਖਣਾ ਪਵੇਗਾ। ਸੋ ਇਸ ਲਈ ਮੈਂ ਚਾਹੁੰਦੀ ਹਾਂ ਤੁਸੀਂ ਹਾਲੇ ਕੁਝ ਚਿਰ ਲਈ ਮੈਨੂੰ ਆਪਣੇ ਤੋਂ ਵੱਖ ਕਰ ਦਿਓ। ਤੁਸੀਂ ਜਦ ਤੱਕ ਤੁਹਾਡੀ ਮਾਤਾ ਜੀ ਦਾ ਦਮ ਹੈ, ਉਹਨਾਂ ਦੀ ਸੇਵਾ ਕਰੋ, ਉਹਨਾਂ ਦੀ ਸਭ ਤੋਂ ਵੱਡੀ ਸੱਧਰ ਪੂਰੀ ਕਰੋ। ਘਰ ਵਿੱਚ ਵਹੁਟੀ ਵੇਖ ਕੇ ਉਹਨਾਂ ਨੂੰ ਸਾਰੇ ਦੁੱਖ ਭੁੱਲ ਜਾਣਗੇ। ਬਚਨ ਸਿੰਘ ਦੀ ਛਾਤੀ ਵਿੱਚ ਤੀਰ ਵੱਜ ਰਹੇ ਸਨ। ਉਹ ਇੱਕ ਹੱਥ ਆਪਣੀਆਂ ਅੱਖਾਂ ਦੇ ਕੇ ਦੂਜਾ ਹੱਥ ਨਾਲ ਸੁੰਦਰੀ ਨੂੰ ਚੁੱਪ ਕਰਾਉਂਦਾ ਇਸ਼ਾਰਾ ਕਰਦਾ ਹੋਇਆ ਬੋਲਿਆ, ਸੁੰਦਰੀ ਜੀ, ਰੱਬ ਦੇ ਵਾਸਤੇ ਇਸ ਕਥਾ ਦਾ ਭੋਗ ਪਾਓ। ਜੇ ਤੁਹਾਥੋਂ ਬਿਨਾਂ ਕਿਸੇ ਹੋਰ ਨਾਲ ਮੈਨੂੰ ਵਿਆਹ ਕਰਾਉਣਾ ਪਿਆ ਤਾਂ ਉਹ ਸਿਰਫ ਮੌਤ ਹੀ ਹੋਵੇਗੀ। ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ, ਨਾ ਸੁਣ ਸਕਦਾ ਹਾਂ। ਸੁੰਦਰੀ ਦਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਸੀ, ਉਹ ਕਿਸੇ ਡੂੰਘੀ ਸੋਚ ਵਿੱਚ ਲੀਨ ਸੀ। ਬਚਨ ਸਿੰਘ ਨੇ ਵੀ ਉਸ ਵੇਲੇ ਹੋਰ ਕੁਝ ਕਹਿਣਾ ਮੁਨਾਸਬ ਨਾ ਸਮਝ ਕੇ ਉੱਠਣ ਦੀ ਤਿਆਰੀ ਕੀਤੀ। ਉਸਦਾ ਖਿਆਲ ਸੀ, ਫਿਰ ਕਿਸੇ ਹੋਰ ਵੇਲੇ ਜਦ ਸੁੰਦਰੀ ਦੀ ਤਬੀਅਤ ਪ੍ਰਸੰਨ ਵੇਖਾਂਗਾ ਤਾਂ ਉਸਦੇ ਦਿਲੋਂ ਇਹ ਗਲਤ ਖਿਆਲ ਕੱਢਣ ਦਾ ਯਤਨ ਕਰਾਂਗਾ। ਉਧਰ ਸੁੰਦਰੀ ਵੀ ਇਹੋ ਸੋਚ ਰਹੀ ਸੀ ਕਿ ਐਸੀਆਂ ਉਕਤੀਆਂ ਦਲੀਲਾਂ ਸੋਚੀ ਜਾਣ ਜਿਨ੍ਹਾਂ ਨਾਲ ਉਹ ਬਚਨ ਸਿੰਘ ਨੂੰ ਆਪਣੇ ਖਿਆਲਾਂ ਦਾ ਬਣਾ ਸਕੇ ਤੇ ਉਹ ਉਸ ਨਾਲ ਕੇਵਲ ਆਤਮਿਕ ਰਿਸ਼ਤਾ ਹੀ ਰੱਖਦਾ ਹੋਇਆ ਛੇਤੀ ਕਿਸੇ ਚੰਗੇ ਘਰਾਣੇ ਵਿੱਚ ਵਿਆਹ ਕਰਾ ਕੇ ਆਪਣੇ ਕੰਡੇਦਾਰ ਜੀਵਨ ਨੂੰ ਇੱਕ ਵਾਰੀ ਪ੍ਰਫੁੱਲਤ ਬਣਾ ਲਵੇ। ਪ੍ਰਭਾਤ ਦੀ ਸਫੇਦੀ ਹੌਲੀ-ਹੌਲੀ ਹਨੇਰੇ ਦੀ ਥਾਂ ਮੱਲ ਰਹੀ ਸੀ। ਰਾਤ ਦਾ ਬਾਕੀ ਹਿੱਸਾ ਛਾਲਾਂ ਮਾਰਦਾ ਲੰਘ ਗਿਆ। ਬਚਨ ਸਿੰਘ ਉੱਠ ਕੇ ਆਪਣੇ ਕਮਰੇ ਵਿੱਚ ਜਾਣ ਲਈ ਤਿਆਰ ਹੋਇਆ ਤਾਂ ਸੁੰਦਰੀ ਨੇ ਉਸ ਵੱਲ ਪਿਆਰ ਭਰੀ ਚੇਤਾਵਨੀ ਨਾਲ ਤੱਕ ਕੇ ਕਿਹਾ, ਜਾ ਰਹੇ ਹੋ? ਫੇਰ ਕਿਸ ਵੇਲੇ ਤੁਹਾਡੇ ਇਹਨਾਂ ਵਹਿਮੀ ਖਿਆਲਾਂ ਨੂੰ ਤੁਹਾਡੇ ਦਿਲਾਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗਾ। ਰੱਬ ਕਰਦਾ ਇਹ ਖਿਆਲ ਵਹਿਮ ਹੀ ਹੁੰਦੇ। ਇਸ ਤੋਂ ਬਾਅਦ ਬਚਨ ਸਿੰਘ ਉੱਠ ਕੇ ਆਪਣੇ ਕਮਰੇ ਵੱਲ ਚਲਾ ਗਿਆ। ਸੁੰਦਰੀ ਦੀਆਂ ਬੇਨੀਂਦ ਅੱਖਾਂ ਵਿੱਚ ਅਨਵਰ ਫਿਰ ਰਹੀ ਤੇ ਇਸੇ ਹਾਲਤ ਵਿੱਚ ਉਸਦੀ ਅੱਖ ਲੱਗ ਗਈ। ਅੰਗ 28ਵਾਂ। 3 ਪਹਿਰ ਦੇ ਅਨੀਂਦੇ ਬਾਅਦ ਚੌਥੇ ਪਹਿਰ ਦੀ ਠੰਡੀ ਹਵਾ ਨੇ ਸੁੰਦਰੀ ਦੀਆਂ ਅੱਖਾਂ ਵਿੱਚ ਨੀਂਦਰ ਭਰ ਦਿੱਤੀ, ਪਰ ਬੜੇ ਡਰਾਉਣੇ ਤੇ ਸਹਿਮ ਭਰੇ ਸੁਪਨਿਆਂ ਵਾਲੀ ਨੀਂਦਰ। ਮਾਨੋ ਨੀਂਦਰ ਨੇ ਉਸਨੂੰ ਚੁੱਕ ਕੇ ਕਿਸੇ ਖੂਨੀ ਦੁਨੀਆ ਵਿੱਚ ਲੈ ਜਾ ਸੁੱਟਿਆ, ਜਿੱਥੋਂ ਦੀ ਜ਼ਮੀਨ, ਆਸਮਾਂ, ਚੰਨ, ਸੂਰਜ ਸਭ ਕੁਝ ਖੂਨ ਦਾ ਬਣਿਆ ਹੋਇਆ ਸੀ। ਉਸਦੀਆਂ ਅੱਖਾਂ, ਕੰਨ, ਥਾਣੀ ਜਿਵੇਂ ਛੁਰੀਆਂ, ਕਟਾਰਾਂ, ਛਵੀਆਂ, ਟੋਕਿਆਂ ਦੇ ਥੱਬੇ ਉਸਦੇ ਦਿਮਾਗ ਵਿੱਚ ਉਤਰਦੇ ਜਾਂਦੇ ਸਨ। ਧਰਤੀ ਦਾ ਚੱਪਾ-ਚੱਪਾ ਥਾਂ ਖੂਨ-ਖੂਨ ਕੁਰਲਾ ਰਿਹਾ ਸੀ। ਦਰਖਤਾਂ ਤੇ ਬੈਠੇ ਪੰਛੀ ਵੀ ਖੂਨ-ਖੂਨ ਗਾ ਰਹੇ ਸਨ ਤੇ ਨਦੀਆਂ, ਖੂਹਾਂ, ਟੋਭਿਆਂ ਦਾ ਸਾਰਾ ਪਾਣੀ ਖੂਨ ਬਣ ਗਿਆ ਸੀ। ਉਹ ਜਿਸ ਪਾਸੇ ਜਾਂਦੀ, ਖੂਨ ਦੇ ਸੋਲੇ ਹੀ ਉਸਨੂੰ ਸੁਣਾਈ ਦਿੰਦੇ ਸਨ। ਉਸਦੇ ਕੱਪੜਿਆਂ ਵਿੱਚੋਂ, ਵਾਲਾਂ ਵਿੱਚੋਂ, ਅੱਖਾਂ ਤੇ ਜ਼ੁਬਾਨ ਵਿੱਚੋਂ ਖੂਨ ਹੀ ਖੂਨ ਚੋ ਰਿਹਾ ਸੀ। ਖੂਨ ਦੀ ਨਦੀ ਵਿੱਚ ਰੁੜਦੀ ਹੋਈ ਉਹ ਡੂੰਘੀ ਤੋਂ ਡੂੰਘੀ ਉਤਰਦੀ ਜਾ ਰਹੀ ਸੀ, ਜਿੱਥੇ ਛੋਟੀਆਂ ਮੱਛੀਆਂ ਤੋਂ ਲੈ ਕੇ ਵੱਡੇ-ਵੱਡੇ ਮਗਰਮੱਛ ਦੇ ਪੇਟ ਖੂਨ ਨਾਲ ਭਰੇ ਹੋਏ ਸਨ। ਇਹਨਾਂ ਜਲ ਜੰਤੂਆਂ ਨੂੰ ਜਿਵੇਂ ਮਨੁੱਖੀ ਜ਼ਬਾਨਾਂ ਲੱਗੀਆਂ ਹੋਈਆਂ ਸਨ ਤੇ ਉਹ ਖੂਨ-ਖੂਨ ਦਾ ਸ਼ੋਰ ਮਚਾਉਂਦੇ ਹੋਏ ਇੱਕ ਦੂਜੇ ਦੇ ਮਗਰ ਦੌੜ ਰਹੇ ਸਨ। ਜ਼ਾਲਮ ਵੀ, ਸ਼ਿਕਾਰ ਵੀ ਤੇ ਸ਼ਿਕਾਰੀ ਵੀ
ਸਭ ਦੀ ਜ਼ੁਬਾਨ ਵਿੱਚ ਇੱਕੋ ਸ਼ਬਦ ਸੀ, ਖੂਨ ਖੂਨ ਖੂਨ। ਸੁੰਦਰੀ ਆਪਣੇ ਆਪ ਨੂੰ ਇਸ ਵੇਲੇ ਖੂਨੀ ਨਦੀ ਦੀ ਧੁਰ ਤਹਿ ਤੱਕ ਪਹੁੰਚੀ ਮਹਿਸੂਸ ਕਰ ਰਹੀ ਸੀ। ਉਸ ਦਾ ਸਾਹ ਘੁੱਟ ਰਿਹਾ ਸੀ। ਉਸਨੇ ਘਬਰਾ ਕੇ ਬੁੜਬੁੜਾ ਕੇ ਚੀਕ ਮਾਰੀ, ਪਰ ਸ਼ਾਇਦ ਇਹ ਚੀਕ ਉਸਦੇ ਬੁੱਲ੍ਹਾਂ ਵਿੱਚੋਂ ਨਿਕਲੀ ਨਹੀਂ, ਅੰਦਰ ਹੀ ਗੁੰਮ ਹੋ ਗਈ। ਉਸਨੇ ਧਰਬਕ ਕੇ ਪਾਸਾ ਪਰਤਿਆ ਤਾਂ ਉਸਨੇ ਆਪਣੇ ਦੋਵੇਂ ਹੱਥ ਛਾਤੀ ਤੇ ਵੇਖੇ। ਕਮਰੇ ਵਿੱਚ ਸੂਰਜ ਦੀਆਂ ਕਿਰਨਾਂ ਚਮਕ ਰਹੀਆਂ ਸਨ, ਜਿਹੜੀਆਂ ਸੁੰਦਰੀ ਨੂੰ ਪੀਲੀਆਂ ਦੀ ਥਾਂ ਲਾਲ ਲਾਲ ਖੂਨ ਨਾਲ ਰੰਗੀਆਂ ਜਾਪੀਆਂ। ਖੂਨ ਖੂਨ ਦਾ ਰੌਲਾ ਅਜੇ ਤੱਕ ਉਸਦੇ ਕੰਨਾਂ ਵਿੱਚ ਗੂੰਜ ਰਿਹਾ ਸੀ। ਉਸ ਦੀਆਂ ਅੱਖਾਂ ਖੁੱਲੀਆਂ, ਪਰ ਡਰ ਨਾਲ ਉਸਨੇ ਫੇਰ ਮੀਟ ਲਈਆਂ। ਖੂਨ ਖੂਨ ਦਾ ਰੌਲਾ ਅਜੇ ਤੱਕ ਉਸਦੇ ਕੰਨਾਂ ਦੇ ਪਰਦੇ ਪਾੜ ਰਿਹਾ ਸੀ। ਉਸਨੇ ਫੇਰ ਅੱਖਾਂ ਖੋਲੀਆਂ ਤੇ ਝਟਪਟ ਮੰਜੇ ਤੋਂ ਉੱਠ ਬੈਠੀ। ਸੂਰਜ ਚੌਖਾ ਚੜ੍ਹ ਆਇਆ ਸੀ। ਉਸ ਨੂੰ ਜਾਪਿਆ ਜਿਵੇਂ ਸਾਰਾ ਮਕਾਨ ਆਦਮੀਆਂ ਨਾਲ ਘਿਰਿਆ ਹੋਇਆ ਹੈ ਤੇ ਹਰ ਪਾਸੇ ਖੂਨ ਖੂਨ ਦੀਆਂ ਆਵਾਜ਼ਾਂ ਆ ਰਹੀਆਂ ਹਨ। ਉਹ ਝਟਪਟ ਕਮਰੇ ਚੋਂ ਬਾਹਰ ਨਿਕਲੀ। ਸਾਰਾ ਪਿੰਡ ਬਚਨ ਸਿੰਘ ਦੇ ਦੁਆਲੇ ਜੁੜਿਆ ਹੋਇਆ ਸੀ। ਬਚਨ ਸਿੰਘ ਨੂੰ ਪੁਲਿਸ ਨੇ ਹੱਥਕੜੀਆਂ ਲਾਈਆਂ ਹੋਈਆਂ ਸਨ। ਉਸਦੀ ਮਾਂ ਪਿੱਟ ਕੇ ਨੀਲੀ ਹੋ ਰਹੀ ਸੀ। ਇੱਕ ਪਾਸਿਓਂ ਆਵਾਜ਼ ਆਈ, ਬਚਨ ਸਿੰਘ ਨੇ 3 ਖੂਨ ਕਰ ਦਿੱਤੇ, ਇੱਕ ਕੰਜਰੀ, ਇੱਕ ਬੁੱਢਾ ਪੰਡਤ ਤੇ ਇੱਕ ਲਾੜੇ ਦਾ ਭਰਾ ਕਰਮਚੰਦ। ਹੈਂ, 3 ਖੂਨ ਤੇ ਬਚਨ ਸਿੰਘ ਨੇ? ਸੁੰਦਰੀ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਇਸ ਵੇਲੇ ਪੁਲਿਸ ਬਚਨ ਸਿੰਘ ਨੂੰ ਥਾਣੇ ਲਈ ਜਾ ਰਹੀ ਸੀ। ਮਕਾਨ ਵਿੱਚੋਂ ਨਿਕਲ ਕੇ ਭੀੜ ਨੂੰ ਚੀਰਦੀ ਹੋਈ ਸੁੰਦਰੀ ਅੱਪੜ ਪਾਹੀ ਨੱਸ ਕੇ ਬਚਨ ਸਿੰਘ ਨੂੰ ਜਾ ਲਿਪਟੀ ਤੇ ਇੱਕ ਚੀਕ ਮਾਰ ਕੇ ਉਸਦੇ ਪੈਰਾਂ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਪਈ। ਭੀੜ ਅਗਾਂਹ ਲੰਘ ਗਈ ਤੇ ਉਹ ਉਸੇ ਤਰ੍ਹਾਂ ਪਈ ਰਹੀ। ਬਚਨ ਸਿੰਘ ਨੂੰ ਇਹ ਸਭ ਕੁਝ ਸੁਪਨਾ ਜਿਹਾ ਮਾਲੂਮ ਹੋ ਰਿਹਾ ਸੀ, ਪਰ ਸੁੰਦਰੀ ਦਾ ਹਾਲ ਤੱਕ ਕੇ ਉਸਦਾ ਦਿਲ ਹੱਥੋਂ ਜਾਂਦਾ ਰਿਹਾ। ਉਸ ਕਈ ਵੇਰਾਂ ਪਛਾਂਹ ਮੁੜ ਕੇ ਤੱਕਿਆ। 1-2 ਵਾਰੀ ਖਲੋਣ ਦੀ ਵੀ ਕੋਸ਼ਿਸ਼ ਕੀਤੀ, ਪਰ ਸਿਪਾਹੀਆਂ ਨੇ ਧੱਕਿਆਂ ਨਾਲ ਉਸ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਪਲ ਦੀ ਪਲ ਵਿੱਚ ਸੁੰਨਸਾਨ ਹੋ ਗਈ। ਸਾਰੇ ਪਿੰਡ ਵਿੱਚ ਖਬਰ ਧੁੰਮ ਗਈ। ਬਚਨ ਸਿੰਘ ਨੇ ਇੱਕੋ ਰਾਤ ਵਿੱਚ 3 ਖੂਨ ਕਰ ਸੁੱਟੇ। ਕੁਝ ਚਿਰ ਪਿੱਛੋਂ ਜਦ ਸੁੰਦਰੀ ਨੂੰ ਹੋਸ਼ ਆਈ ਤਾਂ ਉਸਨੇ ਆਪਣੇ ਆਪ ਨੂੰ ਘੱਟੇ ਵਿੱਚ ਲੱਥ-ਪੱਥ ਆਪਣੀ ਰਵਾਣੀ ਵਾਲੀ ਕੋਠੜੀ ਵਿੱਚ ਵੇਖਿਆ। ਰਵਾਣੀ ਦੇ ਕੁਝ ਬੰਦਿਆਂ ਨੇ ਉਸਨੂੰ ਬੇਹੋਸ਼ੀ ਵਿੱਚ ਚੁੱਕ ਕੇ ਇੱਥੇ ਪਹੁੰਚਾ ਦਿੱਤਾ ਸੀ। ਕੋਲ ਹੀ ਕਈ ਹੋਰ ਮਨੁੱਖ ਵੀ ਸਨ। ਉਹ ਉੱਠੀ। ਇਸ ਵੇਲੇ ਫੇਰ ਕਿਤੋਂ ਉਸਦੇ ਕੰਨੀ ਆਵਾਜ਼ ਪਈ, ਬਚਨ ਸਿੰਘ ਨੇ 3 ਖੂਨ ਕਰ ਦਿੱਤੇ। ਸੁੰਦਰੀ ਦੀਆਂ ਅੱਖਾਂ ਅੱਗੇ ਬੰਬਲ ਤਾਰੇ ਫਿਰਨ ਲੱਗੇ। ਉਸ ਨੂੰ ਇਸ ਤਰ੍ਹਾਂ ਮਾਲੂਮ ਹੁੰਦਾ ਸੀ ਜਿਕਣ ਉਸਦੇ ਸਿਰ ਵਿੱਚ ਕੋਈ ਬੰਬ ਫਟ ਕੇ ਤੇ ਉਸਨੂੰ ਪੁਰਜੇ ਕਰਕੇ ਉਡਾ ਲੈ ਗਿਆ। 5 ਕੁ ਮਿੰਟ ਉਹ ਇਸੇ ਹਾਲਤ ਵਿੱਚ ਪਈ ਰਹੀ। ਉਸਦੇ ਦਿਮਾਗ ਵਿੱਚ ਸੋਚਣ ਦੀ ਸ਼ਕਤੀ ਨਹੀਂ ਸੀ। ਇਸ ਤੋਂ ਬਾਅਦ ਉਸਨੂੰ ਇੱਕ ਹਨੇਰੀ ਜਿਹੀ ਆਈ ਤੇ ਉਹ ਫੇਰ ਬੇਹੋਸ਼ ਹੋ ਗਈ। ਪਤਾ ਨਹੀਂ ਕਿੰਨਾ ਚਿਰ ਉਹ ਇਸੇ ਤਰ੍ਹਾਂ ਪਈ ਰਹੀ। ਜਦ ਉਸ ਨੂੰ ਦੂਜੀ ਵਾਰੀ ਹੋਸ਼ ਆਈ ਤਾਂ ਉਸਨੂੰ ਇਹੋ ਮਾਲੂਮ ਹੁੰਦਾ ਸੀ ਜਿਕਣ ਉਸਨੇ ਬਚਨ ਸਿੰਘ ਦੇ ਫੜੇ ਜਾਣ ਦੀ ਖਬਰ ਸੁਪਨੇ ਵਿੱਚ ਸੁਣੀ ਹੈ। ਉਹ ਪਾਗਲਾਂ ਵਾਂਗ ਡਿੱਗਦੀ ਡੋਲਦੀ ਉੱਠ ਕੇ ਦੀਵਾਨਪੁਰ ਦੀ ਸੜਕ ਵੱਲ ਤੁਰ ਪਈ। ਕਈਆਂ ਨੇ ਉਸਨੂੰ ਰੋਕਿਆ, ਪਰ ਉਹ ਨਾ ਰੁਕੀ। ਸੜਕ ਤੇ ਇੱਕ ਟਾਂਗਾ ਜਾ ਰਿਹਾ ਸੀ, ਉਸ ਤੇ ਚੜ੍ਹ ਬੈਠੀ। ਬਚਨ ਸਿੰਘ ਦੇ ਘਰ ਪਹੁੰਚ ਕੇ ਉਸਨੇ ਵੇਖਿਆ ਬਚਨ ਸਿੰਘ ਦੀ ਮਾਂ ਮੰਜੇ ਤੇ ਬੇਹੋਸ਼ ਪਈ ਸੀ ਤੇ ਕਈ ਗੁਆਂਢਣਾਂ ਉਸਨੂੰ ਹੋਸ਼ ਵਿੱਚ ਲਿਆਉਣ ਦਾ ਯਤਨ ਕਰ ਰਹੀਆਂ ਸਨ। ਸੁੰਦਰੀ ਪਾਗਲਾਂ ਵਾਂਗ ਹਰ ਇੱਕ ਵੱਲ ਵੇਖ ਰਹੀ ਸੀ, ਪਰ ਉਸਨੇ ਕੁਝ ਵੀ ਨਾ ਪੁੱਛਿਆ ਤੇ ਨਾ ਹੀ ਉਸਨੂੰ ਕਿਸੇ ਬੁਲਾਇਆ। ਇੰਨੇ ਨੂੰ ਬਚਨ ਸਿੰਘ ਦੀ ਮਾਂ ਨੇ ਅੱਖਾਂ ਖੋਲੀਆਂ। ਸੁੰਦਰੀ ਭੱਜ ਕੇ ਉਸ ਪਾਸ ਗਈ। ਸਦਾ ਕੌਰ ਨੇ ਜਦ ਸੁੰਦਰੀ ਨੂੰ ਸਾਹਮਣੇ ਵੇਖਿਆ ਤਾਂ ਗੁੱਸੇ ਨਾਲ ਉਹਦਾ ਚਿਹਰਾ ਲਾਲ ਹੋ ਗਿਆ। ਬਾਂਹ ਦਾ ਝਟਕਾ ਦੇ ਕੇ ਉਸਨੂੰ ਪਰੇ ਧੱਕਦੀ ਹੋਈ ਬੋਲੀ, ਚਲੀ ਜਾ ਇੱਥੋਂ ਕਮਜਾਤੇ ਕੁੱਤੀਏ, ਦਫਾ ਹੋ ਜਾ ਕਲੈਣੀਏ। ਸਾਰੇ ਸਿਆਪੇ ਤੇਰੇ ਹੀ ਪਾਏ ਹੋਏ ਨੇ ਹੋਣੀਏ। ਜਿਸ ਦਿਨ ਦਾ ਤੇਰਾ ਚੰਦਰਾ ਮੂੰਹ ਵੇਖਿਆ ਸੂ, ਉਸ ਦਿਨ ਦਾ ਮੁੰਡਾ ਮਿੱਟੀ ਵਿੱਚ ਮਿਲ ਗਿਆ ਏ। ਕਰਮਾ ਸੜੀਏ, ਨਿੱਜ ਤੂੰ ਆਉਂਦੀ ਏ ਤੇ ਨਿੱਜ ਮੇਰਾ ਜਹਾਨ ਲੁੱਟਿਆ ਜਾਂਦਾ। ਜਾਂ ਰੱਬ ਤੇਰਾ ਦੋਹਾਂ ਜਹਾਨਾਂ ਵਿੱਚ ਮੂੰਹ ਕਾਲਾ ਕਰੇ। ਕਹਿੰਦੀ ਸਦਾ ਕੌਰ ਇੰਨੇ ਜੋਸ਼ ਵਿੱਚ ਆ ਗਈ ਕਿ ਮੰਜੇ ਤੋਂ ਉੱਠ ਕੇ ਹੰਭਲੇ ਮਾਰਨ ਲੱਗ ਪਈ। ਸੁੰਦਰੀ ਜੇ ਕਿਸੇ ਹੋਰ ਵੇਲੇ ਇਹੋ ਜਿਹੀਆਂ ਗੱਲਾਂ ਸੁਣਦੀ ਤਾਂ ਪਤਾ ਨਹੀਂ ਕੀ ਕਰ ਗੁਜ਼ਰਦੀ, ਪਰ ਇਸ ਵੇਲੇ ਉਸਨੇ ਇਨ੍ਹਾਂ ਗੱਲਾਂ ਨੂੰ ਉਸੇ ਤਰ੍ਹਾਂ ਸਹਾਰਿਆ ਜਿਕਣ ਇੱਕ ਜੰਗਲ ਵਿੱਚ ਰਹਿਣ ਵਾਲਾ ਸ਼ੇਰ, ਜੋ ਕਦੇ ਚਿੜੀ ਨਹੀਂ ਫਟਕਣ ਦਿੰਦਾ ਸੀ, ਪਰ ਚਿੜੀਆਂ ਦੇ ਘਰ ਪਿੰਜਰੇ ਵਿੱਚ ਆ ਕੇ ਬਾਂਦਰਾਂ ਤੇ ਰਿੱਛਾਂ ਨੂੰ ਆਪਣੀਆਂ ਸਾਂਗਾਂ ਲਾਂਦੇ ਵੇਖ ਕੇ ਠੰਡੇ ਦਿਲ ਨਾਲ ਸਹਿ ਲੈਂਦਾ ਹੈ। ਉਹ ਪਿਛਲੇ ਪੈਰੀ ਮੁੜ ਕੇ ਥਾਣੇ ਵੱਲ ਉੱਠ ਨੱਸੀ। ਜਿਸ ਤਰ੍ਹਾਂ ਸਰੀਰ ਉੱਤੇ ਵੱਟੇ ਵੱਜ ਜਾਣ ਕਰਕੇ ਤੱਤੇ ਘਾਹ ਪੀੜ ਨਹੀਂ ਮਾਲੂਮ ਹੁੰਦੀ, ਪਰ ਕੁਝ ਚਿਰ ਬਾਅਦ ਜਦ ਜ਼ਖਮ ਠੰਡਾ ਹੁੰਦਾ ਹੈ ਤਾਂ ਆਦਮੀ ਉਸ ਭੀੜ ਨਾਲ ਵਿਆਕੁਲ ਹੋ ਉੱਠਦਾ ਹੈ।
ਇਸੇ ਤਰ੍ਹਾਂ ਸੁੰਦਰੀ ਨੂੰ ਰਾਹੇ ਰਾਹ ਤੁਰੇ ਜਾਂਦਿਆਂ ਹੁਣ ਆਪਣੀ ਅਵਸਥਾ ਦਾ ਗਿਆਨ ਹੋਇਆ। ਹੈਂ, ਖੂਨ ਦੇ ਮੁਕੱਦਮੇ ਵਿੱਚ? ਇਹ ਗੱਲ ਮਾਨੋ ਹੁਣ ਹੀ ਉਸਦੇ ਖਿਆਲ ਵਿੱਚ ਆਈ। ਉਸਦੀ ਹਾਲਤ ਇਸ ਵੇਲੇ ਉਸ ਹਿਰਨੀ ਵਰਗੀ ਸੀ ਜਿਸ ਦੇ ਸਾਹਮਣੇ ਕਈ ਸ਼ਿਕਾਰੀ ਬੰਦੂਕਾਂ ਦੀ ਸ਼ਿਸ਼ਤ ਬੰਨੀ ਖੜੇ ਹੋਣ। ਪਿਛਲੇ ਪਾਸੇ ਜੰਗਲ ਨੂੰ ਅੱਗ ਲੱਗੀ ਹੋਵੇ, ਸੱਜੇ ਪਾਸੇ ਦਰਿਆ ਵਹਿ ਰਿਹਾ ਹੋਵੇ ਤੇ ਖੱਬੇ ਪਾਸੇ ਬਸਤੀ ਹੋਵੇ। ਉਸਨੇ ਜਦ ਇੱਕ ਵਾਰੀ ਨਵੇਂ ਸਿਰੇ ਆਪਣੀ ਹਾਲਤ ਵੱਲ ਨਜ਼ਰ ਮਾਰੀ ਤਾਂ ਉਹ ਡਰ ਨਾਲ ਕੰਬ ਉੱਠੀ। ਉਸਦਾ ਪ੍ਰੀਤਮ, ਜਿਸਦੀ ਹੋਂਦ ਉਸ ਲਈ ਸਾਰੇ ਸੰਸਾਰ ਦਾ ਰਾਜ ਸੀ, ਖੂਨ ਦੇ ਝੂਠੇ ਕੇਸ ਵਿੱਚ ਫਸ ਚੁੱਕਾ ਸੀ। ਜਿਸਦੀ ਮੁੱਢੀ ਮਾਂ ਵਿਚਾਰੀ ਕਾਸੇ ਜੋਗੀ ਨਹੀਂ ਸੀ। ਜਿਹੜਾ ਸ਼ਰੀਕ ਸਕੇ ਉਸ ਵੇਲੇ ਉਸਦੇ ਦੁਆਲੇ ਝੁਰਮਟ ਪਾਈ ਝੂਠੀ ਹਮਦਰਦੀ ਦੇ ਅੱਥਰੂ ਵਹਾ ਰਹੇ ਹਨ। ਇਹ ਸਭ ਬੂਰ ਦੇ ਲੱਡੂ ਹਨ। ਇਸ ਉੱਤੇ ਵਾਧਾ ਇਹ ਕਿ ਸਾਰਾ ਪਿੰਡ ਜਿਹੜਾ ਅੱਗੇ ਹੀ ਬਚਨ ਸਿੰਘ ਦੇ ਵੈਰ ਪਿਆ ਹੋਇਆ ਹੈ, ਇਹ ਕੋਈ ਬੜੀ ਗੱਲ ਨਹੀਂ ਕਿ ਲੋਕਾਂ ਨੂੰ ਉਸਦੇ ਖੂਨੀ ਹੋਣ ਦਾ ਨਿਸ਼ਚਾ ਹੀ ਹੋਵੇ। ਉਹ ਆਪਣੇ ਆਪ ਨੂੰ ਅਜਿਹੀ ਬੇੜੀ ਵਿੱਚ ਬੈਠੀ ਵੇਖ ਰਹੀ ਸੀ ਜਿਸ ਦਾ ਮਲਾਹ ਕਿਸੇ ਮਗਰਮੱਛ ਦੇ ਕਾਬੂ ਆ ਚੁੱਕਾ ਹੋਵੇ ਤੇ ਬੇੜੀ ਇੱਕ ਡਰਾਉਣੀ ਘੁੰਮਣ ਘੇਰੀ ਵਿੱਚ ਭੰਬੀਰੀ ਵਾਂਗ ਭਿਉਂ ਰਹੀ ਹੋਵੇ। ਰੋਡੂ ਦਾ ਦਮ ਸੀ, ਉਹ ਜ਼ਾਲਮਾਂ ਨੇ ਖਾ ਲਿਆ। ਮਾਂ ਉਸਨੂੰ ਮਿਲੀ, ਪਰ ਹਨੇਰੇ ਆਕਾਸ਼ ਵਿੱਚ ਇੱਕੋ ਵਾਰੀ ਬਿਜਲੀ ਵਾਂਗ ਕੜਕ ਕੇ ਸਦਾ ਲਈ ਅਲੋਪ ਹੋ ਗਈ। ਇਸ ਤੋਂ ਛੁੱਟ ਉਸਨੂੰ ਇਹ ਵੀ ਪਤਾ ਸੀ ਕਿ ਰਵਾਨੀ ਵਿੱਚ ਵੀ ਹੁਣ ਉਸਨੂੰ ਰਹਿਣ ਨਹੀਂ ਦਿੱਤਾ ਜਾਵੇਗਾ, ਕਿਉਂਕਿ ਪਾਲਾ ਸਿੰਘ ਤੇ ਉਸਦੀ ਪਾਰਟੀ ਪਾਸੋਂ ਪਿੰਡ ਡਰਦਾ ਸੀ। ਇਹੋ ਕਾਰਨ ਸੀ ਕਿ ਬਚਨ ਸਿੰਘ ਦੇ ਖਿਆਲਾਂ ਦੇ ਹਾਮੀ ਹੁੰਦਿਆਂ ਵੀ ਰਵਾਨੀ ਦੇ ਲੋਕਾਂ ਨੇ ਇਸ ਵੇਲੇ ਉਸਦੀ ਕੋਈ ਸਹਾਇਤਾ ਨਹੀਂ ਕੀਤੀ। ਇੱਥੋਂ ਤੱਕ ਕਿ ਜਿਹੜੇ ਬਚਨ ਸਿੰਘ ਦੀ ਵੱਧ ਚੜ੍ਹ ਕੇ ਹਿਮਾਇਤ ਦਾ ਦਮ ਭਰਨ ਵਾਲੇ ਸਨ, ਉਹ ਵੀ ਘੋਗਲ ਕੰਨੇ ਹੋ ਕੇ ਰਸਤਾ ਵਲਾ ਗਏ। ਇਸ ਸਾਰੀ ਹਾਲਤ ਦਾ ਅਨੁਮਾਨ ਲਾ ਕੇ ਸੁੰਦਰੀ ਸੋਚਣ ਲੱਗੀ, ਹੁਣ ਮੇਰਾ ਇੱਥੇ ਰਹਿਣਾ ਬੇਫਾਇਦਾ ਹੀ ਨਹੀਂ, ਖਤਰਨਾਕ ਵੀ ਹੈ। ਪਰ ਜਾਵਾਂਗੀ ਕਿੱਥੇ? ਤੇ ਫੇਰ ਉਸ ਵੇਲੇ ਜਦ ਕਿ ਮੇਰਾ ਸਰਬੰਸ ਮੌਤ ਦੇ ਮੂੰਹ ਵਿੱਚ ਹੈ, ਦੀਵਾਨਪੁਰ ਦੇ ਲੋਕੀ ਅੱਗੇ ਹੀ ਜਾਂ ਮੈਨੂੰ ਘਿਰਣਾ ਨਾਲ ਜਾਂ ਕਮੀਆਂ ਵਾਲੀ ਨਿਗਾਹ ਨਾਲ ਵੇਖਦੇ ਹਨ। ਉਸਨੂੰ ਅੱਜ ਪਹਿਲੀ ਵਾਰੀ ਇਸ ਗੱਲ ਦਾ ਅਨੁਭਵ ਹੋਇਆ ਕਿ ਇਸਤਰੀ ਜਾਤੀ ਕਿੰਨੀ ਬਲਹੀਨ ਤੇ ਅਸਮਰਥ ਹੈ। ਇਨ੍ਹਾਂ ਹੀ ਖਿਆਲਾਂ ਵਿੱਚ ਉਹ ਕਈ ਮਨਸੂਬੇ ਬੰਨ੍ਹਦੀ ਤੇ ਢਾਉਂਦੀ ਤੁਰੀ ਗਈ, ਪਰ ਕਿਸੇ ਵੀ ਸਿੱਟੇ ਤੇ ਨਾ ਪੁੱਜ ਸਕੀ। ਸਭ ਤੋਂ ਵੱਡਾ ਦੁੱਖ ਉਸਨੂੰ ਇਸ ਗੱਲ ਦਾ ਸੀ ਕਿ ਉਹ ਆਪਣੇ ਪ੍ਰੀਤਮ ਦੀ ਕੋਈ ਸਹਾਇਤਾ ਨਹੀਂ ਸੀ ਕਰ ਸਕਦੀ। ਉਸਨੂੰ ਆਪਣੇ ਆਪ ਪਾਸੋਂ ਘਿਰਣਾ ਹੋਣ ਲੱਗੀ ਤੇ ਉਸਦਾ ਇਹੋ ਦਿਲ ਕੀਤਾ ਕਿ ਕਿਸੇ ਹੋਰ ਨੂੰ ਦੁੱਖ ਵੇਖਣ ਤੋਂ ਪਹਿਲਾਂ ਹੀ ਇਸ ਜੀਵਨ ਦਾ ਅੰਤ ਕਰ ਲਵੇ। ਇਸ ਤਰ੍ਹਾਂ ਕਰਨ ਨਾਲ ਸਾਰੇ ਦੁੱਖਾਂ ਤਸੀਹਾਂ ਤੋਂ ਉਸਨੂੰ ਛੁਟਕਾਰਾ ਮਿਲ ਜਾਏਗਾ। ਪਰ ਅੰਦਰਲੀ ਕਿਸੇ ਗੁਪਤ ਤਾਕਤ ਨੇ ਉਸਨੂੰ ਇਹ ਨਾ ਕਰਨ ਦਿੱਤਾ। ਉਹ ਘੜੀ ਮੁੜੀ ਸੋਚਦੀ, ਮੇਰੀ ਮਾਂ ਨੇ ਕਿਤਨੀ ਜਲਦਬਾਜ਼ੀ ਕੀਤੀ। ਜੇ ਉਸਨੇ ਆਪਣੇ ਦੁਸ਼ਮਣਾਂ ਨੂੰ ਮਾਰ ਕੇ ਖੁਦਕਸ਼ੀ ਹੀ ਕਰਨੀ ਸੀ ਤਾਂ ਕੋਈ ਚਿੱਠੀ ਹੀ ਲਿਖ ਕੇ ਰੱਖ ਜਾਂਦੀ, ਜਿਸ ਨਾਲ ਦੂਸਰਿਆਂ ਉੱਤੇ ਮੁਸੀਬਤ ਤਾਂ ਨਾ ਆਉਂਦੀ। ਇਨ੍ਹਾਂ ਹੀ ਖਿਆਲਾਂ ਵਿੱਚ ਭਟਕਦੀ ਹੋਈ ਸੁੰਦਰੀ ਠਾਣੇ ਪਹੁੰਚੀ। ਉਸਨੇ ਬਚਨ ਸਿੰਘ ਨਾਲ ਮੁਲਾਕਾਤ ਕਰਨ ਲਈ ਬੜੀ ਵਾਹ ਲਾਈ, ਪਰ ਪੁਲਿਸ ਦੇ ਧੱਕੇ ਤੇ ਗਾਲਾਂ ਖਾਣ ਤੋਂ ਬਿਨਾਂ ਉਸਨੂੰ ਕੁਝ ਵੀ ਪ੍ਰਾਪਤ ਨਾ ਹੋ ਸਕਿਆ। ਸਾਰਾ ਦਿਨ ਹੀ ਉਹ ਇਸ ਤਰ੍ਹਾਂ ਖੱਜਲ ਖੁਆਰ ਹੁੰਦੀ ਰਹੀ। ਪਿੰਡ ਦੇ ਕਈ ਰਸੂਖ ਵਾਲੇ ਬੰਦਿਆਂ ਪਾਸ ਜਾ ਕੇ ਨੱਕ ਮੱਥਾ ਰਗੜਿਆ, ਵਾਸਤੇ ਪਾਏ ਕਿ ਪੁਲਿਸ ਨੂੰ ਕਹਿ ਕੇ ਇੱਕ ਵਾਰੀ ਬਚਨ ਸਿੰਘ ਨਾਲ ਮੁਲਾਕਾਤ ਕਰਾਈ ਜਾਵੇ, ਪਰ ਉਸਦੀ ਕਿਸੇ ਨਾ ਸੁਣੀ। ਜਿੱਥੇ ਜਾਂਦੀ ਬਸ ਝਿੜਕਾਂ ਤੇ ਜਾਂ ਟਿਚਕਰਾਂ, ਇਹੋ ਹੀ ਚੀਜ਼ਾਂ ਉਸਦੇ ਪੱਲੇ ਪੈਂਦੀਆਂ ਸਨ। ਅਖੀਰ ਰੋਂਦੀ ਘਰਕਦੀ ਉਹ ਤਰਕਾਲਾਂ ਨੂੰ ਰਵਾਨੀ ਆਪਣੀ ਕੋਠੜੀ ਵਿੱਚ ਜਾ ਡਿੱਗੀ। ਇੱਕ ਦਿਨ ਸਾਰਾ ਹੀ ਉਸਨੇ ਉਸੇ ਤਰ੍ਹਾਂ ਬਿਤਾਇਆ ਜਿਕਣ ਇੱਕ ਪੰਛੀ ਜਿਹੜਾ ਅਜੇ ਹੁਣ ਆਕਾਸ਼ ਵਿੱਚ ਉਡਾਰੀਆਂ ਲੈ ਰਿਹਾ ਸੀ, ਕਿਸੇ ਅਚਾਨਕ ਉਸਦੇ ਖੰਭ ਤੋੜ ਕੇ ਭੁੱਬਲ ਵਿੱਚ ਸੁੱਟ ਦਿੱਤਾ ਗਿਆ ਹੋਵੇ। ਰਾਤੀ ਵੀ ਸਾਰੀ ਰਾਤ ਉਹ ਬਿਨਾਂ ਕੁਝ ਖਾਧਿਆਂ ਪੀਤਿਆਂ ਉਸੇ ਤਰ੍ਹਾਂ ਪਈ ਰਹੀ। ਅੱਜ ਉਸਨੂੰ ਕਿਸੇ ਵੀ ਆ ਕੇ ਬੁਲਾਇਆ ਚਲਾਇਆ ਨਹੀਂ ਤੇ ਇਸ ਦੀ ਉਸਨੂੰ ਲੋੜ ਵੀ ਨਹੀਂ ਸੀ। ਸਵੇਰੇ ਮੂੰਹ ਹਨੇਰੇ ਹੀ ਉਸਨੂੰ ਬਾਹਰੋਂ ਕਿਸੇ ਨੇ ਆਵਾਜ਼ ਦਿੱਤੀ। ਇਹ ਇੱਕ ਪੁਲਿਸ ਦਾ ਸਿਪਾਹੀ ਸੀ ਜਿਸ ਦੇ ਹੱਥ ਬਚਨ ਸਿੰਘ ਨੇ ਇੱਕ ਚਿੱਠੀ ਭੇਜੀ ਸੀ। ਚਿੱਠੀ ਦੇ ਕੇ ਸਿਪਾਹੀ ਝਟਪਟ ਚਲਾ ਗਿਆ ਤੇ ਸੁੰਦਰੀ ਅੰਦਰ ਆ ਕੇ ਪੜ੍ਹਨ ਲੱਗੀ। ਲਿਖਿਆ ਸੀ, ਸੁੰਦਰੀ ਜੀ, ਜਿਸ ਗੱਲ ਦਾ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ, ਉਹੀ ਹੋ ਗਈ। ਦਿਲ ਦੀਆਂ ਸਾਰੀਆਂ ਉਮੰਗਾਂ ਤੇ ਸਦਰਾਂ ਉੱਤੇ ਇੱਕੋ ਵਾਰੀ ਗੜੇਮਾਰ ਹੋ ਗਈ। ਮੇਰੇ ਫੜੇ ਜਾਣ ਕਰਕੇ ਤੁਹਾਡੇ ਦਿਲ ਦੀ ਕੀ ਹਾਲਤ ਹੋਵੇਗੀ, ਮੈਥੋਂ ਭੁੱਲੀ ਨਹੀਂ। ਉਹ ਕਿਤਨੀ ਜਲਨ ਹੈ, ਜਿਸ ਤਰ੍ਹਾਂ ਦਿਲ ਵਿੱਚ ਭੱਠ ਬਲ ਰਿਹਾ ਹੈ।
ਜਦ ਮੈਂ ਵੇਖਦਾ ਹਾਂ ਕਿ ਜਿਸ ਹੀਰੇ ਨੂੰ ਮੈਂ ਬੜੀਆਂ ਮੁਸ਼ਕਲਾਂ ਨਾਲ ਇਸ ਲਈ ਪ੍ਰਾਪਤ ਕੀਤਾ ਸੀ ਕਿ ਉਸ ਨੂੰ ਆਪਣੀ ਮਾਲਾ ਵਿੱਚ ਸ਼੍ਰੋਮਣੀ ਮਣਕੇ ਦੀ ਥਾਂ ਪਰੋ ਕੇ ਗਲ ਵਿੱਚ ਪਾਵਾਂਗਾ, ਉਹ ਅੱਜ ਘੱਟੇ ਵਿੱਚ ਰੋਲ ਰਿਹਾ ਹੈ ਤੇ ਨਾਦਾਨ ਦੁਨੀਆ ਦੀ ਨਿਗਾਹ ਵਿੱਚ ਉਸ ਦਾ ਮੁੱਲ ਇੱਕ ਫੁੱਟੀ ਕੌਡੀ ਵੀ ਨਹੀਂ। ਸੁੰਦਰੀ ਜੀ, ਕਾਸ਼ ਤੁਹਾਨੂੰ ਇੱਕ ਵਾਰੀ ਸੁਖੀ ਬਣਾ ਸਕਦਾ, ਪਰ ਮੈਂ ਬੜਾ ਬਦਨਸੀਬ ਹਾਂ। ਮੇਰੇ ਵਰਗੇ ਅਭਾਗ ਲਈ ਇਤਨੀ ਵੱਡੀ ਖੁਸ਼ੀ ਨਹੀਂ ਸੀ ਲਿਖੀ। ਮੇਰੇ ਵੱਡੇ ਅਭਾਗ ਲਈ ਇਤਨੀ ਵੱਡੀ ਖੁਸ਼ੀ ਨਹੀਂ ਸੀ ਲਿਖੀ। ਸੁੰਦਰੀ ਜੀ, ਤੁਹਾਡੀ ਚਿੱਠੀ ਦੇ ਉਹ ਸ਼ਬਦ ਜਿਨ੍ਹਾਂ ਨੂੰ ਮੈਂ ਪੜ੍ਹ ਕੇ ਹੱਸ ਛੱਡਿਆ ਸੀ, ਅੱਜ ਅੱਖਰ ਅੱਖਰ ਸੱਚ ਨਿਕਲੇ। ਤੁਹਾਡੀ ਫੁੱਲ ਤੇ ਹਵਾ ਵਾਲੀ ਉਕਤੀ ਸੱਚਮੁੱਚ ਇੱਕ ਗੂੜ੍ਹੀ ਫਿਲਾਸਫੀ ਸੀ, ਜਿਸ ਨੂੰ ਅੱਜ ਹੀ ਸਮਝ ਸਕਿਆ ਹਾਂ। ਮੇਰੀ ਸਵਰਗੀ ਦੇਵੀ, ਦਿਲ ਕਹਿ ਰਿਹਾ ਹੈ ਕਿ ਅਸੀਂ ਹੁਣ ਸਦਾ ਲਈ ਵਿਛੜਨ ਲੱਗੇ ਹਾਂ। ਅੰਦਰੋਂ ਕੋਈ ਚੀਜ਼ ਸ਼ਾਂਤੀ ਦੇ ਰਹੀ ਹੈ ਕਿ ਮਿਲਣ ਦਾ ਸੁੱਖ ਸਾਡੇ ਨਸੀਬਾਂ ਵਿੱਚ ਇੰਨਾ ਹੀ ਸੀ ਜਿੰਨਾ ਅਸੀਂ ਭੋਗ ਚੁੱਕੇ ਹਾਂ। ਇਹ ਮੁਕੱਦਮਾ ਜੋ ਮੇਰੇ ਉੱਤੇ ਇਕੱਠੇ 3 ਖੂਨਾਂ ਦਾ ਬਣਾਇਆ ਗਿਆ ਹੈ, ਸੁੰਦਰੀ ਜੀ, ਇਹ ਕੋਈ ਸਧਾਰਨ ਮੁਕੱਦਮਾ ਨਹੀਂ ਜਿਸ ਤੋਂ ਮੈਂ ਬਚ ਨਿਕਲਣ ਦੀ ਆਸ ਰੱਖ ਸਕਾਂ। ਪਿੰਡ ਵਾਲੇ ਜਿਸ ਢੰਗ ਨਾਲ ਇਸ ਦੀ ਰਚਨਾ ਰਚ ਰਹੇ ਹਨ ਤੇ ਜੋ ਕੁਝ ਉਸ ਸੰਬੰਧੀ ਮੇਰੇ ਸੁਣਨ ਵਿੱਚ ਆਇਆ ਹੈ, ਜੇ ਉਹ ਸੱਚ ਹੈ ਤਾਂ ਸਮਝੋ ਤੁਹਾਡਾ ਮੇਰਾ ਮਿਲਾਪ ਬਸ ਇੰਨਾ ਹੀ ਸੀ। ਪਰ ਸੁੰਦਰੀ ਜੀ, ਕੀ ਤੁਹਾਨੂੰ ਵੀ ਮੇਰੀ ਸੱਚਾਈ ਤੇ ਸ਼ੱਕ ਹੈ ਕਿ ਮੇਰੇ ਖੂਨੀ ਹੋਣ ਦੀ ਤੁਹਾਡੇ ਦਿਲ ਵੀ ਸ਼ਾਹਿਦੀ ਦਿੰਦਾ ਹੈ? ਮੈਨੂੰ ਬੇਸ਼ੱਕ ਸਾਰੀ ਦੁਨੀਆ ਕਾਤਲ ਕਹੇ, ਅਦਾਲਤ ਵੀ ਮੈਨੂੰ ਖੂਨੀ ਸਮਝ ਕੇ ਫਾਂਸੀ ਲਟਕਾ ਦੇਵੇ, ਇਸ ਦਾ ਮੈਨੂੰ ਕੋਈ ਦੁੱਖ ਨਹੀਂ। ਪਰ ਸੁੰਦਰੀ ਜੀ, ਜੇ ਤੁਸੀਂ ਵੀ ਅਜਿਹਾ ਹੀ ਸਮਝੋਗੇ ਤਾਂ ਮੇਰੇ ਭਾਣੇ ਪਰਲੋ ਆ ਜਾਵੇਗੀ। ਕੁਝ ਬਹੁਤ ਲਿਖਣ ਦਾ ਸਮਾਂ ਨਹੀਂ, ਇੰਨੀਆਂ ਸਤਰਾਂ ਤੁਹਾਡੇ ਤੱਕ ਪਹੁੰਚਾਉਣ ਦਾ ਵੀ ਬੜੀ ਮੁਸ਼ਕਲ ਨਾਲ ਪ੍ਰਬੰਧ ਕੀਤਾ ਹੈ। ਇਹੋ ਆਦਮੀ ਫੇਰ ਤੁਹਾਡੇ ਪਾਸ ਆਵੇਗਾ। ਚਿੱਠੀ ਦਾ ਉੱਤਰ ਲਿਖ ਕੇ ਅਛੋਪਲੇ ਇਸ ਨੂੰ ਫੜਾ ਦੇਣਾ, ਕਿਉਂਕਿ ਵਿਚਾਰੇ ਨੂੰ ਆਪਣੀ ਇੱਜ਼ਤ ਤੇ ਨੌਕਰੀ ਦਾ ਵੀ ਖਤਰਾ ਹੈ। ਇਸ ਦੇ ਨਾਲ ਹੀ ਅੱਜ ਇੱਕ ਖਤ ਗਿਆਨੀ ਜੀ ਨੂੰ ਲਿਖ ਰਿਹਾ ਹਾਂ। ਉਹ ਅੱਜ ਕੱਲ੍ਹ ਹਰਿਦੁਆਰ ਰਹਿੰਦੇ ਨੇ। ਉਹ ਝਟਪਟ ਆ ਕੇ ਤੁਹਾਨੂੰ ਆਪਣੇ ਪਾਸ ਲੈ ਜਾਣਗੇ। ਦੀਵਾਨਪੁਰ ਦੇ ਲਾਗੇ ਜਾਗੇ ਰਹਿਣਾ ਤੁਹਾਡੇ ਲਈ ਖਤਰੇ ਤੋਂ ਖਾਲੀ ਨਹੀਂ। ਇੱਕ ਗੱਲ ਹੋਰ ਦੱਸਾਂ, ਮੇਰੇ ਨਾਲ ਮੁਲਾਕਾਤ ਕਰਨ ਦਾ ਕਦੇ ਖਿਆਲ ਨਾ ਕਰਨਾ ਜੇ ਸੁੱਖ ਚਾਹੁੰਦੇ ਹੋ। ਚਿੱਠੀ ਚਪੱਠੀ ਮੈਂ ਕਿਸੇ ਹੀਲੇ ਲਿਖਦਾ ਹੀ ਰਿਹਾ ਕਰਾਂਗਾ। ਬਸ ਚਿੱਠੀਆਂ ਨੂੰ ਹੀ ਮੁਲਾਕਾਤ ਸਮਝਣਾ। ਜਾਣਦੇ ਹੋ ਮੈਂ ਤੁਹਾਨੂੰ ਵੇਖ ਕੇ ਮੇਰਾ ਕੀ ਹਾਲ ਹੋਵੇਗਾ। ਮੇਰੇ ਸਬਰ ਦਾ ਕੜ ਪਾਟ ਜਾਵੇਗਾ, ਇੱਥੋਂ ਤੱਕ ਕਿ ਮੈਂ ਮੌਤ ਆਉਣ ਤੋਂ ਪਹਿਲਾਂ ਹੀ ਮਰ ਜਾਵਾਂਗਾ। ਇਸ ਤੋਂ ਛੁੱਟ ਸ਼ਾਇਦ ਤੁਹਾਡਾ ਆਪਣਾ ਹਾਲ ਵੀ ਇਸ ਤੋਂ ਘੱਟ ਨਹੀਂ ਹੋਵੇਗਾ। ਮੈਂ ਵੇਖਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਇਮਤਿਹਾਨ ਵਿੱਚ ਆਪਣੇ ਦਿਲ ਨੂੰ ਕਿੰਨਾ ਕੁ ਤਕੜਾ ਰੱਖ ਸਕਦੇ ਹੋ। ਅਸਲ ਵਿੱਚ ਸੁੰਦਰੀ ਜੀ, ਇਹ ਗੱਲ ਮੈਂ ਲਿਖ ਤਾਂ ਰਿਹਾ ਹਾਂ, ਪਰ ਮੇਰੀ ਆਪਣੀ ਹਾਲਤ ਬਹੁਤ ਖਰਾਬ ਹੈ। ਥਾਣੇ ਦੀ ਘੜੀ ਘੰਟੇ ਪਿੱਛੋਂ ਟਣ ਕਰਦੀ ਹੈ ਤੇ ਮੈਨੂੰ ਇਹ ਮਾਲੂਮ ਹੁੰਦਾ ਹੈ ਕਿ ਹਰ ਘੰਟਾ ਮੇਰੇ ਲਈ ਕੋਈ ਨਵੀਂ ਤੋਂ ਨਵੀਂ ਮੁਸੀਬਤ ਲਿਆ ਕੇ ਜਮ੍ਹਾਂ ਕਰ ਰਿਹਾ ਹੈ। ਦਿਲ ਵਿੱਚ ਪੀੜ ਜਿਹੀ ਉੱਠਦੀ ਹੈ ਤੇ ਕਲੇਜਾ ਵੱਸੋਂ ਬਾਹਰ ਹੁੰਦਾ ਜਾਂਦਾ ਹੈ। ਕੀ ਦੱਸਾਂ ਸੁੰਦਰੀ ਜੀ, ਮੈਂ ਤੁਹਾਨੂੰ ਆਪਣੇ ਦਿਲ ਦਾ ਹਾਲ। ਮੈਂ ਤੁਹਾਨੂੰ ਤਾਂ ਧੀਰਜ ਦੇ ਰਿਹਾ ਹਾਂ, ਪਰ ਇੱਥੇ ਮੈਨੂੰ ਧੀਰਜ ਦੇਣ ਵਾਲਾ ਕੋਈ ਨਹੀਂ। ਅੱਛਾ, ਪ੍ਰਾਰਬਧ ਵਿੱਚ ਜੋ ਲਿਖਿਆ ਹੈ ਹੋ ਕੇ ਹੀ ਰਹੇਗਾ। ਇਸ ਵੇਲੇ ਮੈਨੂੰ ਮਾਲੂਮ ਹੁੰਦਾ ਹੈ ਸੱਚਮੁੱਚ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਤੇ ਇਹਨਾਂ ਵਿੱਚੋਂ ਕਿੰਨਾ ਸੁੱਖ ਮਿਲ ਰਿਹਾ ਹੈ। ਘੜੀ ਦੀ ਘੜੀ ਲਈ ਸੰਸਾਰ ਦੇ ਸਾਰੇ ਦੁੱਖ ਤੇ ਅਭਿਵਿਅਕਤ ਦੁੱਖਾਂ ਦੀ ਚਿੰਤਾ, ਇਹ ਸਭ ਚੀਜ਼ਾਂ ਮੈਥੋਂ ਦੂਰ ਹੋ ਗਈਆਂ ਹਨ। ਤੁਹਾਡਾ ਬਚਨ ਸਿੰਘ। ਚਿੱਠੀ ਪੜ੍ਹਦਿਆਂ ਸੁੰਦਰੀ ਦੇ ਚਿਹਰੇ ਤੇ ਕਈ ਰੰਗ ਬਦਲੇ। ਅਖੀਰ ਵਿੱਚ ਆ ਕੇ ਉਸਦਾ ਮੱਥਾ ਚਮਕ ਰਿਹਾ ਸੀ। ਅੱਖਾਂ ਵਿੱਚ ਹਿੰਸਕ ਝਲਕ ਰਹੀ ਸੀ ਤੇ ਹੌਸਲਾ ਉਸਦਾ ਰਗ ਰਗ ਵਿੱਚ ਉਮਲ ਰਿਹਾ ਸੀ। ਝਟਪਟ ਉੱਠੀ ਤੇ ਕਲਮ ਦਵਾਤ ਲੈ ਕੇ ਉੱਤਰ ਲਿਖਣ ਲੱਗੀ। ਮੇਰੇ ਜੀਵਨ ਸਰਬੰਸ, ਪ੍ਰਤਿਕਾ ਪੜੀ। ਤੁਸੀਂ ਇਤਨੀ ਛੇਤੀ ਘਬਰਾ ਗਏ। ਇੱਕ ਮਰਦ ਤੇ ਫਿਰ ਬੇਕਸੂਰ ਹੁੰਦੇ ਹੋਏ ਵੀ ਘਬਰਾ ਰਹੇ ਹੋ। ਇੱਕ ਮਰਦ ਤੇ ਫਿਰ ਬੇਕਸੂਰ ਹੁੰਦੇ ਵੀ ਘਬਰਾ ਰਹੇ ਹੋ। ਕਿਹੜੀ ਗੱਲੋਂ? ਕਿਸ ਦੁੱਖ ਦੀ ਸੰਭਾਵਨਾ ਤੋਂ? ਕੀ ਮੇਰਾ ਖਿਆਲ ਕਰਕੇ? ਉਹ ਮੇਰੇ ਭੋਲੇ ਪ੍ਰੀਤਮ, ਇਸ ਗੱਲ ਦਾ ਮੁੜ ਕੇ ਜ਼ਿਕਰ ਨਾ ਕਰਨਾ। ਮੇਰਾ ਦਿਲ, ਜਿਹੜਾ ਤੁਹਾਡੇ ਨਾਲ ਸਭ ਤੋਂ ਪਹਿਲੀ ਮੁਲਾਕਾਤ ਹੋਣ ਵੇਲੇ ਫੁੱਲਾਂ ਦੀਆਂ ਪੱਤੀਆਂ ਦਾ ਬਣਿਆ ਹੋਇਆ ਸੀ, ਉਹ ਕੁਝ ਦਿਨਾਂ ਬਾਅਦ ਜਦ ਬਾਬੇ ਦੀ ਮੌਤ ਤੇ ਤੁਹਾਡੇ ਤੇ ਅਤਿਆਚਾਰ ਸ਼ੁਰੂ ਹੋਏ, ਕਾਠ ਦਾ ਬਣ ਗਿਆ ਸੀ। ਤੁਹਾਡੀ ਚਿੱਠੀ ਪੜ੍ਹਨ ਤੋਂ ਬਾਅਦ ਹੁਣ ਇਹ ਫੌਲਾਦ ਦਾ ਬਣ ਗਿਆ ਹੈ। ਪ੍ਰੀਤਮ, ਜੇ ਦੁਨੀਆ ਦੀ ਨਿਗਾਹ ਵਿੱਚ ਮੇਰਾ ਮੁੱਲ ਫੁੱਟੀ ਕੌਡੀ ਨਹੀਂ, ਤਾਂ ਇਸ ਖੁਦਗਰਜ਼ ਤੇ ਮਕਾਰ ਦੁਨੀਆ ਨੂੰ ਮੈਂ ਕੌਡੀ ਦੀਆਂ ਚਾਰ ਵੀ ਨਹੀਂ ਸਮਝਦੀ। ਕੀ ਕਿਹਾ ਜੇ ਤੁਸੀਂ ਮੈਨੂੰ ਸੁਖੀ ਨਹੀਂ ਬਣਾ ਸਕੇ?
ਇਹ ਤੁਹਾਡੀ ਭੁੱਲ ਹੈ ਪ੍ਰੀਤਮ। ਜੋ ਸੁੱਖ ਤੁਸਾਂ ਮੈਨੂੰ ਦਿੱਤਾ ਹੈ, ਇਹ ਕੇਵਲ ਮੇਰੇ ਹੀ ਹਿੱਸੇ ਆਇਆ ਹੈ। ਜਦੋਂ ਮੈਂ ਤੁਹਾਨੂੰ ਆਪਣੀ ਚਿੱਠੀ ਵਿੱਚ ਫੁੱਲ ਤੇ ਹਵਾ ਦਾ ਦ੍ਰਿਸ਼ਟਾਂਤ ਲਿਖਿਆ ਸੀ, ਉਦੋਂ ਮੈਂ ਪ੍ਰੇਮ ਦੇ ਰਾਹ ਤੋਂ ਅਣਜਾਣ ਸਾਂ, ਪਰ ਹੁਣ ਮੈਂ ਇਸ ਦੇ ਮਹੱਤਵ ਤੇ ਇਸ ਦੀ ਉੱਚਤਾ ਤੋਂ ਕੇਵਲ ਜਾਣੂ ਹੀ ਨਹੀਂ ਹੋ ਗਈ, ਸਗੋਂ ਇਸ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਚੁੱਕੀ ਹਾਂ। ਇਹੋ ਕਾਰਨ ਹੈ ਕਿ ਉਦੋਂ ਦੀਆਂ ਗੱਲਾਂ ਅੱਜ ਮੈਨੂੰ ਥੋਥੀਆਂ ਤੇ ਤਜਰਬੇ ਤੋਂ ਸੱਖਣੀਆਂ ਜਾਪਦੀਆਂ ਹਨ। ਮੇਰੇ ਮਾਲਕ, ਅੱਗੇ ਮੇਰਾ ਪ੍ਰੇਮ ਤੁਹਾਡੇ ਸਰੀਰ ਨਾਲ ਸੀ, ਜਿਸ ਕਰਕੇ ਮੈਨੂੰ ਖਤਰੇ ਸਨ, ਪਰ ਹੁਣ ਮੇਰਾ ਪ੍ਰੇਮ ਤੁਹਾਡੀ ਆਤਮਾ ਨਾਲ ਹੈ, ਜਿਸ ਕਰਕੇ ਮੈਨੂੰ ਕੋਈ ਵੀ ਖਤਰਾ ਨਹੀਂ, ਤੇ ਮੈਂ ਜਾਣਦੀ ਹਾਂ ਕਿ ਮੈਂ ਪ੍ਰਲਯ ਕਾਲ ਤੱਕ ਤੁਹਾਨੂੰ ਮੇਰੇ ਪਾਸੋਂ ਕੋਈ ਖੋ ਨਹੀਂ ਸਕਦਾ। ਮੇਰੇ ਸਰਤਾਜ, ਕਿਸ ਚੀਜ਼ ਦਾ ਖਿਆਲ ਕਰਕੇ ਘਬਰਾ ਰਹੇ ਹੋ ਮੌਤ ਦਾ? ਕੀ ਉਸ ਮੌਤ ਦਾ ਜਿਸ ਨੂੰ ਸੰਸਾਰੀ ਬੋਲੀ ਵਿੱਚ ਮੌਤ ਕਹਿੰਦੇ ਹਨ, ਪਰ ਅਸਲ ਵਿੱਚ ਉਸ ਦਾ ਨਾਮ ਜੀਵਨ ਮੰਜ਼ਲ ਦਾ ਪੜਾਉ ਹੈ। ਮਾਮੂਲ ਹੁੰਦਾ ਹੈ ਇਸ ਜੀਵਨ ਮੰਡਲ ਦੇ ਪੜਾਉ ਦੀ ਤੁਹਾਨੂੰ ਕਦਰ ਨਹੀਂ, ਤੇ ਜੇ ਖਬਰ ਹੀ ਨਹੀਂ, ਮੇਰੇ ਸਿਰ ਦੇ ਸਾਈਂ, ਜਿੱਥੇ ਜਾ ਕੇ ਅਸੀਂ ਇੱਕ ਰੂਪ ਹੋ ਜਾਵਾਂਗੇ, ਜਿੱਥੇ ਪਹੁੰਚ ਕੇ ਦੁਨੀਆ ਦੀਆਂ ਈਰਖਾਂ ਨਾਲ ਸੜੀਆਂ ਹੋਈਆਂ ਅੱਖਾਂ ਸਾਡੇ ਅਟੁੱਟ ਪ੍ਰੇਮ ਵਿੱਚ ਰੁਕਾਵਟ ਨਹੀਂ ਪਾ ਸਕਣਗੀਆਂ, ਤੇ ਜਿੱਥੇ ਜਾ ਕੇ ਸਾਨੂੰ ਦੰਪਤੀ ਰਾਜ ਦਾ ਉਹ ਸਿੰਘਾਸਨ ਪ੍ਰਾਪਤ ਹੋਵੇਗਾ, ਜਿੱਥੇ ਬੈਠਦਿਆਂ ਸਾਡੀਆਂ ਇੱਕ ਦੂਜੇ ਦੇ ਗਲ ਵਿੱਚ ਪਾਈਆਂ ਬਾਹਾਂ ਦੀ ਗਲਵੱਕੜੀ ਨੂੰ ਇੰਦਰ ਬ੍ਰਹਮਾ ਵੀ ਨਹੀਂ ਛੁਡਾ ਸਕੇਗਾ, ਕੀ ਉਸ ਨੂੰ ਤੁਸੀਂ ਮੌਤ ਦਾ ਨਾਮ ਦਿੰਦੇ ਹੋ? ਅਨਿਆਓ, ਮੇਰੇ ਪ੍ਰੀਤਮ, ਸਖਤ ਅਨਿਆਓ ਹੈ। ਤੁਹਾਡਾ ਦਿਲ ਮੰਨਦਾ ਹੈ ਕਿ ਅਸੀਂ ਸਦਾ ਲਈ ਵਿਛੜ ਰਹੇ ਹਾਂ? ਨਹੀਂ ਪ੍ਰੀਤਮ, ਨਹੀਂ। ਮੇਰਾ ਦਿਲ ਕਹਿ ਰਿਹਾ ਹੈ ਕਿ ਅਸੀਂ ਸਦਾ ਲਈ ਦੋ ਤੋਂ ਇੱਕ ਹੋ ਰਹੇ ਹਾਂ। ਤੁਹਾਡੀ ਸੱਚਾਈ ਤੇ ਉਸ ਉੱਤੇ ਮੈਨੂੰ ਕੋਈ ਸ਼ੱਕ ਨਹੀਂ। ਤੁਹਾਡੀ ਸੱਚਾਈ ਤੇ ਉਸ ਉੱਤੇ ਮੈਨੂੰ ਸ਼ੱਕ, ਇਹ ਅਣਹੋਣੀ ਗੱਲ ਹੈ। ਨਾ ਕੇਵਲ ਮੈਂ ਤੁਹਾਨੂੰ ਬੇਗੁਨਾਹ ਸਮਝਦੀ ਹਾਂ, ਬਲਕਿ ਇਹ ਵੀ ਜਾਣਦੀ ਹਾਂ ਕਿ ਅਸਲ ਕਾਤਲ ਕੌਣ ਹੈ। ਪਰ ਕਿਸ ਨੂੰ ਕਹਿ ਕੇ ਪਤਿਆਵਾਂ? ਕੀ ਮੇਰੀ ਗੱਲ ਦਾ ਕੋਈ ਇਤਬਾਰ ਕਰੇਗਾ? ਮੇਰਾ ਯਕੀਨ ਹੈ ਕਿ ਅਨਵਰ ਨੇ ਹੀ ਉਹਨਾਂ ਦੋਹਾਂ ਨੂੰ ਕਤਲ ਕਰਕੇ ਖੁਦਕੁਸ਼ੀ ਕੀਤੀ ਹੈ। ਜਦੋਂ ਮੈਂ ਉਸ ਦੀਆਂ ਗੱਲਾਂ ਕਰਨ ਤੋਂ ਬਾਅਦ ਚਲੀ ਆਈ ਸਾਂ, ਤਾਂ ਅਨਵਰ ਨੇ ਦੁਬਾਰਾ ਉਹਨਾਂ ਦੋਹਾਂ ਨੂੰ ਸੱਦ ਘੱਲਿਆ ਹੋਵੇਗਾ, ਤੇ ਇਸ ਤੋਂ ਬਾਅਦ ਇਹ ਕਾਰਾ ਕਰ ਗਈ। ਪਰ ਮੈਂ ਵਾਰ-ਵਾਰ ਇਹੋ ਸੋਚ ਰਹੀ ਹਾਂ ਕਿ ਇਸ ਸੱਚਾਈ ਨੂੰ ਅਦਾਲਤ ਵਿੱਚ ਕਿਵੇਂ ਪ੍ਰਗਟ ਕਰਾਂ। ਗਿਆਨੀ ਜੀ ਨੂੰ ਤੁਸਾਂ ਸੱਦ ਭੇਜਿਆ ਹੈ, ਇਹ ਚੰਗਾ ਕੀਤਾ। ਪਰ ਤੁਹਾਨੂੰ ਮੌਤ ਦੇ ਮੂੰਹ 'ਚ ਛੱਡ ਉਹਨਾਂ ਨਾਲ ਹਰਿਦੁਆਰ ਚਲੀ ਜਾਵਾਂ, ਇਹ ਮੇਰੇ ਲਈ ਅਸੰਭਵ ਹੈ। ਕੀ ਮੈਂ ਤੁਹਾਨੂੰ ਬਚਾਉਣ ਲਈ ਕੁਝ ਵੀ ਨਾ ਕਰ ਸਕਾਂਗੀ? ਭਾਵੇਂ ਮੈਂ ਜਾਣਦੀ ਹਾਂ ਕਿ ਮੇਰੇ ਵਰਗੀ ਅਬਲਾ ਕਿਸੇ ਯੋਗ ਨਹੀਂ, ਪਰ ਕੀ ਤੁਹਾਡੇ ਚਲਾਏ ਹੋਏ ਸੁਧਾਰ ਦੇ ਕੰਮ ਨੂੰ ਵੀ ਮੈਂ ਅੱਧ ਵਾਟੇ ਹੀ ਛੱਡ ਦਿਆਂਗੀ? ਹੋਰ ਨਹੀਂ ਤਾਂ ਮੈਂ ਆਪਣੀ ਕਲਮ ਦੇ ਜ਼ੋਰ ਨਾਲ ਹੀ ਆਪਣੇ ਦੇਸ਼ ਵਿੱਚ ਸੁਧਾਰ ਦਾ ਉਹ ਹੜ ਲਿਆਵਾਂਗੀ, ਜਿਸ ਦੇ ਅੱਗੇ ਇਹ ਸਭ ਸਮਾਜਿਕ ਕੂੜਾ ਕਰਕਟ ਰੁੜ ਜਾਵੇਗਾ। ਪਰ ਮੇਰੇ ਸੁਆਮੀ, ਤੁਹਾਡਾ ਦਿਲ ਇਤਨਾ ਕਮਜ਼ੋਰ ਹੈ, ਇਸ ਗੱਲ ਦਾ ਤਾਂ ਮੈਨੂੰ ਕਦੇ ਖਿਆਲ ਨਹੀਂ ਸੀ। ਬਸ ਦਿਲ ਨੂੰ ਮਜ਼ਬੂਤ ਕਰੋ ਤੇ ਡਰ ਭਉ ਨੂੰ ਨੇੜੇ ਨਾ ਫਟਕਣ ਦਿਓ। ਮੈਂ ਤੁਹਾਡੀ ਮੁਲਾਕਾਤ ਲਈ ਕੱਲ੍ਹ ਤੋਂ ਯਤਨ ਕਰ ਰਹੀ ਹਾਂ। ਤੁਸਾਂ ਮਿਲਣੋਂ ਰੋਕਿਆ ਹੈ, ਪਰ ਇੱਕ ਵਾਰੀ ਮਿਲਣ ਦੀ ਅਭਿਲਾਸ਼ਾ ਪੂਰੀ ਕਰਨ ਲਈ ਖਿਮਾ ਮੰਗਦੀ ਹਾਂ। ਪ੍ਰੀਤਮ, ਇਮਤਿਹਾਨ ਵਿੱਚ ਤਕੜਿਆਂ ਹੋਣ ਦੀ ਮੈਨੂੰ ਤਕੜਾਈ ਕਰ ਰਹੇ ਹੋ, ਪਰ ਮੇਰੇ ਵੱਲੋਂ ਬੇਫਿਕਰ ਰਹਿ ਕੇ ਇਹ ਉਪਦੇਸ਼ ਆਪਣੇ ਹੀ ਦਿਲ ਨੂੰ ਦਿਓ। ਮੇਰੇ ਸਿਰਤਾਜ, ਜੇ ਮੈਨੂੰ ਸੁਖੀ ਰੱਖਣਾ ਲੋੜੀਂਦੇ ਹੋ, ਤਾਂ ਮੇਰੇ ਸੁੱਖ ਦੀ ਕੁੰਜੀ ਬਸ ਇਹੋ ਹੈ ਕਿ ਇਸ ਦੇ ਉੱਤਰ ਵਿੱਚ ਤੁਹਾਨੂੰ ਪੂਰੇ ਹੌਸਲੇ ਵਿੱਚ ਡਟੇ ਹੋਏ ਵੇਖਾਂ। ਸਦਾ ਲਈ ਤੁਹਾਡੇ ਵਿੱਚ ਲੀਨ ਹੋ ਚੁੱਕੀ ਤੁਹਾਡੀ ਸੁੰਦਰੀ।